ਨੂੰ ਗਰਮ ਕੱਪੜੇ ਮਿਲਦੇ ਨੇ, ਸਾਨੂੰ ਇੱਥੇ ਘੱਟ ਮਿਲਦੇ ਆ। ਵਾਹਿਗੁਰੂ ਆਪਾਂ ਨੇ 1245 ਅੰਗ ਤੋਂ ਗਿਆਨ ਸ਼ੁਰੂ ਕਰਨਾ ਹੈ ਜੀ। ਇਹ ਵਿਚਾਰ ਜਿਹੜੀ 22ਵੀਂ ਲੈਣੀ ਆ ਆਪਾਂ ਨੇ ਪੌੜੀ, ਤੇ ਉਸ ਤੋਂ ਪਹਿਲਾਂ ਸ਼ਲੋਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਸ ਤੋਂ ਪਹਿਲਾਂ ਜਿਹੜੇ ਹੈਗੇ ਮਹਾਰਾਜ ਨੇ ਆਪਾਂ ਨੂੰ 21ਵੀਂ ਪੌੜੀ ਦੇ ਵਿੱਚ ਪੂਰਾ ਦੱਸਿਆ ਸੀਗਾ ਆਪਾਂ ਨੂੰ, ਜਿਹੜਾ ਹੈਗੇ ਆ ਪੂਰਾ ਟਾਰਗੇਟ ਦੇਤਾ ਸੀ ਮਹਾਰਾਜ ਨੇ। ਕਹਿੰਦੇ ਬਸ 8 ਦਿਨ ਕਰ, ਤੇਰੇ ਅੰਦਰ ਤੈਨੂੰ ਚਮਤਕਾਰ, ਤੇਰੇ ਅੰਦਰ ਆਪਣੇ ਆਪ ਤੈਨੂੰ ਪਤਾ ਲੱਗ ਜੂਗਾ। 9ਵੀਂ ਤੋਂ ਜਿਹੜਾ ਹੈਗਾ ਤੇਰੇ ਅੰਦਰ ਸਾਰਾ ਜਿਹੜਾ ਹੈਗਾ ਤੇਰੇ ਬਿਲਕੁਲ ਤੈਨੂੰ ਜਿਹੜਾ ਹੈਗਾ ਤੇਰੇ ਅੰਦਰ ਤੂੰ ਮਹਿਸੂਸ ਕਰ ਪਾਏਗਾ, ਜਿਹੜੇ ਹੈਗੇ ਤੇਰੇ ਅੰਦਰ ਜਿਹੜੇ ਚੇਂਜਸ ਆ ਰਹੇ ਆ ਉਹਨਾਂ ਨੂੰ। ਖੁਸ਼ੀ ਖੇੜਾ ਤੇਰੇ ਅੰਦਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਿਆਰਿਓ ਹਾਂਜੀ ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਆਪਾਂ ਨੇ ਗਿਆਨ ਸ਼ੁਰੂ ਕਰੀਏ ਜੀ, ਸ਼ੁਰੂ ਕੀਤਾ ਸੀਗਾ ਫਿਰ ਦੁਬਾਰਾ। ਤੇ ਜਿਹੜੇ ਉਹਦੇ ਵਿੱਚ ਫਿਰ ਮਹਾਰਾਜ ਨੇ ਆਪਾਂ ਨੂੰ ਦੱਸਿਆ ਸੀਗਾ ਬਈ ਇਸ ਤਰੀਕੇ ਦੇ ਨਾਲ ਜੇ ਤੂੰ ਇਹ ਵਰਤ ਰੱਖੇਗਾ, ਇਹ ਧਿਆਨ ਸਿਮਰਨ ਵਾਲਾ ਵਰਤ ਜਿਹੜਾ ਹੈਗਾ, ਤੇ ਉਹਦੇ ਨਾਲ ਜਿਹੜਾ ਹੈਗਾ ਤੇਰੇ ਜੀਵਨ ਦੇ ਵਿੱਚ ਪਰਿਵਰਤਨ ਆ ਜਾਏਗਾ। ਔਰ ਨਾਲ ਨਾਲ ਮਹਾਰਾਜ ਨੇ ਗੁਣ ਵੀ ਦੱਸੇ ਸੀਗੇ ਵੀ ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਗਰੀਬੀ, ਇਹ ਗੁਣ ਰੱਖਣੇ ਪੈਣੇ ਆ ਤੈਨੂੰ, ਤਾਂ ਤੇਰਾ ਵਰਤ ਪੂਰਾ ਹੋਣਾ ਹੈ ਪਾਏ। ਆਹ ਚੀਜ਼ਾਂ ਨਹੀਂ ਖਾਣੀਆਂ ਆਪਾਂ ਨੇ ਜਿਹੜੀਆਂ ਹੈਗੀਆਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜਿਹੜੇ ਹੈਗੇ ਆ, ਇਹ ਜਿਹੜੀ ਹੈਗੀ ਨਿੰਦਾ, ਚੁਗਲੀ, ਈਰਖਾ, ਦਵੈਤ, ਇਹਨਾਂ ਤੋਂ ਜਿਹੜਾ ਹੈਗਾ ਆਪਣੇ ਆਪ ਨੂੰ ਗੁਰੇਜ਼ ਕਰਨਾ ਹੈ। ਤੇ ਇਸ ਤਰੀਕੇ ਦੇ ਨਾਲ ਜੀਵਨ ਰੱਖਾਂਗੇ ਤੇ ਆਪਾਂ ਜਿਹੜੀ ਹੈ ਯਾਤਰਾ ਜਿਹੜੀ ਹੈਗੀ ਤੇਜ਼ੀ ਦੇ ਨਾਲ ਤੁਰਦੀ ਹੈ ਮਾਲਕ ਵੱਲ ਨੂੰ। ਨਹੀਂ ਤਾਂ ਬਾਕੀ ਕਹਿੰਦੇ ਜੇ ਤੂੰ ਮਾਇਆ ਵੱਲ ਨੂੰ ਗਤੀ ਕਰੇਗਾ ਤੇ ਦੇਖ ਲੈ ਪਿਆਰਿਆ, ਰਾਜੇ ਜਿਹੜੇ ਹੈਗੇ, ਕੋਈ ਜ਼ਮੀਂਦਾਰ ਰਾਜੇ ਜਿਹੜੇ ਹੈਗੇ, ਉਹ ਸਾਰੀ ਮਾਇਆ ਇੱਥੇ ਦੀ ਇੱਥੇ ਰਹਿ ਜਾਂਦੀ ਆ, ਬੰਦੇ ਤੁਰ ਜਾਂਦੇ ਆ, ਇਹ ਚਾਂਸ ਖੋ ਦਿੰਦੇ ਆ। ਹੁਣ ਇਸ ਗਿਆਨ ਨੂੰ ਮਹਾਰਾਜ ਜਿਹੜੇ ਹੈਗੇ ਅੱਗੇ ਵਧਾ ਰਹੇ ਆ। 22ਵੀਂ ਜਿਹੜੀ ਹੈਗੀ ਆ ਪੌੜੀ, ਉਹਦੇ ਵਿੱਚ ਸ਼ਲੋਕ ਪਹਿਲੀ ਪਾਤਸ਼ਾਹੀ ਦੇ। ਬਲਜੀਤ ਜੀ ਆਪਣਾ ਮਾਈਕ ਬੰਦ ਕਰ ਦੇਣਾ ਪਲੀਜ਼। ਮੈਂ ਕਰ ਦੇਣਾ ਜੀ। एक सेकंड। हो गया जी। हाले भी किसी की आवाज आई जा रही है, ਤੁਹਾਨੂੰ ਪਤਾ ਨਹੀਂ ਕਿਹੜੀ। ਰਣਧੀਰ ਕੌਰ ਦਾ ਮਾਈਕ ਔਨ ਹੈ, ਇਹਨਾਂ ਦਾ ਬੰਦ ਕਰੋ ਤੁਸੀਂ। ਇਹ ਤਾਂ ਤੁਸੀਂ ਆਗੇ ਚਾਹੀਦੀ ਹੈ ਤੁਹਾਡੇ ਕੋਲੋਂ। ਨਹੀਂ ਇਹਨਾਂ ਨੂੰ ਖੁਦ ਚਾਹੀਦਾ ਵਾ ਕਿ ਮਾਈਕ ਚਾਲੂ ਕਰਨ ਦਾ ਮਤਲਬ ਹੀ ਨਹੀਂ ਹੈਗਾ। ਨਹੀਂ ਕੋਈ ਨਹੀਂ, ਬੰਦ ਕਰ ਦਿਓ। ਕੋਈ ਨਹੀਂ ਮੈਂ ਕਰ ਦਿੰਦਾ ਜੀ। ਜਦੋਂ ਫਤਿਹ ਬੁਲਾਈ ਉਸੇ ਟਾਈਮ ਵੀ ਬੰਦ ਕਰ ਦੇਣਾ ਚਾਹੀਦਾ। ਨਹੀਂ ਕੋਈ ਨਹੀਂ ਵੀਰ ਜੀ, ਹੋ ਗਿਆ ਜੀ। ਡਿਸਟਰਬੈਂਸ ਹੋ ਜਾਂਦੀ। ਤੇ ਇਹਦੇ ਵਿੱਚ ਹੁਣ ਜਿਹੜੇ ਹੈਗੇ ਮਹਾਰਾਜ ਆਪਾਂ ਨੂੰ ਸ਼ਲੋਕ ਦੇ ਵਿੱਚ ਗਿਆਨ ਦੇ ਰਹੇ ਆ। ਗਿਆਨ ਵਿਹੂਣਾ ਗਾਵੇ ਗੀਤ। ਕਹਿੰਦੇ ਖਾਲੀ ਦੇਖ ਲਾ ਪਿਆਰਿਆ, ਇਹ ਜਿਹੜੀ ਹੈਗੀ ਗੀਤ ਜਿਹੜੇ ਹੈਗੇ, ਇਹ ਸ਼ਬਦ ਜਿਹੜੇ ਹੈਗੇ ਆ, ਜੋ ਵੀ ਗਿਆਨ ਹੈਗਾ। ਔਰ ਆਪਣੇ ਆਪਾਂ ਨੂੰ ਤਾਂ ਦੇਖ ਲਓ ਕਿੰਨਾ ਜਿਹੜਾ ਹੈਗਾ, ਇਹ ਜਿਹੜਾ ਹੈਗਾ ਪੋਇਟਰੀ ਦੇ ਵਿੱਚ ਜਿਹੜਾ ਹੈਗਾ, ਕਾਵਿ ਦੇ ਵਿੱਚ ਜਿਹੜਾ ਹੈਗਾ, ਇਹ ਸਾਰਾ ਦਾ ਸਾਰਾ ਗਿਆਨ ਹੈਗਾ। ਤੇ ਜਾਂ ਹੋਰ ਜਿਹੜਾ ਹੈਗਾ, ਜਿਹੜੀ ਰਾਮਾਇਣ ਹੈਗੀ, ਜਾਂ ਕਹਿ ਲਓ ਮਹਾਭਾਰਤ ਹੈਗੀ, ਜਾਂ ਹੋਰ ਵੀ ਜਿਹੜੇ ਹੈਗੇ ਕਾਵਿ ਦੇ ਵਿੱਚ ਬਹੁਤ ਹੈਗੇ ਗ੍ਰੰਥ। ਕਹਿੰਦੇ ਖਾਲੀ ਇਹਨਾਂ ਨੂੰ ਗਿਆਨ ਨਹੀਂ ਲੈਣਾ ਤੇ ਗਾਈ ਜਾਣਾ। ਇਹਨਾਂ ਨੂੰ ਗਿਆਨ ਵਿਹੂਣਾ ਗਾਵੇ ਗੀਤ।
ਪਹਿਲੀ ਕੈਟਾਗਰੀ ਆ ਲੈ ਲਈ ਮਹਾਰਾਜ ਨੇ, ਜਿਹੜੇ ਕਿ ਆਪਾਂ ਜਿਹੜੇ ਹੈਗੇ ਇਹਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਹੈਗੇ ਆ ਪੂਰੀ ਤਰ੍ਹਾਂ ਆਪਣੇ ਉੱਤੇ ਢੁਕਦੀ ਆ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਦੂਜੀ ਕੈਟਾਗਰੀ ਆ ਗਈ, ਮੁੱਲਾਂ ਜਿਹੜੇ ਹੈਗੇ ਆ ਮਸੀਤ ਘਰ ਨੂੰ ਹੀ ਘਰ ਦੇ ਵਾਸਤੇ ਹੀ ਮਸੀਤ ਬਣਾ ਲਿਆ ਉਹਨਾਂ ਨੇ ਜਿਹੜਾ ਹੈਗਾ ਇਹ ਪਰਮਾਰਥ ਦਾ ਰਸਤਾ ਜਿਹੜਾ ਹੈਗਾ ਜੇ ਤੇ ਆਪ ਚੱਲਣਾ ਸੀਗਾ, ਦੂਜਿਆਂ ਨੂੰ ਚਲਾਉਣਾ ਸੀਗਾ, ਇਹ ਦਾਨ ਦੇਣਾ ਸੀਗਾ, ਕਹਿੰਦੇ ਇਹਨੂੰ ਜਿਹੜਾ ਹੈਗਾ ਆਪਣੇ ਘਰ ਦੇ ਕੰਮਾਂ ਵਾਸਤੇ ਜਿਹੜਾ ਹੈਗਾ ਘਰ ਦੇ ਜਿਹੜੇ ਹੈਗੇ ਉਹਦੇ ਵਾਸਤੇ ਹੀ ਜਿਹੜਾ ਆਪਣੀ ਭੁੱਖ ਦੇ ਵਾਸਤੇ ਹੀ ਇਹਨੂੰ ਯੂਟਿਲਾਈਜ਼ ਕਰਨਾ ਸ਼ੁਰੂ ਕਰ ਦਿੱਤਾ। ਭੁੱਖੇ ਮੁੱਲਾਂ ਘਰੇ ਮਸੀਤ, ਔਰ ਮਸੀਤ ਜਿਹੜੀ ਹੈ ਦਸਮ ਦੁਆਰ ਉਹ ਅੰਦਰ ਆਪਣੇ ਹੈਗਾ। ਫਿਰ ਵੀ ਜਿਹੜੇ ਹੈਗੇ ਮੌਲਾਨਾ ਜੀ ਜਿਹੜੇ ਭਗਤੀ ਕਰਨ ਵਾਲੇ ਜਿਹੜੇ ਹੈਗੇ ਮੇਰੇ ਵਰਗੇ ਫਿਰ ਭੁੱਖੇ ਦੇ ਭੁੱਖੇ ਪਏ। ਤੀਸਰੀ ਕੈਟਾਗਰੀ ਲੈ ਰਹੇ ਮਹਾਰਾਜ, ਮਖੱਟੂ ਹੋਏ ਕੇ ਕੰਨ ਪੜਾਏ। ਇੱਕ ਤੀਜੀ ਕੈਟਾਗਰੀ ਬੜੀ ਭਿਅੰਕਰ ਹੈ ਭਾਈ। ਇਹ ਮਖੱਟੂ ਹੈਗੇ ਆ, ਇਹਨਾਂ ਨੇ ਖੱਟੀ ਨਹੀਂ ਕਰਨੀ ਇਹਨਾਂ ਨੇ ਕੋਈ ਖੱਟੀ ਨਹੀਂ ਕਰਨੀ, ਬਸ ਭੇਖ ਬਣਾ ਲਿਆ, ਕੰਨ ਪੜਾ ਲਏ, ਕੋਈ ਡਰੈਸ ਅਪ ਹੋ ਗਏ, ਡਰੈਸ ਕੋਡ ਲੈ ਲਿਆ, ਬਸ। ਇਹ ਖਾਲੀ ਹਿੰਦੂਆਂ ਦੀ ਗੱਲ ਨਹੀਂ ਹੈ, ਸਾਰਿਆਂ ਦੀ ਗੱਲ ਹੈ ਭਾਈ। ਸਾਡੇ ਵੀ ਬਹੁਤ ਬਥੇਰੇ ਹੈਗੇ ਇਹੋ ਜਿਹੇ ਮਖੱਟੂ ਹੋਏ ਕੇ ਕੰਨ ਪੜਾਏ। ਮਖੱਟੂ ਹੋਏ ਕੇ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ। ਕਹਿੰਦੇ ਫਕੀਰੀ ਕਰ ਲਈ ਆਪਣੇ ਆਪ ਨੂੰ, ਕਹਿੰਦਾ ਮੈਂ ਸਾਧੂ ਹਾਂ, ਸੰਨਿਆਸੀ ਹੈਗਾ। ਇਹ ਤਾਂ ਜੀ ਬਸ ਇਹਨਾਂ ਨੇ ਤਾਂ ਸਾਰਾ ਕੁਛ ਤਿਆਗ ਦਿੱਤਾ, ਘਰ ਗ੍ਰਸਤੀ ਸਾਰੀ ਟੱਬਰ ਟੀਰ ਛੱਡ ਦਿੱਤਾ, ਆਪਣੀ ਜਿਹੜੀ ਹੈਗੀ ਜਾਤ ਜਿਹੜੀ ਸੀਗੀ ਉਹ ਵੀ ਗਵਾ ਲਈ। ਲੋਕੀ ਕਹਿੰਦੇ ਲੈ ਇਹ ਦੇਖ ਲਓ ਕਿਵੇਂ ਜਿਹੜਾ ਹੈਗਾ ਭੱਜਿਆ ਆ। ਐਵੇਂ ਹੀ ਜਿਹੜਾ ਹੈਗਾ ਇੱਕ ਕਹਿੰਦੇ ਜੱਟ ਜਿਹੜਾ ਸੀਗਾ ਚਲਾ ਗਿਆ ਵਿਚਾਰਾ, ਉਹ ਖੇਤੀ ਖੂਤੀ ਛੱਡ ਕੇ ਜਿਹੜਾ ਹੈਗਾ ਤੇ ਜਾ ਕੇ ਕਿਤੇ ਰਹਿਣ ਲੱਗ ਪਏ। ਤੇ ਘਰ ਵਾਲੇ ਨੇ ਪੁੱਛਿਆ ਵੀ ਅੱਜ ਕੀ ਬਣਾਇਆ? ਕਹਿੰਦੇ ਅੱਜ ਜੀ ਮੈਂ ਬਣਾਈ ਆ ਹਲਵਾ। ਕਹਿੰਦਾ ਮੁੜ ਕੇ ਨਾ ਬੋਲੀ ਹਲਵਾ, ਇਹਨੂੰ ਨਾ ਬਣਾਈ ਕਦੀ ਵੀ ਜ਼ਿੰਦਗੀ 'ਚ, ਮਸਾਂ ਤਾਂ ਆਇਆ ਹੈ ਉਹਨੂੰ ਹਲ ਨੂੰ ਛੱਡ ਕੇ। ਹੁਣ ਫੇਰ ਜਿਹੜਾ ਕਹਿ ਰਹੀ ਹਲਵਾ, ਤੇ ਇਹ ਕੈਟਾਗਰੀ ਹੈਗੀ ਭਾਈ ਫੱਕਰ ਕਰੇ ਹੋਰ ਜਾਤ ਗਵਾਏ। ਕਹਿੰਦੇ ਆਪਣੀ ਜਿਹੜੀ ਜਾਤ ਆ ਜਿਹੜੀ ਉਹਨੂੰ ਵੀ ਕਲੰਕਿਤ ਕਰ ਰਿਹਾ ਆ। ਕੰਮ ਕੋਈ ਕਰਨਾ ਨਹੀਂ ਆ। ਤੇ ਗੁਰਪੀਰ ਸਦਾਏ ਮੰਗਣ ਜਾਏ, ਤੇ ਆਪਣੇ ਆਪ ਨੂੰ ਗੁਰੂ ਪੀਰ ਵੀ ਸਦਾਉਂਦਾ ਆ। ਚੇਲੇ ਚਪਾਟੇ ਵੀ ਰੱਖ ਲਏ ਆ, ਪਰ ਮੰਗਣ ਜਾਂਦੇ ਸਾਰੇ। ਰੋਟੀ ਜਿਹੜੀ ਆ ਮੰਗ ਕੇ ਖਾਂਦੇ ਆ, ਰੋਟੀ ਦੇ ਵਾਸਤੇ ਮੰਗਣਾ ਪੈਂਦਾ ਹੈ। ਤੇ ਇਹੋ ਜਿਹਿਆਂ ਦਾ ਕੀ ਕਰਨਾ ਹੈ ਮਹਾਰਾਜ ਜੀ? ਆਪਣੇ ਆਪ ਨੂੰ ਪੀਰ ਸਦਾਉਂਦੇ, ਲੋਕੀ ਤਾਂ ਬਥੇਰੇ ਉਹਨਾਂ ਦੇ ਮਗਰ ਲੱਗਦੇ ਆ। ਕਹਿੰਦੇ ਤਾਂ ਕਿ ਮੂਲ ਨਾ ਲੱਗੀਏ ਪਾਏ। ਕਹਿੰਦੇ ਉਹਨਾਂ ਦੇ ਤਾਂ ਬਿਲਕੁਲ ਵੀ ਉਹਨਾਂ ਦੇ ਪੈਰ ਹੀ ਨਹੀਂ ਪੜਨਾ ਚਾਹੀਦਾ, ਉਹਨਾਂ ਦੇ ਵੱਲ ਤਾਂ ਝਾਕਣਾ ਵੀ ਨਹੀਂ ਚਾਹੀਦਾ। ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਏ ਪਾਏ। ਪਹਿਲੀ ਪਾਤਸ਼ਾਹੀ ਕਹਿ ਰਹੀ ਹੈ ਭਾਈ। ਫਿਰ ਮਹਾਰਾਜ ਜੀ, ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਹਿੰਦੇ ਜਿਹੜਾ ਘਰ ਗ੍ਰਸਤੀ 'ਚ ਹੀ ਰਹਿੰਦਾ ਆ, ਕਾਲ ਕਮਾਈ ਦਸਾਂ ਨੌਂ ਦੀ ਮਿਹਨਤ ਕਿਰਤ ਕਰਦਾ ਆ, ਤੇ ਹੱਥੋਂ ਦਿੰਦਾ ਵੀ ਆ ਗਰੀਬਾਂ ਦੇ ਵਾਸਤੇ ਦਾਨ, ਨੀਡਫੁਲ ਜਿਹੜੇ ਹੈਗੇ ਉਹ ਜ਼ਰੂਰਤਮੰਦ ਜਿਹੜੇ ਹੈਗੇ ਉਹਨਾਂ ਦੀ ਮਦਦ ਵੀ ਕਰਦਾ ਹੈ। ਕਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਹਿੰਦੇ ਉਹ ਆਇਆ ਭਾਈ, ਉਹ ਰਾਹ ਪਛਾਣਦੇ ਆ, ਉਹਨਾਂ ਨੂੰ ਪਤਾ ਆ ਉਹ ਸਹੀ ਰਸਤੇ ਤੇ ਤੁਰ ਰਹੇ ਆ, ਨਾਲੇ ਭਗਤੀ ਵੀ ਕਰੀ ਜਾਂਦੇ ਆ, ਨਾਲੇ ਗ੍ਰਸਤੀ ਵੀ ਕਰ ਰਹੇ ਆ, ਰਾਜ ਜੋਗ ਕਮਾ ਰਹੇ ਆ। ਉਹ ਰਾਜ ਜੋਗ ਮਤਲਬ ਪਰਮਾਤਮਾ ਨਾਲ ਵੀ ਜੁੜੇ ਹੋਏ ਆ, ਤੇ ਇੱਧਰ ਜਿਹੜਾ ਹੈਗਾ ਦੁਨੀਆ ਦੇ ਵਿੱਚ ਆਇਆ, ਦੁਨੀਆ ਦੇ ਪਦਾਰਥ ਘਰ ਗ੍ਰਸਤੀ ਟੱਬਰ ਟੀ ਉਹਦੇ ਵਿੱਚ ਵੀ ਆਪਣੇ ਰਾਮ ਨਾਲ ਜਿਹੜੇ ਹੈਗੇ ਆ, ਉਹਨਾਂ ਦਾ ਸਫ਼ਰ ਜਿਹੜਾ ਹੈਗਾ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਜਾ ਰਿਹਾ ਹੈ। ਹਾਂਜੀ ਗੌਰਕੀ ਸਾਹਿਬ। ਠੀਕ ਹੈ ਨਿਜਰ ਸਾਹਿਬ। ਇਹ ਅੱਜ ਦੀ ਵਿਚਾਰ ਵਿੱਚ ਸਾਧ ਸੰਗਤ ਜੀ ਇੱਕ ਬੜਾ ਅਹਿਮ ਟੌਪਿਕ ਹੈਗਾ, ਔਰ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇੱਕ ਟੌਪਿਕ ਫੜਿਆ ਜਾਵੇ, ਕਿਉਂਕਿ ਘਰ ਦੇ ਵਿੱਚ ਵੀ ਬੜੀ ਵੱਡੀ ਇੱਕ ਉਲਝਣ ਖੜੀ ਹੋ ਜਾਂਦੀ ਹੈ ਜੀਵਨ ਸਾਥੀ ਦੇ ਨਾਲ। ਤੇ ਮੇਰੇ ਹਿਸਾਬ ਨਾਲ ਕਾਫੀ ਲੋਕ ਇਹ ਤੋਂ ਵੀ ਬੜੇ ਪਰੇਸ਼ਾਨ ਨੇ।
ਤੇ ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਉਹਨੂੰ ਹੱਲ ਕਿੱਦਾਂ ਕਰਨਾ ਉਹ ਵੀ ਥੋੜੇ ਬਹੁਤ ਤਰੀਕੇ ਦੱਸੇ ਜਾਣਗੇ। ਤੇ ਨਿੱਜਰ ਸਾਹਿਬ ਕੀ ਕਰਾਂ ਹੁਣ, ਬਾਣੀ ਕਰ ਲਈਏ ਪਹਿਲਾਂ ਕਿ 2 ਮਿੰਟ ਉੱਤੇ ਗੱਲ ਕਰ ਲਈਏ? ਨਾ 2 ਮਿੰਟ ਤੁਸੀਂ ਗੱਲ ਕਰੋ, ਫਿਰ ਆਪਾਂ ਬਾਣੀ ਕਰ ਲਾਂਗੇ, ਕੋਈ ਗੱਲ ਨਹੀਂ। ਵੈਰੀ ਗੁੱਡ ਵੈਰੀ ਗੁੱਡ। ਹਾਂਜੀ ਠੀਕ ਹੈ। ਨਿੱਜਰ ਸਾਹਿਬ ਵੀ ਕਹਿੰਦੇ ਨੇ ਕਿ ਘਰ ਦੀ ਲਾਗੇ ਬੈਠੀ ਗੱਲਬਾਤ ਸ਼ਾਇਦ ਕੰਮ ਹੀ ਨਿਕਲ ਹੀ ਆਵੇ ਕੋਈ। ਹਾਂਜੀ ਨਿੱਜਰ ਸਾਹਿਬ ਏਦਾਂ ਬਾਕੀ ਸਭ ਤੋਂ ਪਹਿਲਾਂ ਮੈਂ ਵੇਖਣ ਕਿ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੈ ਨਾ, ਜਿਸ ਦੀ ਬੁਨਿਆਦ ਉੱਤੇ ਸਾਰੇ ਰਿਸ਼ਤੇ ਖਲੋਂਦੇ ਆ। ਜੇਕਰ ਇਹ ਰਿਸ਼ਤਾ ਠੀਕ ਤਰ੍ਹਾਂ ਆਪਣਾ ਕਾਰਜ ਪੂਰਾ ਨਹੀਂ ਕਰਦਾ ਨਾ ਤੇ ਬਾਕੀ ਸਭ ਗੜਬੜ ਹੋ ਜਾਣੀ। ਪਰ ਮੋਸਟਲੀ ਇਹ ਰਿਸ਼ਤਾ ਜਿਹੜਾ ਇਸ ਟਾਈਮ ਨਾਲ ਕਾਫੀ ਗੜਬੜ ਹੋ ਚੁੱਕਿਆ। ਜੋ ਤੁਸੀਂ ਸਾਰੇ ਵੇਖਦੇ, ਜੋ ਮੈਂ ਵੀ ਵੇਖਦਾ ਵਾਂ, ਆਪਾਂ ਸਾਰੇ ਵੇਖਦੇ ਹਾਂ। ਆਪਾਂ ਚਲੋ ਆਪਾਂ ਕਹਿੰਦੇ ਹਾਂ ਕਿ ਸੇਮ ਬੋਟ ਤੇ ਬੈਠੇ ਹਾਂ। ਇੱਕ ਕਾਮਨ ਪ੍ਰੋਬਲਮ ਹੈ, ਇੱਕ ਆਪਣੇ ਸੋਸਾਇਟੀ ਦੀ ਪ੍ਰੋਬਲਮ ਹੈ। ਇੱਕ ਕੀ ਵੈਸਟ ਕੀ ਹੈ, ਇੰਡੀਅਨ ਹੈ, ਸਾਰੇ ਮੋਸਟਲੀ ਕਾਫੀ ਜ਼ਿਆਦਾ ਲੋਕ ਅਫੈਕਟਡ ਹੋ ਗਏ ਨੇ ਇਸ ਚੀਜ਼ ਤੋਂ। ਹੁਣ ਵੇਖੋ ਵਿਆਹ ਹੋ ਜਾਂਦਾ, ਬੱਚੇ ਹੋ ਗਏ, ਕਈ ਸਾਲ ਇਕੱਠੇ ਵੀ ਰਹੇ ਨੇ, ਜੀਵਨ ਬਤੀਤ ਕਰ ਰਹੇ ਨੇ। ਅਜੇ ਤੱਕ ਵੀ ਉਦਾਂ ਦਾ ਰਿਸ਼ਤਾ ਨਹੀਂ ਬਣਿਆ ਜਿੱਦਾਂ ਦਾ ਸਪੋਜ਼ ਰਿਸ਼ਤਾ ਬਣਨਾ ਚਾਹੀਦਾ ਸੀ, ਜਿੱਦਾਂ ਦੀ ਕੁਆਲਿਟੀ ਸ਼ੁੱਡ ਬੀ ਮੇਨਟੇਨ। ਮਤਲਬ ਰਿਸ਼ਤੇ ਦਾ ਮਤਲਬ ਇਹ ਹੁੰਦਾ ਕਿ ਕੋਈ ਚੀਜ਼ ਨਿੱਜਰ ਸਾਹਿਬ ਆਪਾਂ ਦੋਸਤ ਬਣੇ, ਹੁਣ ਤੁਸੀਂ ਆਪਣੇ ਸੱਜਣ ਬਣੇ, ਆਪਾਂ ਹੁਣ ਕਿੰਨਾ ਪਿਆਰ ਵਧਿਆ। ਪਕਾਈ ਨਹੀਂ ਤੁਸੀਂ ਇਕੱਠੇ ਬੈਠੇ, ਮੈਂ ਪਕਾਈ ਨਹੀਂ ਆਈ, ਪੱਕਿਆ ਨਹੀਂ ਰਿਸ਼ਤਾ। ਹਾਂ ਪੱਕਿਆ ਨਹੀਂ। ਮਤਲਬ ਹੁਣ ਆਪਣੇ ਰਿਸ਼ਤਾ ਵੇਖੋ, ਆਪਣਾ ਕੋਈ ਜਾਣ ਨਹੀਂ ਪਛਾਣ, ਨਾ ਤੁਸੀਂ ਮੈਨੂੰ ਜਾਣੋ ਨਾ ਮੈਂ ਤੁਹਾਨੂੰ ਜਾਣੇ, ਆਪਣਾ ਗਿਆਨ ਦੀ ਸਾਂਝ ਹੈਗੀ ਹੈ। ਤੇ ਕਿੱਦਾਂ ਆਪਣਾ ਜਿਹੜਾ ਰਿਸ਼ਤਾ ਵਾ ਉਹ ਕਿੱਦਾਂ ਡਿਵੈਲਪ ਹੋ ਰਿਹਾ। ਬਿਲਕੁਲ ਸਹੀ ਗੱਲ। ਪਰ ਦੂਜੀ ਤਰਫ ਜੇ ਮੈਂ ਪਤਨੀ ਪਤੀ ਦਾ ਵੇਖਦਾ ਵਾਂ ਤੇ ਉੱਥੇ ਤੇ ਤੁਸੀਂ ਜਿਵੇਂ ਤੁਹਾਡੀ ਉਮਰ ਵੱਧਦੀ ਤੁਵੇਂ ਇੱਕ ਐ ਨੂੰ ਸੱਜੇ ਬੰਨੇ ਨੂੰ ਤੇ ਇੱਕ ਖੱਬੇ ਬੰਨੇ ਤੁਰਿਆ ਜਾ ਰਿਹਾ। ਉਹ ਰਿਐਕਸ਼ਨ ਥੋੜਾ ਗੜਬੜ ਹੋ ਰਹੀ ਹੈ, ਉਹਦੇ ਬਾਰੇ ਹੀ ਵਿਚਾਰ ਕਰਨੀ ਆ। ਹੁਣ ਲਗਭਗ ਜ਼ਿਆਦਾਤਰ ਗਿਣਤੀ ਜਿਹੜੇ ਜੋੜੇ ਹੈਗੇ ਨਾ, ਉਹਨਾਂ ਦੀ ਹੈਗੀ ਇੱਕ ਦੂਜੇ ਨੂੰ ਕੇਵਲ ਬਰਦਾਸ਼ਤ ਕਰ ਰਹੇ ਨੇ ਕਿ ਹਾਂ ਵੀ ਅਸੀਂ ਪਤੀ ਪਤਨੀ ਹੈਗੇ ਆ, ਪਰ ਬਰਦਾਸ਼ਤ ਕਰ ਰਹੇ ਨੇ। ਉਹ ਉਹਨੂੰ ਬਰਦਾਸ਼ਤ ਕਰ ਰਿਹਾ, ਉਹਨੂੰ ਬਰਦਾਸ਼ਤ ਕਰ ਰਿਹਾ, ਲਗਭਗ ਦੋਨੋਂ ਤਰਫਾਂ ਚ। ਤੇ ਹੁਣ ਇਹਦੇ ਵਿੱਚ ਇੱਕ ਚੀਜ਼ ਆ, ਹੁਣ ਇਹਨਾਂ ਦੇ ਜਿਹੜੇ ਬਰਦਾਸ਼ਤ ਕਰ ਰਹੇ ਨੇ ਉਹਨਾਂ ਦੀਆਂ ਗੱਲਾਂ ਸੁਣ ਲਓ, ਆਪਸ ਚ ਕਿੱਦਾਂ ਦੀ ਗੱਲ ਕਰਦੇ ਨੇ। ਹੁਣ ਤੁਹਾਨੂੰ ਪਤਾ ਲੱਗ ਜੂ ਕਿ ਤੁਹਾਡਾ ਰਿਸ਼ਤਾ ਕਿੱਦਾਂ ਦਾ ਵਾ। ਉਹਦੀ ਕਸਵੱਟੀ ਹੈਗੀ ਆ। ਜੇਕਰ ਤੁਹਾਡੀ ਆਪਸ ਜਿਹੜੀ ਗੱਲਬਾਤ ਹੁੰਦੀ ਆ ਕਿ ਬੱਚਿਆਂ ਦੀ ਪੜ੍ਹਾਈ ਕਿੱਦਾਂ ਚੱਲ ਰਹੀ ਹੈ, ਬੱਚਿਆਂ ਦੇ ਪੇਪਰ ਕਿੱਦਾਂ ਦੇ ਹੋਏ ਨੇ, ਕੰਮ ਵਾਲੀ ਆਈ ਸੀ ਅੱਜ ਕਿ ਨਹੀਂ ਆਈ ਸੀ, ਖਾਣਾ ਲੈ ਆਓ, ਭੁੱਖ ਲੱਗੀ ਹੋਈ ਹੈ, ਏਦਾਂ ਕਰੋ ਬਰਤਨ ਚੁੱਕ ਕੇ ਲੈ ਜਾਓ, ਮੈਂ ਖਾਣਾ ਖਾ ਲਿਆ, ਘਰੇ ਕੋਈ ਆਇਆ ਸੀ ਕਿ ਨਹੀਂ ਆਇਆ ਸੀ, ਅੱਛਾ ਠੀਕ ਹੈ ਸਬਜ਼ੀ ਖਰੀਦ ਲਿਆ ਜੋ। ਇਹ ਗੱਲਾਂ ਜੋ ਤੁਹਾਡੇ ਕੋਲ ਇਹ ਸਥਿਤੀ ਹੈ ਕਿ ਆਮ ਘਰਾਂ ਚ ਆਮ ਲੋਕ ਇਹ ਕਮਿਊਨੀਕੇਸ਼ਨ ਕਰਦੇ ਨੇ, ਮੋਸਟਲੀ ਨਿੱਜਰ ਸਾਹਿਬ ਜ਼ਿਆਦਾਤਰ ਲੋਕ। ਠੀਕ ਹੈ। ਹੁਣ ਅਗਲੇ ਬੰਨੇ ਥੋੜਾ ਮੈਂ ਚੱਲਦਾ, ਮਤਲਬ ਇੱਕ ਔਰਤ ਇੱਕ ਮਰਦ ਆ ਜਿਹੜਾ ਮਤਲਬ ਅਸਲ ਦੇ ਵਿੱਚ ਉਹ ਜੀਵਨ ਦੇ ਬਹੁਤ ਵੱਡੇ ਇੱਕ ਮਤਲਬ ਰੋਲ ਨੂੰ ਪਲੇ ਕਰਦੇ ਨੇ। ਔਰ ਉਹਨਾਂ ਦੇ ਵਿੱਚ ਕੇਵਲ ਇਹੋ ਛੋਟੀਆਂ ਮੋਟੀਆਂ ਗੱਲਾਂ ਹੁੰਦੀਆਂ ਨੇ, ਕੋਈ ਦਿਲ ਦੀਆਂ ਸਾਂਝਾਂ ਵਾਲੀਆਂ ਗੱਲਾਂ ਨਹੀਂ ਕਰਦੇ ਇੱਕ ਦੂਜੇ ਨਾਲ, ਜਿਹਦੇ ਨਾਲ ਨੇੜਤਾ ਲਾਗੇ ਆਉਣੀ ਸੀ, ਜਿਨ੍ਹਾਂ ਦੇ ਨਾਲ ਪਿਆਰ ਵਧਣਾ ਸੀ। ਔਰ ਇੱਕ ਔਰਤ ਆਪਣੀ ਜਗ੍ਹਾ ਬੈਠੀ ਰਹਿੰਦੀ ਹੈ, ਉਹ ਮਰਦ ਆਪਣੀ ਜਗ੍ਹਾ ਬੈਠਾ ਰਹਿੰਦਾ ਹੈ। ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਤੇ ਉਹਨਾਂ ਦੇ ਵਿੱਚ ਕੋਈ ਚੇਂਜਿਸ ਨਹੀਂ ਆਉਂਦੀ, ਕਿਉਂਕਿ ਦੇਖੋ ਜਿਹੜਾ ਪਿਆਰ ਹੈ ਨਾ, ਪਿਆਰ ਜਿਹੜਾ ਨਾ ਉਹਨੂੰ ਮਤਲਬ ਜਿੱਦਾਂ ਸੀਂਚਣਾ ਪੈਂਦਾ ਵਾ ਛੋਟੇ ਪੌਦੇ ਵਾਂਗੂ। ਜਿੱਦਾਂ ਛੋਟਾ ਪੌਦਾ ਹੁੰਦਾ ਨਾ, ਛੋਟਾ ਪੌਦੇ ਨੂੰ ਆਪਾਂ ਲਿਆਉਂਦੇ ਆ ਔਰ ਉਹਦੀ ਸਾਂਭ ਸੰਭਾਲ ਕਰਦੇ, ਉਹਨੂੰ ਪਾਣੀ ਪਾਉਂਦੇ ਆ, ਉਹਨੂੰ ਆਪਾਂ ਖਾਦ ਪਾਉਂਦੇ ਆ, ਤੇ ਉਹ ਫਿਰ ਉੱਥੋਂ ਕੱਲ ਨੂੰ ਆਪਾਂ ਨੂੰ ਜਿੱਦਾਂ ਮਤਲਬ ਗੁਲਾਬ ਦਾ ਫੁੱਲ ਲਾਇਆ ਤੇ ਆਪਾਂ ਨੂੰ ਉਹਦੇ ਗੁਲਾਬ ਦੇ ਫੁੱਲਾਂ ਦੇ ਵਿੱਚੋਂ ਮਹਿਕ ਆਉਂਦੀ ਹੈ। ਇਸੇ ਹੀ ਤਰ੍ਹਾਂ ਜਿਹੜਾ ਰਿਸ਼ਤਾ ਵਾ, ਰਿਸ਼ਤੇ ਨੂੰ ਵੀ ਸਿੰਜਣਾ ਪੈਂਦਾ ਵਾ। ਤੇ ਉਹ ਸੀਜੇ ਉਹਦੇ ਵਿੱਚ ਫਿਰ ਕੀ ਹੁੰਦਾ, ਸਮੇਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਕਿ ਸਾਨੂੰ ਉਹਦਾ ਆਨੰਦ ਪ੍ਰਾਪਤ ਹੁੰਦਾ। ਪਰ ਆਮ ਤੌਰ ਤੇ ਇਹ ਗੱਲ ਹੁੰਦੀ ਨਹੀਂ ਹੈ। ਆਪਾਂ ਕੀ ਸੋਚਦੇ ਹਾਂ ਕਿ ਬਈ ਹਾਂ ਜੀ ਹਾਂ ਠੀਕ ਹੈ ਜੀ, ਪਤੀ ਪਤਨੀ ਆ, ਹੋ ਗਿਆ ਵਿਆਹ, ਗੱਲ ਹੋ ਗਈ ਖਤਮ। ਔਰ ਜ਼ਿਆਦਾਤਰ ਲੋਕ ਜਿਹੜੇ ਨੇ ਇਸੇ ਹੀ ਤਰ੍ਹਾਂ ਜੀਵਨ ਬਤੀਤ ਕਰਦੇ ਨੇ।
ਮੋਸਟਲੀ ਲੋਕ। ਤੇ ਇੱਕ ਚੀਜ਼ ਹੋਰ ਆ, ਜਿਹੜਾ ਪਿਆਰ ਦੀ ਗੱਲ ਕਰਦੇ ਨੇ, ਪਿਆਰ ਕੋਈ ਇਹ ਨਹੀਂ ਹੁੰਦਾ ਕਿ ਬਚਪਨ ਦੇ ਵਿੱਚ ਹੀ ਬੰਦੇ ਨੂੰ ਮਤਲਬ ਉਹਦੇ ਅੰਦਰ ਹੁੰਦਾ ਕਿ ਬਈ ਵੇਖੋ ਜੀ ਮੈਨੂੰ ਮਤਲਬ ਉਹ ਵੇਖੋ ਜੀ ਛੋਟੇ ਹੁੰਦਾ ਹੀ ਪਿਆਰ ਕਰਦਾ। ਪਿਆਰ ਇੱਕ ਆਰਟ ਆ। ਮੈਂ ਤੁਹਾਨੂੰ ਆਪਣੇ ਮੁੰਡੇ ਤੋਂ ਗੱਲ ਸ਼ੁਰੂ ਕਰਦਾ। ਮੇਰਾ ਜਿਹੜਾ ਇੱਕ ਛੋਟਾ ਮੁੰਡਾ ਵਾ ਨਾ ਹਰਮਨ, ਤੇ ਵੱਡਾ ਕਮਲ ਆ। ਤੇ ਜਿਹੜਾ ਕਮਲ ਹੈ ਨਾ, ਕਮਲ ਤਾਂ ਦਾਦੀ ਨਾਲ ਬਹੁਤ ਪਿਆਰ ਸੀ ਕਿਉਂਕਿ ਉਹ ਵੱਡਾ ਸੀ ਤੇ ਮੋਸਟਲੀ ਦਾਦੀ ਦਾ ਉਹ ਫੇਵਰੇਟ ਬੁਆਏ ਸੀ। ਮੁੜ ਕੇ ਹਰਮਨ ਹੋਇਆ, ਦਾਦੀ ਦਾ ਇੰਨਾ ਪਿਆਰ ਨਹੀਂ ਸੀ ਹਰਮਨ ਦੇ ਨਾਲ ਜਿੰਨਾ ਸਪੋਜ਼ ਨਾਰਮਲੀ ਹੋਣਾ ਚਾਹੀਦਾ ਸੀ, ਕਿਉਂਕਿ ਉਹ ਅਟੈਚਮੈਂਟ ਉਹਦੀ ਕਮਲ ਦੇ ਨਾਲ ਜ਼ਿਆਦਾ ਸੀ। ਪਰ ਜਿਹੜਾ ਹਰਮਨ ਸੀ ਉਹ ਜਿਵੇਂ ਉਹਨੂੰ ਹੋਸ਼ ਆਈ, ਉਹਨੇ ਕੀ ਕੀਤਾ ਕਿ ਉਹਨੇ ਦਾਦੀ ਦੇ ਪਤਾ ਨਹੀਂ ਕੀ ਉਹਨੇ ਆਰਟ ਸੀ, ਉਹਨੇ ਕੀ ਕੀਤਾ ਕਿ ਦਾਦੀ ਦੇ ਨਾਲ ਜ਼ਿਆਦਾ ਪਿਆਰ ਮੋਹ ਪਾ ਲਿਆ। ਕਿਉਂ ਪਾ ਲਿਆ? ਉਹਨੇ ਕਿਤੇ ਉਹ ਦਾਦੀ ਨੂੰ ਕਹਿੰਦਾ ਕਿ ਮੈਨੂੰ ਅੰਗੂਰ ਲਿਆ, ਕਿਤੇ ਉਹ ਕਹਿੰਦਾ ਮੇਰੇ ਲਈ ਔਰੰਜ ਲੈ ਕੇ ਆ। ਔਰ ਉਹ ਮੈਂ ਚੀਜ਼ ਨੂੰ ਨੋਟਿਸ ਕੀਤਾ ਕਿ ਜਿੱਦਾਂ ਉਸ ਬੱਚੇ ਨੇ ਕਲਟੀਵੇਟ ਕਰ ਲਿਆ ਪਿਆਰ ਨੂੰ, ਮਤਲਬ ਜੇ ਨਹੀਂ ਵੀ ਬਾਉਂਡ ਸੀ ਉਹਨੇ ਬਣਾ ਲਿਆ। ਇਸੇ ਹੀ ਤਰ੍ਹਾਂ ਮੈਂ ਇਹ ਮਹਿਸੂਸ ਕਰਦਾ ਕਿ ਪਤੀ ਪਤਨੀ ਦੇ ਵਿੱਚ ਵੀ ਜਿਹੜਾ ਪਿਆਰ ਹੈ, ਜਿੱਦਾਂ ਆਪਾਂ ਖੇਤੀ ਕਰਦੇ ਹਾਂ ਨਾ, ਇਸੇ ਹੀ ਤਰ੍ਹਾਂ ਸਾਨੂੰ ਜਿੱਦਾਂ ਵੇਖੋ ਅਸੀਂ ਪੜ੍ਹਾਈ ਕਰਨੀ ਸਿੱਖਦੇ ਹਾਂ, ਅਸੀਂ ਭਾਸ਼ਾ ਬੋਲਣੀ ਸਿੱਖਦੇ ਹਾਂ, ਅਸੀਂ ਚੱਲਣਾ ਸਿੱਖਦੇ ਹਾਂ, ਪਿਆਰ ਕਰਨਾ ਵੀ ਸਾਨੂੰ ਸਿੱਖਣਾ ਪੈਣਾ ਹੈ ਜੇਕਰ ਨਹੀਂ ਆਉਂਦਾ ਤੇ। ਕਿਉਂਕਿ ਪਿਆਰ ਤੋਂ ਬਿਨਾਂ ਤੇ ਜਿਹੜਾ ਜੀਵਨ ਹੈ ਉਹ ਤੇ ਬਿਲਕੁਲ ਹੀ ਇੱਕਦਮ ਖੁਸ਼ਕ ਡਰਾਈ ਲਾਈਫ ਹੋਊਗੀ। ਡਰਾਈ ਲਾਈਫ ਦੇ ਵਿੱਚ ਕੀ ਹੋਊਗਾ? ਤੁਸੀਂ ਸੱਜੇ ਬੰਨੇ ਜਾਓਗੇ, ਅਗਲਾ ਖੱਬੇ ਬੰਨੇ ਤੁਰਿਆ ਜਾਊਗਾ। ਹੁਣ ਜਿਹੜਾ ਪਿਆਰ ਰੂਪੀ ਬੂਟਾ ਹੈ ਉਸ ਨੂੰ ਸਾਨੂੰ ਆਪ ਲਗਾਉਣਾ ਪੈਣਾ, ਇਹ ਬੜਾ ਇੰਪੋਰਟੈਂਟ ਹੈ। ਔਰ ਪ੍ਰੋਬਲਮ ਪਤਾ ਕੀ ਹੈ ਬੰਦੇ ਦੀ? ਹੁਣ ਬੰਦਾ ਕੀ ਚਾਹੁੰਦਾ ਵਾ ਕਿ ਮਤਲਬ ਉਧਰੋਂ ਔਰਤ ਵੀ ਚਾਹੁੰਦੀ ਹੈ ਕਿ ਮਤਲਬ ਮੈਨੂੰ ਪਿਆਰ ਮਿਲੇ, ਉਧਰ ਬੰਦਾ ਚਾਹੁੰਦਾ ਮੈਨੂੰ ਵੀ ਪਿਆਰ ਮਿਲੇ। ਹੁਣ ਇਹ ਨਹੀਂ ਸੋਚਦੇ ਕਿ ਜਿੱਦਾਂ ਨਲਕਾ ਵਾ, ਨਲਕੇ ਦੇ ਵਿੱਚ ਪਹਿਲਾਂ ਪਾਣੀ ਉੱਤੋਂ ਪਾਉਣਾ ਪੈਂਦਾ। ਹੁਣ ਜਦੋਂ ਨਲਕੇ ਦੇ ਉੱਤੋਂ ਪਾਣੀ ਪਾਉਂਦੇ ਆ ਤੇ ਫਿਰ ਉਹ ਪਾਣੀ ਥੱਲੋਂ ਵੀ ਤੁਰ ਪੈਂਦਾ। ਇਹ ਸੰਸਾਰ ਹੈ। ਜੇਕਰ ਆਪਾਂ ਆਕੜ ਕੇ ਖਲੋਤੇ ਆ, ਆਪਾਂ ਮਤਲਬ ਐਪਰੀਸ਼ੀਏਟ ਨਹੀਂ ਕਰ ਰਹੇ ਉਹ ਚੀਜ਼ ਨੂੰ, ਤਾਂ ਉਹ ਅਗਲੇ 'ਚ ਪਿਆਰ ਨਹੀਂ ਪੈਦਾ ਹੋਣਾ। ਇਹ ਪਿਆਰ ਸਾਨੂੰ ਖੁਦ ਪੈਦਾ ਕਰਨਾ ਪਊਗਾ ਔਰ ਉਹਦੇ ਲਈ ਸਾਨੂੰ ਇਨਵੈਸਟਮੈਂਟ ਕਰਨੀ ਪੈਣੀ ਹੈ। ਜਦ ਤੱਕ ਆਪਾਂ ਇਨਵੈਸਟਮੈਂਟ ਨਹੀਂ ਕਰਦੇ, ਦੇਖੋ ਕੋਈ ਵੀ ਚੀਜ਼ ਹੁੰਦੀ ਹੈ ਬੈਂਕ 'ਚ, ਆਪਾਂ ਜਦ ਤੱਕ ਸੇਵਿੰਗ ਹੀ ਨਹੀਂ ਕਰਾਈ ਤੇ ਉਹਨੂੰ ਵਿਆਜ ਕਿੱਥੋਂ ਪੈਣਾ? ਹੁਣ ਨਾਰਮਲੀ ਤੁਸੀਂ ਬੈਂਕ 'ਚ ਪੈਸੇ ਜਮ੍ਹਾਂ ਕਰਾਓਗੇ, ਉਸ ਤੋਂ ਬਾਅਦ ਹੀ ਤੇ ਵਿਆਜ ਪੈਣਾ। ਖਾਲੀ ਅਕਾਊਂਟ 'ਚ ਤੁਹਾਨੂੰ ਕਿੱਥੋਂ ਕੋਈ ਪੈਸੇ ਪਾ ਦੂਗਾ? ਉਹਦੇ ਤੇ 500 ਰੁਪਇਆ ਪਾਇਆ ਤੇ ਭਾਵੇਂ 20 ਸਾਲ ਕੀ 50 ਸਾਲ ਬਾਅਦ ਚੈੱਕ ਕਰਕੇ ਵੇਖ ਲਿਓ, ਉਹ 500 ਹੀ ਰਹਿਣਾ। ਹਾਂ, ਜੇ ਤੁਸੀਂ 10,000 50,000 ਲੱਖ ਰੁਪਇਆ ਜਮ੍ਹਾਂ ਕਰਾਇਆ ਤੇ ਬੈਂਕ ਵਾਲੇ ਵੀ ਕੁਝ ਪਾਉਣਗੇ ਉਹਦੇ ਵਿੱਚ। ਪਰ ਪਹਿਲਾਂ ਇਹ ਡਿਮਾਂਡ ਹੈ ਕਿ ਇਨਵੈਸਟਮੈਂਟ ਕਰਨੀ ਪੈਣੀ ਹੈ, ਸਾਨੂੰ ਉੱਥੇ ਪੈਸਾ ਪਾਉਣਾ ਪਊਗਾ ਅਕਾਊਂਟ ਦੇ ਵਿੱਚ। ਹੁਣ ਜਿਹੜਾ ਰਿਸ਼ਤਾ ਹੁੰਦਾ ਹੈ, ਰਿਸ਼ਤੇ ਨੂੰ ਮਜ਼ਬੂਤ ਕਰਨਾ ਪੈਂਦਾ। ਇਹਦਾ ਮਤਲਬ ਜੇਕਰ ਆਪਾਂ ਰਿਸ਼ਤੇ ਨੂੰ ਮਜ਼ਬੂਤ ਨਹੀਂ ਕਰਦੇ ਤੇ ਫਿਰ ਕੀ ਹੁੰਦਾ ਕਿ ਫਿਰ ਜਿਹੜਾ ਉਹ ਰਿਸ਼ਤਾ ਜਿਹੜਾ ਹੁੰਦਾ ਕਿ ਜਿੱਦਾਂ ਬੰਦਾ ਮੋਢਿਆਂ ਤੇ ਨਹੀਂ ਟੁੱਟੀ ਫਿਰਦਾ, ਬੰਦਾ ਢੋਣ ਡਿਆ ਵਾ ਕੋਈ ਚੀਜ਼, ਮਜਬੂਰੀ ਆ, ਗਲ 'ਚ ਪਿਆ ਢੋਲ ਤੇ ਵਜਾਉਣ ਵਾਲੀ ਗੱਲ ਆ। ਤੇ ਹੁਣ ਅਗਲੇ ਬੰਨੇ ਹੱਲ ਕੀ ਆ? ਇਸ ਚੀਜ਼ ਨੂੰ ਆਪਾਂ ਹੱਲ ਕਿੱਦਾਂ ਕਰਨਾ ਹੈ? ਹੱਲ ਕਰਨ ਦਾ ਵੀ ਤਰੀਕਾ ਹੈਗਾ, ਉਹ ਵੀ ਥੋੜਾ ਜਿਹਾ ਵਿਚਾਰ ਕਰਨੀ ਚਾਹੀਦੀ ਹੈ। ਹੁਣ ਸਾਨੂੰ ਸਭ ਤੋਂ ਪਹਿਲੀ ਗੱਲ ਤੇ ਇਹ ਆ, ਜਿੱਦਾਂ ਮਤਲਬ ਮੈਂ ਮਹਿਸੂਸ ਕਰਦਾ, ਕਈਆਂ ਦੇ ਫੋਨ ਆਉਂਦੇ ਆ, ਕਹਿੰਦੇ ਕਿ ਭਾਜੀ ਸਾਡਾ ਘਰ ਦਾ ਠੀਕ ਨਹੀਂ ਆ, ਉਹ ਮਤਲਬ ਕੰਪਲੇਂਟ ਹੁੰਦੀ ਆਮ ਖਾਸ ਕਰਕੇ ਲੋਕਾਂ ਦੀ। ਹੁਣ ਸਭ ਤੋਂ ਪਹਿਲੀ ਜਿਹੜੀ ਮੇਨ ਵਿਚਾਰ ਵਾਲੀ ਕਰਨ ਵਾਲੀ ਗੱਲ ਹੈ ਉਹ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਰਿਸ਼ਤਾ ਨੂੰ ਬਚਾਇਆ ਜਾਵੇ। ਪਹਿਲਾਂ ਤਾਂ ਇਹ ਸੋਚੀਏ ਨਾ ਕਿਸ ਨੂੰ ਬਚਾਉਣਾ ਆਪਾਂ, ਕਿਉਂਕਿ ਇੱਕ ਬੰਦਾ ਤੇ ਦੂਰ ਉੱਡਿਆ ਜਾ ਰਿਹਾ, ਸਾਡੇ ਤੋਂ ਦੂਰ ਜਾ ਰਿਹਾ। ਇਹ ਨਹੀਂ ਹੁੰਦਾ ਕਿ ਸਰੀਰਕ ਤੌਰ ਤੇ ਬੰਦੇ ਦੀ ਦੂਰੀ ਹੁੰਦੀ ਹੈ, ਮਾਨਸਿਕ ਤੌਰ ਤੇ ਵੀ ਆਪਾਂ ਇੱਕ ਦੂਜੇ ਤੋਂ ਦੂਰ ਚੱਲ ਜਾਂਦੇ। ਇਹ ਨਹੀਂ ਕਿ ਆਪਾਂ ਇੱਕੋ ਘਰ 'ਚ ਹੀ ਬੈਠੇ ਹਾਂ ਤੇ ਆਪਾਂ ਸੈਪਰੇਟ ਹੋ ਜਾਵਾਂਗੇ, ਉਹ ਇੱਕ ਗੱਲ ਵੱਖਰੀ ਹੈ। ਆਪਾਂ ਭਾਵੇਂ ਇੱਕੋ ਘਰ 'ਚ ਹੀ ਰਹਿੰਦੇ ਹਾਂ, ਇਹਦੇ ਬਾਵਜੂਦ ਵੀ ਮਾਨਸਿਕ ਤੌਰ ਤੇ ਇੱਕ ਬੰਦਾ ਇੱਕ ਔਰਤ ਤੋਂ, ਇੱਕ ਔਰਤ ਇੱਕ ਬੰਦੇ ਤੋਂ ਬਹੁਤ ਦੂਰ ਚੱਲ ਜਾਂਦੀ ਹੈ। ਇਸ ਨੂੰ ਸਭ ਤੋਂ ਪਹਿਲੀ ਗੱਲ ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਪਊਗੀ ਇਹਨੂੰ ਬਚਾਉਣ ਦੀ। ਹੁਣ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਜਦੋਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਰਿਸ਼ਤਾ ਬਚਾਉਣਾ ਹੈ, ਔਰ ਪਹਿਲੀ ਰਿਕੁਆਇਰਮੈਂਟ ਆਪਾਂ ਕੀ ਰੱਖਦੇ ਹਾਂ ਕਿ ਆਪਣਾ ਜਿਹੜਾ ਪਾਰਟਨਰ ਹੈ ਉਹ ਬਦਲੇ, ਉਹ ਆਪਣਾ ਸੁਭਾਅ ਦਾ ਤਿਆਗ ਕਰੇ। ਮਤਲਬ ਕਹਿਣ ਤੋਂ ਭਾਵ ਆ ਉਹ ਖੁਦ ਨਹੀਂ ਬਦਲਣਾ ਚਾਹੁੰਦਾ, ਦੂਜਾ ਬਦਲੇ, ਦੂਜਾ ਹਰ ਚੀਜ਼ ਆਪਣੀ ਛੱਡੇ। ਮੈਂ ਨਹੀਂ ਬਦਲਾਂਗਾ ਕਿਉਂਕਿ ਉਹ ਸੋਚਦਾ ਕਿ ਮੈਂ ਬਿਲਕੁਲ ਠੀਕ ਹਾਂ।
ਜਦ ਕਿ ਦੇਖੋ ਸੱਜਾ ਧੋਵੇ ਖੱਬੇ ਨੂੰ ਤੇ ਖੱਬਾ ਧੋਵੇ ਸੱਜੇ ਨੂੰ। ਜਦ ਤੱਕ ਆਪਾਂ ਦੂਜੇ ਦੀ ਇੱਕ ਦੂਜੇ ਨੂੰ ਕੇਅਰ ਹੀ ਨਹੀਂ ਕਰਾਂਗੇ ਤੇ ਅਗਲੇ ਨੇ ਕਿੱਥੋਂ ਕਰਨਾ ਵਾ। ਹੁਣ ਜਦੋਂ ਇੱਕ ਹੱਥ ਏਦਾਂ ਹਿੱਲਣ ਹੀ ਨਹੀਂ ਦੇ ਦੂਜਾ ਜਦ ਤੱਕ ਉਹਨੂੰ ਸਪੋਰਟ ਨਹੀਂ ਕਰੂਗਾ। ਇਸ ਲਈ ਦੋਨੋਂ ਤਰਫੋਂ ਹੀ ਆਪਾਂ ਰਲ ਮਿਲ ਕੇ ਜਦੋਂ ਇੱਕ ਸਾਈਡ ਤੇ ਕੋਸ਼ਿਸ਼ ਕਰਦਾ ਹੈ ਤੇ ਨੈਚੁਰਲੀ ਦੂਜੀ ਸਾਈਡ ਤੇ ਵੀ ਰਿਸਪੌਂਸ ਵਧੀਆ ਆਉਂਦਾ ਹੈ। ਪਰ ਇੱਕ ਨੂੰ ਪਹਿਲਾਂ ਸਟਾਰਟਿੰਗ ਕਰਨੀ ਪੈਣੀ ਹੈ। ਹੁਣ ਅਗਲੇ ਬੰਨੇ ਆਪਾਂ ਚੱਲਦੇ ਹਾਂ। ਅਸੀਂ ਇਹ ਸੋਚਦੇ ਹਾਂ ਕਿ ਸਾਡੇ ਪਾਰਟਨਰ ਦੇ ਵਿੱਚ ਨਾ ਬਹੁਤ ਸਾਰੀਆਂ ਗਲਤੀਆਂ ਨੇ, ਬਹੁਤ ਸਾਰੀਆਂ ਤਰੁੱਚੀਆਂ ਨੇ। ਅਸੀਂ ਸੋਚਦੇ ਹਾਂ ਕਿ ਇਹ 'ਚ ਕਮੀਆਂ ਬਹੁਤ ਹੈਗੀਆਂ। ਜਦ ਕਿ ਦੇਖੋ ਸਾਨੂੰ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰਨਾ ਚਾਹੀਦਾ ਕਿ ਸਾਡੇ 'ਚ ਵੀ ਕਈ ਕਮੀਆਂ ਹੈਗੀਆਂ ਔਰ ਕਮੀਆਂ ਸਾਨੂੰ ਪਤਾ ਹੈ। ਹੁਣ ਜੇਕਰ ਯਕੀਨ ਨਹੀਂ ਹੁੰਦਾ, ਤੁਸੀਂ ਆਪਣੇ ਲਾਈਫ ਪਾਰਟਨਰ ਵਾਲੀ ਜਗ੍ਹਾ ਤੇ ਤੁਸੀਂ ਆਪਣੇ ਆਪ ਨੂੰ ਲੈ ਕੇ ਜਾਓ ਔਰ ਉਹਨੂੰ ਤੁਸੀਂ ਆਪਣੀ ਜਗ੍ਹਾ ਤੇ ਲੈ ਕੇ ਆਓ। ਹੁਣ ਤੁਸੀਂ ਦੇਖੋ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਵਫਾਦਾਰ ਜੋ, ਤੁਸੀਂ ਇਮਾਨਦਾਰ ਜੋ, ਤੁਸੀਂ ਸੱਚੀ ਉਸ ਦੇ ਪਿਆਰ ਦੇ ਹੱਕਦਾਰ ਜੋ ਕਿ ਤੁਸੀਂ ਉਹ ਕਰ ਰਹੇ ਜੋ ਇੱਕ ਪਤਨੀ ਨੂੰ ਜਾਂ ਇੱਕ ਪਤੀ ਨੂੰ ਕਰਨਾ ਚਾਹੀਦਾ ਦੋਨੋਂ ਦੇ ਲਈ। ਇਹ ਡਿਊਟੀਆਂ ਸਾਨੂੰ ਆਪਣੀਆਂ ਵੇਖਣੀਆਂ ਚਾਹੀਦੀਆਂ ਨੇ। ਜੇਕਰ ਆਪਾਂ ਵੇਖਦੇ ਨਹੀਂ ਹਾਂ ਤਾਂ ਜੀਵਨ 'ਚ ਮਿਠਾਸ ਨਹੀਂ ਆ ਸਕਦੀ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਰਾ ਕੁਝ ਸਾਡਾ ਜੀਵਨ ਸਾਥੀ ਹੀ ਕਰੇ, ਅਸੀਂ ਕੁਛ ਨਾ ਕਰੀਏ। ਇੱਕ ਸੈਕਿੰਡ ਹੋਰ। ਹੁਣ ਜਦੋਂ ਆਪਾਂ ਆਪਣੀ ਡਿਊਟੀ ਨਿਭਾਉਂਦੇ ਹਾਂ, ਆਪਾਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਆਪਣਾ ਪੂਰਾ ਫਰਜ਼ ਨਿਭਾਉਂਦੇ ਹਾਂ। ਆਪਾਂ ਇੱਕ ਰਿਸ਼ਤੇ ਨੂੰ ਹੋਰ ਚੁੱਕਣਾ ਚਾਹੁੰਦੇ ਹਾਂ, ਆਪਾਂ ਉਹਦੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਬਾਉਂਡ ਸਾਡਾ ਵਧੇ ਔਰ ਅਸੀਂ ਉਹਦੀ ਕੀਮਤ ਸ਼ੋਅ ਕਰਦੇ ਹਾਂ ਕਿ ਬਈ ਤੁਸੀਂ ਸਾਡੇ ਜੀਵਨ 'ਚ ਬੜੇ ਮਹੱਤਵਪੂਰਨ ਜੋ। ਮਤਲਬ ਦੇਖੋ ਪਤਾ ਕੀ ਹੁੰਦਾ ਵਾ ਕਿ ਅਗਲੇ ਨੂੰ ਦੱਸਣਾ ਪੈਣਾ ਕਿ ਬਈ ਮੇਰੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਮਹੱਤਵਪੂਰਨ ਤੇਰਾ ਹੈਗਾ ਵਾ ਕਿਰਦਾਰ ਆ ਔਰ ਮੇਰੀ ਜ਼ਿੰਦਗੀ ਦੇ ਵਿੱਚ ਤੁਹਾਡੀ ਬਹੁਤ ਇੰਪੋਰਟੈਂਸ ਹੈ ਔਰ ਉਹਦੇ ਕਰਕੇ ਮੇਰਾ ਜ਼ਿੰਦਗੀ ਜਿਹੜੀ ਆ ਕਾਫੀ ਸੁਥਰੀ ਹੋਈ ਹੈ। ਚਾਹੇ ਔਰਤ ਹੈ ਚਾਹੇ ਮਰਦ ਹੈ, ਦੇ ਹੈਵ ਟੂ ਐਪਰੀਸ਼ੀਏਟ। ਇਹ ਨਹੀਂ ਹੋ ਸਕਦਾ ਕਿ ਤੁਸੀਂ ਰੋਟੀ ਪਾਣੀ ਖਾਣ ਦੀ ਨਹੀਂ ਗੱਲ ਹੁੰਦੀ, ਕੱਪੜੇ ਲੱਤੇ ਦੀ ਨਹੀਂ ਗੱਲ ਹੁੰਦੀ, ਬੰਦੇ ਨੂੰ ਵਰਬਲ ਵੀ ਤੌਰ ਤੇ ਬੰਦੇ ਨੂੰ ਕਹਿਣਾ ਪੈਂਦਾ ਵਾ ਕਿ ਬਈ ਤੇਰਾ ਜ਼ਿੰਦਗੀ 'ਚ ਮੇਰਾ ਆਉਣਾ ਕਾਫੀ ਵਧੀਆ ਹੈ ਔਰ ਮੇਰੀ ਜ਼ਿੰਦਗੀ ਅੱਗੇ ਨੂੰ ਚੰਗੀ ਹੋਈ ਆ। ਉਹ ਡਜ਼ਨਟ ਮੈਟਰ, ਹਰ ਕੇ ਬੰਦੇ 'ਚ ਕਮੀਆਂ ਵੀ ਹੁੰਦੀਆਂ ਵਾ, ਕੁਝ ਚੰਗਿਆਈਆਂ ਵੀ ਹੁੰਦੀਆਂ ਵਾ ਔਰ ਉਹ ਜਿਹੜੀ ਚੀਜ਼ ਚੰਗੀ ਹੈਗੀ ਆ ਉਹਦੀ ਉਸ ਚੀਜ਼ ਦੀ ਐਪਰੀਸ਼ੀਏਸ਼ਨ ਬਹੁਤ ਜ਼ਰੂਰੀ ਹੈ। ਤੇ ਜੇਕਰ ਆਪਾਂ ਆਪਣੇ ਜੀਵਨ ਸਾਥੀ ਦੇ ਪ੍ਰਤੀ ਆਪਾਂ ਏਦਾਂ ਦਾ ਵਿਵਹਾਰ ਨਹੀਂ ਕਰਦੇ, ਉਹਦੇ ਨਾਲ ਕੀ ਹੁੰਦਾ ਕਿ ਅਗਲੇ ਨੂੰ ਪਤਾ ਨਹੀਂ ਲੱਗਦਾ। ਅਗਲਾ ਤੇ ਸੋਚਦਾ ਕਿ ਇਹ ਬੰਦੇ ਨੂੰ ਭਾਵੇਂ ਚੰਗਾ ਕਰੋ ਮਾੜਾ ਕਰੋ, ਇਹਨੇ ਕਿਹੜੀ ਕਦਰ ਕੀਤੀ ਹੈ। ਹੁਣ ਇੱਕ ਨੋਰਮਲ ਹੀ ਗੱਲ ਹੈ, ਘਰੇ ਰੋਟੀ ਪਾਣੀ ਬਣਦਾ ਹੈ, ਆਪਾਂ ਜੇ ਉਹਨਾਂ ਨੂੰ ਐਪਰੀਸ਼ੀਏਟ ਹੀ ਕਰਦੇ ਹਾਂ ਕਿ ਅੱਜ ਇੱਕ ਸਬਜ਼ੀ ਬਹੁਤ ਵਧੀਆ ਬਣਾਈ ਹੈ, ਰੋਟੀ ਬਹੁਤ ਵਧੀਆ ਬਣਾਈ ਹੈ, ਤੇ ਅਗਲੇ ਦਾ ਮਨ ਖੁਸ਼ ਹੋ ਜਾਂਦਾ ਤੇ ਅਗਲਾ ਚਾਅ ਨਾਲ ਹੋਰ ਕੰਮ ਕਰਦਾ ਹੈ। ਚਾਹੇ ਕੰਮ ਹੀ ਘਰ ਦੀ ਸਫਾਈ ਕੀਤੀ ਆ, ਆਪਾਂ ਉਹ ਵੀ ਕਹਿ ਸਕਦੇ ਹਾਂ ਕਿ ਘਰ ਬਹੁਤ ਵਧੀਆ ਸਾਫ਼ ਹੈ, ਅੱਜ ਤੁਹਾਡੀ ਡਰੈਸ ਬੜੀ ਵਧੀਆ ਲੱਗ ਰਹੀ ਹੈ। ਸੋ ਕੋਸ਼ਿਸ਼ ਕਰਿਆ ਕਰੋ ਆਪਣੇ ਜਿਹੜਾ ਜੀਵਨ ਸਾਥੀ ਹੈਗਾ ਵਾ ਉਹਦੀਆਂ ਚੰਗੀਆਂ ਗੱਲਾਂ ਨੂੰ ਐਪਰੀਸ਼ੀਏਟ ਕਰਿਆ ਕਰੋ ਤਾਂ ਜੋ ਜੀਵਨ 'ਚ ਮਿਠਾਸ ਬਣੀ ਰਹੇ। ਜੇਕਰ ਆਪਾਂ ਐਪਰੀਸ਼ੀਏਟ ਨਹੀਂ ਕਰਦੇ ਤੇ ਅਗਲਾ 2-4 ਸਾਲ 'ਚ ਠੰਡਾ ਹੋ ਜਾਣਾ, ਉਹਨੇ ਕਹਿੰਦੇ ਰਿਸਪੌਂਸ ਨਹੀਂ ਆਉਂਦਾ। ਹੁਣ ਜਦ ਤੱਕ ਰਿਸਪੌਂਸ ਹੀ ਨਹੀਂ ਆਊਗਾ ਅਗਲੇ ਬੰਨਿਓ ਤੇ ਹੌਲੀ ਹੌਲੀ ਉਹਨੇ ਕਰਨਾ ਬੰਦ ਕਰ ਦੇਣਾ, ਉਹਨੇ ਡਲ ਹੋ ਜਾਣਾ। ਤੋ ਇਹ ਦੋਨੋਂ ਤਰਫੋਂ ਜ਼ਰੂਰਤ ਹੁੰਦੀ ਹੈ। ਠੀਕ ਹੈ ਨੀ ਜੈ ਸਾਹਿਬ? ਠੀਕ ਹੈ ਜੀ। ਅੱਜ ਦੀ ਇੱਥੇ ਵਿਚਾਰ ਆਪਣੀ ਨਹੀਂ ਕਰਦੇ ਤੇ ਫਿਰ ਉਹ ਲੋੜਪੂ ਤੇ ਅੱਗੇ ਕਰ ਲਾਂਗੇ। ਠੀਕ ਹੈ ਜੀ। ਇਸ ਕਥਾ ਸ਼ੁਰੂ ਕਰ। ਸ਼ਲੋਕ ਮਹੱਲਾ ਪਹਿਲਾ। ਗਿਆਨ ਵਿਹੂਣਾ ਗਾਵੇ ਗੀਤ। ਕਹਿੰਦੇ ਗਿਆਨ ਨਹੀਂ ਹੈਗਾ, ਗਿਆਨ ਲੈਣਾ ਹੀ ਚਾਹੁੰਦਾ ਵੀ ਇਹ ਜਿਹੜੇ ਹੈਗੇ ਗੀਤ ਜਿਹੜੇ ਹੈਗੇ ਆ, ਇਹ ਸ਼ਬਦ ਜਿਹੜੇ ਹੈਗੇ ਆ, ਇਹ ਕੀ ਕਹਿ ਰਹੇ ਆ। ਇਹ ਬ੍ਰਹਮ ਗਿਆਨ ਜਿਹੜਾ ਹੈਗਾ, ਜਿਹੜਾ ਪਰਮਾਤਮਾ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲਓ, ਇਹ ਗਿਆਨ ਕੀ ਕਹਿ ਰਿਹਾ ਹੈ। ਮਹਾਰਾਜ ਕਹਿੰਦੇ ਗਿਆਨ ਤਾਂ ਲੈ ਹੀ ਨਹੀਂ ਰਿਹਾ, ਬਸ ਉਹਨਾਂ ਨੂੰ ਗਾਈ ਜਾ ਰਿਹਾ, ਗਾਈ ਜਾ ਰਿਹਾ, ਗਾਈ ਜਾ ਰਿਹਾ। ਗਿਆਨ ਵਿਹੂਣਾ ਗਾਵੇ ਗੀਤ, ਭੁੱਖੇ ਮੁੱਲਾ ਕਰੇ ਮਸੀਤ। ਇਹ ਪਹਿਲੀ ਕੈਟੇਗਰੀ ਹੋਈ। ਹੁਣ ਆ ਦੂਜੀ ਕੈਟੇਗਰੀ ਆ ਗਈ ਆ। ਦੂਜੀ ਕੈਟੇਗਰੀ ਆ ਗਈ ਹੈ ਜਿਹੜੇ ਹੈ ਪ੍ਰਚਾਰਕ ਹੈਗੇ ਆ, ਮੁੱਲਾ ਹੈਗੇ ਆ। ਉਹਨਾਂ ਦਾ ਕੰਮ ਕੀ ਹੈਗਾ? ਕਹਿੰਦੇ ਉਹ ਬਸ ਉਹ ਜਿਹੜੇ ਹੈਗੇ ਗਿਆਨ ਨੂੰ ਜਿਹੜੇ ਹੈਗੇ ਵੇਚ ਰਹੇ ਆ। ਭੁੱਖੇ ਮੁੱਲਾ ਘਰੇ ਮਸੀਤ, ਮਸੀਤ ਨੂੰ ਆਪਣਾ ਘਰ ਹੀ ਬਣਾਇਆ ਹੋਇਆ ਉਹਨਾਂ ਨੇ।
ਉਹ ਜਿਹੜੇ ਹੈਗੇ ਗਿਆਨ ਨੂੰ ਜਿਹੜਾ ਹੈਗਾ ਆਪਣੇ ਘਰ ਗ੍ਰਸਤੀ ਵਾਸਤੇ ਜਿਹੜਾ ਹੈਗਾ ਆਪਣੀ ਪੈਸੇ ਦੇ ਵਾਸਤੇ ਜਿਹੜਾ ਹੈਗਾ ਉਹ ਗਿਆਨ ਨੂੰ ਖਾਲੀ ਇੱਥੇ ਤੱਕ ਹੀ ਸੀਮਿਤ ਰੱਖਿਆ ਹੋਇਆ ਉਹਨਾਂ ਨੇ। ਭੁੱਖੇ ਆਪ ਭੁੱਖੇ ਦੇ ਭੁੱਖੇ ਹੈਗੇ ਆ, ਭੁੱਖੇ ਮੁੱਲਾਂ ਘਰੇ ਮਸੀਤ। ਤੀਸਰੀ ਕੈਟੇਗਰੀ ਮਖੱਟੂ ਹੋਏ ਕੇ ਕੰਨ ਪੜਾਏ। ਕਹਿੰਦੇ ਮਖੱਟੂ ਜਿਹੜੇ ਹੈਗੇ ਕਹਿੰਦੇ ਨਹੀਂ ਕੁਛ ਕਰਦੇ, ਇਹ ਜਿਹੜੇ ਜੋਗੀ ਹੋ ਜਾਂਦੇ ਆ, ਜਿਹੜੇ ਸਾਧੂ ਹੋ ਜਾਂਦੇ ਆ, ਜਿਹੜੇ ਆਪ ਜਿਹੜੇ ਹੈਗੇ ਮਿਹਨਤ ਜਿਹੜੀ ਹੈਗੀ ਕਮਾਈ ਨਹੀਂ ਕਰਦੇ, ਕਿਉਂਕਿ ਮਾਲਕ ਨੇ ਤਾਂ ਢਿੱਡ ਲਾਇਆ, ਹਰੇਕ ਨੂੰ ਢਿੱਡ ਲਾਇਆ ਤੇ ਕੰਮ ਤਾਂ ਕਰਨਾ ਪਊਗਾ ਆਪਾਂ ਨੂੰ। ਮਖੱਟੂ ਹੋਏ ਕੇ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ। ਕਹਿੰਦੇ ਫਕੀਰੀ ਕਰ ਰਿਹਾ ਆ, ਸੰਨਿਆਸੀ ਹੋ ਗਿਆ ਆ, ਆਪਣੀ ਜਿਹੜੀ ਜਾਤ ਸੀਗੀ ਉਹਨੂੰ ਵੀ ਧੱਬਾ ਲਾ ਲਿਆ, ਲੈ ਵੀ ਆ ਮੰਗਤਾ ਫਿਰ ਰਿਹਾ ਹੈ। ਹਾਂਜੀ ਗੋਰਖ ਜੀ। ਹਾਂਜੀ ਨਿਜਰ ਸਾਹਿਬ ਠੀਕ ਹੈ ਜੀ। ਆ ਪਹਿਲਾਂ ਕਹਿੰਦੇ ਗਿਆਨ ਵਿਹੂਣਾ ਗਾਵੇ ਗੀਤ। ਹਾਂ ਕਹਿੰਦੇ ਗਿਆਨ ਤੇ ਹੈਗਾ ਹੀ ਨਹੀਂ ਆ ਬਸ। ਤੇ ਹੁਣ ਗਿਆਨ ਤੋਂ ਬਿਨਾਂ ਜਦੋਂ ਕੋਈ ਚੀਜ਼ ਦਾ ਗਿਆਨ ਹੀ ਨਾ ਹੋਵੇ ਤੇ ਉਹ ਤੋਂ ਬਾਅਦ ਭਾਵੇਂ ਤੁਸੀਂ ਕੁਛ ਵੀ ਕਰ ਲਓਗੇ ਤੇ ਉਹਦਾ ਕੀ ਫਾਇਦਾ। ਹੁਣ ਗਿਆਨ ਹੁਣ ਬਾਣੀ ਚ ਵੇਖੋ ਆਪਾਂ ਨੂੰ ਜਿਹੜੀ ਕੱਲ ਦੀ ਬਾਣੀ ਆ, ਪਰਸੋਂ ਵੀ ਆਇਆ ਵਾ ਕਿ ਜੇ ਤੂੰ ਜਾਪ ਵੀ ਕਰਨਾ ਹੈ ਤੇ ਬੁੱਧੀ ਨਾਲ ਕਰਨਾ ਹੈ। ਹੁਣ ਤੇ ਕੋਈ ਗਿਆਨ ਹੀ ਨਹੀਂ ਹੈਗਾ, ਔਰ ਤੂੰ ਗਿਆਨ ਤੋਂ ਬਗੈਰ ਹੀ ਤੈਨੂੰ ਆਤਮਿਕ ਜੀਵਨ ਦੇ ਬਾਰੇ ਪਤਾ ਹੀ ਕੁਛ ਨਹੀਂ ਆ, ਤੇ ਤੂੰ ਗੀਤ ਗਾਏਂਗਾ ਤੇ ਉਹ ਗੀਤਾਂ ਦੇ ਨਾਲ ਤੈਨੂੰ ਕੀ ਪ੍ਰਾਪਤ ਹੋਏਗਾ। ਬੇਸ਼ੱਕ ਤੂੰ ਸੁਰ ਚ ਗਾ ਰਿਹਾ ਜਾਂ ਬੜੇ ਵਧੀਆ ਕੁਛ ਵੀ ਗਾ ਰਿਹਾ, ਗੀਤ ਦਾ ਮਤਲਬ ਕਿ ਕੋਈ ਵੀ ਭਜਨ ਕਰ ਰਿਹਾ, ਪਰ ਤੈਨੂੰ ਗਿਆਨ ਹੀ ਨਹੀਂ ਹੈਗਾ। ਜਾਂ ਤੂੰ ਗਿਆਨ ਗੀਤ ਦੀ ਗੱਲ ਕਰ ਲਓ ਜਾਂ ਬੋਲ ਰਿਹਾ, ਅਗਰ ਕੁਛ ਵੀ ਤੂੰ ਕਰ ਰਿਹਾ ਧਾਰਮਿਕ ਕਰਮ ਕਾਂਡ, ਪਰ ਜੇ ਤੈਨੂੰ ਗਿਆਨ ਹੀ ਨਹੀਂ ਹੈਗਾ ਤਾਂ ਤੂੰ ਉਹ ਕੀ ਕਰੇਗਾ, ਤੇਰਾ ਉਹਦੇ ਨਾਲ ਤੈਨੂੰ ਪ੍ਰਾਪਤ ਕੀ ਹੋਊਗਾ। ਠੀਕ ਹੈ ਨਿੱਜਰ ਸਾਹਿਬ। ਬਿਲਕੁਲ। ਆਪਾਂ ਦੇਖ ਲਓ ਨਿਤਨੇਮ ਜਿਹੜਾ ਰੈਗੂਲਰ ਕਰ ਰਹੇ ਨਿਤਨੇਮ, ਔਰ ਨਿਤਨੇਮ ਨੂੰ ਕੋਈ ਵੀ ਵਿਚਾਰਦਾ ਨਹੀਂ ਹੈਗਾ, ਬਸ ਆਹ ਗੱਲ ਹੈਗੀ ਕਰ ਬਸ ਠੀਕ ਹੈ ਕੋਈ ਵੀ। ਹਾਂਜੀ ਹਾਂਜੀ ਬਿਲਕੁਲ ਸਹੀ ਆ ਕਿ ਨਿਤਨੇਮ ਵੀ ਕਰੀ ਜਾ ਰਹੇ ਆ। ਨਿਤਨੇਮ ਵੀ ਕਰਨ ਦੇ ਨਾਲ ਕੀ ਹੋਊਗਾ ਦੱਸੋ ਮੈਨੂੰ, ਕੀ ਹੋਊਗਾ। ਉਹ ਤੇ ਤੁਹਾਡੀ ਇੱਕ ਮੇਰੇ ਹਿਸਾਬ ਨਾਲ ਨਿੱਜਰ ਸਾਹਿਬ ਉਹ ਨਸ਼ਾ ਕਰਨ ਵਾਲੀ ਹਿਸਾਬ ਹੀ ਆ। ਨਸ਼ਾ ਤੈਨੂੰ ਬੰਦੇ ਨੂੰ ਲੱਗ ਜਾਂਦਾ। ਹੁਣ ਜਿੱਦਾਂ ਬੰਦੇ ਨੇ ਇੱਕ ਸ਼ਰਾਬ ਦੀ ਬੋਤਲ ਪੀਣੀ ਆ, ਸਿਗਰਟ ਪੀਣੀ ਆ, ਤੇ ਉਹਨੂੰ ਸ਼ਰਾਬ ਨਹੀਂ ਮਿਲੀ ਤੇ ਉਹ ਕਹੂਗਾ ਲਿਆਓ ਸ਼ਰਾਬ ਦੀ ਬੋਤਲ ਲਿਆਓ। ਏਦਾਂ ਹੀ ਲੋਕਾਂ ਨੂੰ ਨਸ਼ੇ ਦੀ ਵੀ ਲੱਤ ਲੱਗ ਜਾਂਦੀ ਹੈ, ਇਹਦੀ ਪਾਠ ਦੀ ਵੀ। ਉਹ ਕਹਿਣਗੇ ਜੀ ਅੱਜ ਮੈਂ ਪਾਠ ਨਹੀਂ ਕੀਤਾ, ਪਤਾ ਨਹੀਂ ਦਿਲ ਚ ਘਬਰਾਹਟ ਜੀ ਪੈਂਦੀ ਮੇਰੇ, ਮਤਲਬ ਪਾਠ ਨਹੀਂ ਕੀਤਾ। ਇਹ ਵੀ ਨਿੱਜਰ ਸਾਹਿਬ ਇਹਨੂੰ ਧਾਰਮਿਕ ਐਂਗਜ਼ਾਇਟੀ ਕਹਿੰਦੇ ਆ ਲੋਕ। ਹੈਲੋ ਬਿਲਕੁਲ ਠੀਕ ਹੈ ਜੀ। ਇਹ ਐਕਚੁਅਲੀ ਕੀ ਹੁੰਦਾ ਨਾ, ਦੇਖੋ ਕਈ ਜਿਹੜੇ ਦੇਖ ਲਓ ਸਕੂਟਰ ਦੇ ਪਿੱਛੇ ਬੈਠੀ ਹੋਈ ਹੈ ਬੀਬੀ, ਜਿਹੜੀ ਹੱਥ 'ਚ ਗੁਟਕਾ ਹੈ, ਸੁਖਮਨੀ ਸਾਹਿਬ ਖੋਲਿਆ ਹੈ। ਹਾਂ ਤੇ ਇਹ ਸਾਰੇ ਜਿਹੜੇ ਆਪਾਂ ਨੂੰ ਬਾਣੀ ਉਸੇ ਚੀਜ਼ ਦੇ ਇਸ਼ਾਰਾ ਕਰ ਰਹੀ ਆ ਕਿ ਉਹ ਪੜ੍ਹਨ ਦੇ ਨਾਲ ਕੀ ਹੋਊਗਾ ਦੱਸੋ ਮੈਨੂੰ। ਉਹਦੇ ਵਿੱਚ ਕੀ ਲਿਖਿਆ ਉਹ ਤੇ ਆਪਾਂ ਸਮਝ ਨਹੀਂ ਰਹੇ। ਹਾਂ ਹੈ ਉਹ ਗੱਲ ਇੱਥੇ ਇਹ ਨਹੀਂ ਗੀਤ ਦੀ ਨਹੀਂ ਗੱਲ ਕੀਤੀ, ਇੱਥੇ ਗੱਲ ਕੀਤੀ ਹੈ ਕਿ ਜੇ ਤੈਨੂੰ ਗਿਆਨ ਨਹੀਂ ਹੈਗਾ, ਤੈਨੂੰ ਪਤਾ ਬਾਣੀ ਕੀ ਕਹਿ ਰਹੀ ਹੈ। ਆ ਬਾਣੀ ਵੇਖੋ ਕੀ ਕਹਿ ਰਹੀ ਹੈ ਆਪਾਂ ਨੂੰ। ਬਾਣੀ ਤੇ ਕਹਿੰਦੀ ਆ ਕਿ ਤੂੰ ਬੁੱਧੀ ਤੋਂ ਬਿਨਾਂ ਜਿਹੜਾ ਵਾ ਇਸ਼ਨਾਨ ਮਤਲਬ ਕੋਈ ਕਾਰਜ ਨਹੀਂ ਕਰਨਾ, ਨਾ ਤੂੰ ਦਾਨ ਕਰਨਾ, ਨਾ ਤੂੰ ਧਿਆਨ ਕਰਨਾ, ਨਾ ਤੂੰ ਸਿਮਰਨ ਕਰਨਾ, ਨਾ ਤੂੰ ਕੁਛ ਵੀ ਨਹੀਂ ਕਰਨਾ। ਤੂੰ ਪਹਿਲਾਂ ਗਿਆਨ ਪ੍ਰਾਪਤ ਕਰ। ਤੈਨੂੰ ਗਿਆਨ ਤੇ ਹੈਗਾ ਨਹੀਂ, ਤੈਨੂੰ ਪ੍ਰਾਪਤੀ ਕੀ ਦੱਸੋ ਮੈਨੂੰ। ਆਪਾਂ ਇੱਕ ਚੀਜ਼ ਨੂੰ ਹੁਣ ਇੱਕ ਮਤਲਬ ਪਹਾੜਾ ਹੀ ਹੈ ਜਾਂ 100 ਤੱਕ ਗਿਣਤੀ ਹੈ। ਹੁਣ 100 ਤੱਕ ਗਿਣਤੀ ਹੈ, ਮੈਂ 1000 ਵਾਰੀ ਕਿ ਮੈਂ ਕਰੋੜ ਹੀ ਪੜ੍ਹ ਲਾਂ, ਪਰ ਅਸਲ ਦੇ ਵਿੱਚ ਜਿਹੜੀ ਗਿਣਤੀ ਕਿਸ ਲਈ ਆ ਉਹ ਕੈਲਕੂਲੇਸ਼ਨ ਵਾਸਤੇ ਹੈ ਨਿੱਜਰ ਸਾਹਿਬ। ਬਿਲਕੁਲ ਠੀਕ ਹੈ। ਉਹ ਚੀਜ਼ ਤੋਂ ਮੈਂ ਫਾਇਦਾ ਇਹ ਹੋਣਾ ਵਾ ਕਿ ਕੱਲ ਨੂੰ ਜੇ ਮੰਨ ਲਓ ਕਿ ਮੇਰਾ ਕੋਈ ਕਾਰੋਬਾਰ ਆ ਤੇ ਮੈਂ ਉਹ ਬਿਜ਼ਨਸ ਦੇ ਲਈ, ਮੇਰੀ ਕੈਲਕੂਲੇਸ਼ਨ ਦੇ ਲਈ, ਅਕਾਊਂਟਿੰਗ ਦੇ ਲਈ ਮੇਰੇ ਕੰਮ ਆਉਣੀ ਹੈ। ਜੇ ਹੁਣ ਉਹ ਚੀਜ਼ ਨੂੰ ਮੈਂ ਪੜ੍ਹਦਾ ਹੀ ਪਿਆ ਤੇ ਪੜ੍ਹਨ ਦੇ ਨਾਲ ਮੈਨੂੰ ਕੀ ਹੋਊਗਾ ਦੱਸੋ ਮੈਨੂੰ, ਕੀ ਪ੍ਰਾਪਤ ਹੋਊਗਾ ਨਿੱਜਰ ਸਾਹਿਬ। ਬਿਲਕੁਲ ਠੀਕ ਹੈ ਜੀ। ਭਾਵੇਂ ਮੈਂ ਕਿ ਕਰੋੜ ਕੀ 100 ਸਾਲ ਕੀ 1000 ਸਾਲ ਪੜ੍ਹਦਾ ਰਹਾਂ, ਜਦ ਤੱਕ ਮੈਨੂੰ ਪਤਾ ਹੀ ਨਹੀਂ ਹੈ ਕਿ ਉਹਦੀ ਮੇਰੀ ਜਿਹੜੀ ਮੈਂ 1 ਤੋਂ ਲੈ ਕੇ 100 ਤੱਕ ਗਿਣਤੀ ਸਿੱਖੀ ਆ, ਉਹਦਾ ਮਕਸਦ ਹੈਗਾ ਵਾ ਕਿ ਕੈਲਕੂਲੇਸ਼ਨ ਕਰਨੀ ਹੈ। ਇਹ ਵੀ ਜਿਹੜੀ ਬਾਣੀ ਆ, ਬਾਣੀ ਆਪਾਂ ਨੂੰ ਸਮਝਾਉਂਦੀ ਪਈ ਆ, ਔਰ ਜੋ ਸਮਝਾਉਂਦੀ ਆ ਉਹ ਕਰਨ ਵਾਸਤੇ ਕਹਿ ਰਹੀ ਹੈ। ਇੱਕ ਮਾਰਗ ਦਰਸ਼ਨ, ਇੱਕ ਮੈਪ, ਇੱਕ ਨਕਸ਼ਾ ਜੋ ਅਸੀਂ ਕਰਨਾ ਹੈ, ਔਰ ਉਹਦੇ ਬਾਰੇ ਸਾਨੂੰ ਇਸ਼ਾਰਾ ਕਰਦੀ, ਨਾ ਕਿ ਇਹਨੂੰ ਪੜ੍ਹ ਕੇ ਤੇ ਮੁੜ ਕੇ ਇਹਨੂੰ ਕੱਪੜੇ ਚ ਲਪੇਟ ਕੇ ਫਿਰ ਉੱਥੇ ਰੱਖ ਦੇਣਾ। ਇਹ ਸਾਨੂੰ ਸਾਡੇ ਜੀਵਨ ਨੂੰ ਉੱਚਾ ਚੁੱਕਣਾ ਚਾਹੁੰਦੀ ਹੈ ਬਾਣੀ। ਤੇ ਜਦ ਤੱਕ ਆਪਾਂ ਉਹਦੀ ਬਾਣੀ ਦੀ ਗੱਲ ਸੁਣਦੇ ਨਹੀਂ, ਬਾਣੀ ਤੇ ਕਹਿੰਦੀ ਬਾਣੀ ਕਹੇ ਤੇ ਸੇਵਕ ਜਨ ਮਾਣੇ, ਪ੍ਰਤੱਖ ਗੁਰ ਨਿਸਤਾਰੇ। ਹਾਂ ਬਿਲਕੁਲ।
ਉਹ ਤੇ ਕਹਿੰਦੇ ਕਿ ਤੁਹਾਨੂੰ ਗਾਈਡੈਂਸ ਦੇ ਰਹੀ ਆ, ਤੁਸੀਂ ਗਾਈਡੈਂਸ ਮੰਨੋਗੇ ਤੇ ਸਾਹਮਣੇ ਤੁਹਾਡੇ ਗੁਰੂ ਪ੍ਰਗਟ ਹੋ ਜਾਏਗਾ ਪਰਮਾਤਮਾ। ਤੇ ਉਹ ਇਹ ਤੇ ਨਹੀਂ ਕਿਹਾ ਕਿ ਉਹਨਾਂ ਨੇ ਬਾਣੀ ਪੜ੍ਹ ਲੋਗੇ ਤੇ ਤੁਹਾਨੂੰ ਪ੍ਰਤੱਖ ਗੁਰੂ ਪ੍ਰਗਟ ਹੋ ਜਾਊਗਾ ਨੇਜਰ ਸਾਹਿਬ। ਨਾ ਬਿਲਕੁਲ ਨਹੀਂ, ਇਹ ਤਾਂ ਯੂਜ਼ ਕਰਨਾ ਹੈ ਗਿਆਨ ਨੂੰ। ਗਿਆਨ ਲੈ ਲਿਆ ਤੇ ਗਿਆਨ ਤਾਂ ਜਿਹੜਾ ਇੱਕ ਲੈਂਪ ਹੈਗਾ, ਹੁਣ ਲੈਂਪ ਨੇ ਪ੍ਰਕਾਸ਼ਿਤ ਕਰਤਾ, ਰਸਤਾ ਤੁਹਾਨੂੰ ਦੱਸਤਾ ਵੀ ਆਹ ਰਸਤਾ ਹੈ ਜਾਣ ਵਾਲਾ। ਹੁਣ ਤੁਰਾਂਗੇ ਨਹੀਂ ਤਾਂ ਕਿਵੇਂ ਜਾਵਾਂਗੇ? ਗਿਆਨ ਨੂੰ ਕੀ ਹੈ, ਲੈਂਪ ਬਾਲ ਲੈਂਦੇ ਆ ਰੋਜ਼ ਲੈਂਪ ਬਾਲ ਕੇ ਫਿਰ ਉਹਨੂੰ ਬੁਝਾ ਦਿੰਦੇ ਆ, ਬਸ ਇਹੀ ਕੰਮ ਕਰੀ ਜਾ ਰਹੇ, ਤੁਰਦੇ ਹੈ ਨਹੀਂ। ਇੱਕ ਕਹਾਣੀ ਸੁਣਾਉਂਦਾ ਤੁਹਾਨੂੰ ਨਿੱਕੀ ਜੀ, ਇੱਕ ਕਹਾਣੀ ਬੜੀ ਸ਼ਾਨਦਾਰ ਆ। ਏਦਾਂ ਹੀ ਕੋਈ ਭਗਤ ਸੀ ਤੇ ਮਹਾਤਮਾ ਦੇ ਕੋਲ ਬੜਾ ਸੁਣਨ ਜਾਂਦਾ ਹੁੰਦਾ ਸੀ ਪ੍ਰਵਚਨ ਸੁਣੀ ਗਿਆ ਤੇ 3 ਮਹੀਨੇ 4 ਮਹੀਨੇ ਲੰਘ ਗਏ ਤੇ ਉਹ ਇੱਕ ਦਿਨ ਸਾਰੇ ਉੱਠ ਕੇ ਚੱਲ ਗਏ ਤੇ ਉਹ ਇਕੱਲਾ ਬੈਠਾ ਰਿਹਾ ਪੰਡਾਲ 'ਚ। ਤੇ ਮਹਾਤਮਾ ਦੇ ਕੋਲ ਗਏ ਕਿ ਭਗਤਾ ਕੀ ਗੱਲ ਹੋਈ, ਤੂੰ ਨਹੀਂ ਗਿਆ, ਤੇਰਾ ਕੋਈ ਸਵਾਲ ਹੈਗਾ? ਤੇ ਉਹ ਕਹਿੰਦਾ ਹਾਂਜੀ ਮਹਾਤਮਾ ਜੀ 4 ਮਹੀਨੇ ਹੋ ਗਏ ਮੈਂ ਤੁਹਾਡੇ ਪ੍ਰਵਚਨ ਸੁਣੇ ਆ ਤੇ ਮੇਰੇ ਜੀਵਨ 'ਚ ਤੇ ਕੋਈ ਪਰਿਵਰਤਨ ਨਹੀਂ ਆਉਣ ਡਿਆ। ਕਹਿੰਦਾ ਠੀਕ ਹੈ, ਕਹਿੰਦਾ ਸਵਾਲ ਤੇ ਠੀਕ ਹੈ। ਕਹਿੰਦਾ ਕਿੱਥੇ ਰਹਿਣਾ ਤੂੰ? ਕਹਿੰਦਾ ਮੈਂ ਫਲਾਣੇ ਪਿੰਡ ਰਹਿਣਾ। ਅੱਛਾ, ਕਹਿੰਦਾ ਤੂੰ ਉੱਥੇ ਕਿੱਦਾਂ ਜਾਂਦਾ ਪਿੰਡ ਆਪਣੇ? ਕਹਿੰਦਾ ਜੀ ਮੈਂ ਕਿਤੇ ਤੁਰ ਕੇ ਚੱਲ ਜਾਂਦਾ ਵਾ, ਕਿਤੇ ਘੋੜੇ ਤੇ ਚੱਲ ਜਾਂਦਾ ਵਾ, ਕਿਤੇ ਬੈਲ ਗੱਡੀ ਮਿਲ ਜਾਂਦੀ ਉੱਥੇ ਚੱਲ ਜਾਂਦਾ। ਕਹਿੰਦਾ ਠੀਕ ਆ। ਤੇ ਕਹਿੰਦਾ ਕਿ ਤੂੰ ਬਿਨਾਂ ਤੁਰਿਆ ਜਾਂ ਬਿਨਾਂ ਬੈਲ ਗੱਡੀ ਤੇ ਗਿਆ ਜਾਂ ਘੋੜੇ ਤੇ ਗਿਆ, ਕੀ ਤੂੰ ਆਪਣੇ ਘਰ ਚ ਆ ਸਕਦਾ? ਕਹਿੰਦਾ ਨਹੀਂ ਉਹ ਕਿੱਦਾਂ ਮੈਂ ਜਾਵਾਂਗਾ, ਮੈਂ ਤੇ ਘਰ ਤੇ ਮੇਰਾ ਦੂਰ ਆ ਤੇ ਮੈਂ ਤੇ ਇੱਥੇ ਬੈਠਾ ਵਾਂ, ਮੈਨੂੰ ਕੁਛ ਕਰਨਾ ਪਊ ਤੇ ਤਾਂ ਹੀ ਤੇ ਮੈਂ ਜਾਊਂਗਾ ਉੱਥੇ। ਕਹਿੰਦਾ ਉਹ ਤੇਰੀ ਗੱਲ ਆ, ਤੂੰ ਚੰਗੀਆਂ ਗੱਲਾਂ ਤੇ ਕਹਿੰਦਾ 4 ਮਹੀਨੇ ਤੋਂ ਸੁਣਦਾ ਪਿਆ, ਪਰ ਗੱਲਾਂ ਤੇ ਕੇਵਲ ਨਿਰਦੇਸ਼ ਨੇ, ਉਹ ਗੱਲਾਂ ਕੇਵਲ ਜੀਵਨ ਨੂੰ ਚੁੱਕਣ ਵਾਸਤੇ ਇੱਥੇ ਜਿਹੜੀਆਂ ਚੰਗੇ ਵਚਨ ਹੋ ਰਹੇ ਨੇ, ਚੰਗੀਆਂ ਗੱਲਾਂ ਨੇ, ਉਹ ਕੇਵਲ ਤੈਨੂੰ ਐਡਵਾਈਸ ਕੀਤਾ ਜਾ ਰਿਹਾ, ਤੈਨੂੰ ਮੋਟੀਵੇਟ ਕੀਤਾ ਜਾ ਰਿਹਾ। ਬਾਕੀ ਤਾਂ ਜੋ ਤੂੰ ਇੰਸਪਾਇਰ ਹੋ ਜਾਏ, ਤੇਰੇ ਅੰਦਰ ਇੱਕ ਸ਼ਕਤੀ ਜਾਗ ਜੇ ਕਿ ਮੈਂ ਵੀ ਆਤਮ ਗਿਆਨ ਨੂੰ ਪ੍ਰਾਪਤ ਕਰਨਾ ਹੈ ਔਰ ਮੈਂ ਆਪ ਚੱਲਣਾ ਹੈ। ਤੈਨੂੰ ਕੇਵਲ ਮੋਟੀਵੇਟ ਕੀਤਾ ਜਾ ਰਿਹਾ ਕਿ ਜਿੱਦਾਂ ਮਤਲਬ ਗੱਡੀ ਦੇ ਵਿੱਚ ਸੈਲਫ ਮਾਰ ਦਿੱਤੀ ਜਾਵੇ। ਸੰਗਤ ਦਾ ਕੰਮ ਹੈ ਸੈਲਫ ਮਾਰਨਾ। ਨਿਜਰ ਸਾਹਿਬ ਬਿਲਕੁਲ ਠੀਕ ਹੈ ਜੀ। ਗੱਡੀ ਨੂੰ ਜਿੱਦਾਂ ਇੰਜਨ ਕੋਈ ਬੰਦ ਆ, ਕੋਈ 40-50 ਸਾਲ ਤੋਂ ਬੰਦ ਆ, ਤੇ ਬੰਦੇ ਨੂੰ ਫਿਰ ਪਤਾ ਲੱਗਣ ਡਿਆ ਪੈਂਦਾ ਕਿ ਸ਼ਾਇਦ ਇਹ ਬੰਦ ਹੀ ਰਹਿਣਾ, ਮਤਲਬ ਬੰਦ ਹੀ ਰਹਿਣਾ, ਇਹਨੇ ਸਟਾਰਟ ਨਹੀਂ ਹੋਣਾ। ਸੰਗਤ 'ਚ ਜਦੋਂ ਆਪਾਂ ਇੰਜਨ ਲੈ ਕੇ ਆਉਂਦੇ ਆ, ਉਹ ਕੀ ਕਰਦੇ ਆ, ਸੰਗਤ ਆਪਣੀ ਮਤਲਬ ਬਾਣੀ ਦੇ ਹਿਸਾਬ ਨਾਲ ਸੁਣਾ ਕੇ, ਬਾਣੀ ਗੁਰੂ ਗ੍ਰੰਥ ਸਾਹਿਬ ਦੀ ਸੁਣਾ ਕੇ ਤੇ ਕੀ ਕਰਦੇ ਕਿ ਇੰਜਨ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ, ਸੈਲਫ ਮਾਰ ਦਿੰਦੇ ਆ। ਸੈਲਫ ਮਾਰ ਦੀ ਗੱਲ ਖਤਮ ਨਹੀਂ ਹੋ ਗਈ, ਉਸ ਤੋਂ ਬਾਅਦ ਉਸ ਇੰਜਨ ਦਾ ਪ੍ਰਯੋਗ ਕਰਨਾ ਪੈਂਦਾ। ਕਹਿਣ ਤੋਂ ਭਾਵ ਹੈ ਕਿ ਉਹਦੀ ਵਰਤੋਂ ਲਿਆਉਣੀ ਉਹ ਚੀਜ਼ ਦੀ, ਜਿਹੜੀ ਚੀਜ਼ ਸਟਾਰਟ ਹੋਈ ਹੈ। ਤੇ ਜੇ ਬਾਣੀ ਵੀ ਆਪਾਂ ਨੂੰ ਮਾਰਗਦਰਸ਼ਨ ਕਰਦੀ ਹੈ, ਸੈਲਫ ਮਾਰਦੀ ਆ, ਸੈਲਫ ਮਾਰਨ ਦੇ ਨਾਲ ਗੱਲ ਖਤਮ ਨਹੀਂ ਹੁੰਦੀ। ਉਸ ਤੋਂ ਬਾਅਦ ਉਸ ਚੀਜ਼ ਨੂੰ ਆਪਣੇ ਜੀਵਨ 'ਚ ਢਾਲਣਾ ਪੈਂਦਾ। ਜੇਕਰ ਆਪਾਂ ਉਸ ਗਿਆਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਆਪਣੇ ਜੀਵਨ 'ਚ ਇੰਪਲੀਮੈਂਟ ਹੀ ਨਹੀਂ ਕਰਦੇ ਤੇ ਸਾਡਾ ਜੀਵਨ ਉੱਚਾ ਕਿੱਥੋਂ ਹੋ ਸਕਦਾ? ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਅਗਲੀ ਤੁਕ ਹਾਂਜੀ, ਇਹਦੇ ਵਿੱਚ ਨਾ ਮਹਾਰਾਜ ਦੱਸ ਰਹੇ ਆਪਾਂ ਨੂੰ ਬਈ ਆਪਣੇ ਜਿਹੜੇ ਹੈਗੇ ਮਾਲਕ ਨੇ ਢਿੱਡ ਲਾਇਆ ਆ, ਔਰ ਆਪਾਂ ਨੇ ਜਿਹੜਾ ਹੈਗਾ ਸਭ ਤੋਂ ਜਿਹੜਾ ਹੈਗਾ ਵਧੀਆ ਜਿਹੜਾ ਹੈਗਾ ਰਸਤਾ ਹੈਗਾ ਰਾਜਯੋਗ ਹੈਗਾ ਬਈ ਘਰ ਗ੍ਰਸਤੀ ਦੇ ਵਿੱਚ ਰਹਿ ਕੇ ਹੀ ਜਿਹੜਾ ਹੈਗਾ ਇਸ ਮਾਇਆ ਨੂੰ ਜਿਹੜਾ ਹੈਗਾ, ਮਾਇਆ ਦੇ ਅੰਦਰ ਡੁੱਬਣਾ ਨਹੀਂ ਹੈ, ਮਾਇਆ ਦੇ ਉੱਪਰ ਰਹਿਣਾ ਹੈ, ਮਾਇਆ ਨੂੰ ਯੂਜ਼ ਕਰਨਾ ਹੈ। ਮਾਇਆ ਨੂੰ ਯੂਜ਼ ਕਰਦੇ ਹੋਏ ਆਪਾਂ ਜਿਸ ਕੰਮ ਦੇ ਵਾਸਤੇ ਆਏ ਆ, ਉਹ ਯਾਤਰਾ ਆਪਾਂ ਨੂੰ ਪਰਮਾਤਮਾ ਵੱਲ ਕਰਨੀ ਆ। ਉਹ ਪੂਰੀ ਸਪੀਡ ਦੇ ਨਾਲ ਇਹ ਸਾਰੇ ਜਿਹੜੇ ਸਕੇ ਸੰਬੰਧੀ ਜੋ ਵੀ ਮਾਲਕ ਨੇ ਆਪਾਂ ਨੂੰ ਜਿਹੜਾ ਪਰਿਵਾਰ ਦਿੱਤਾ ਹੈ, ਇਹਦੇ ਵਿੱਚੇ ਰਹਿ ਕੇ ਜਿਹੜੇ ਹੈਗੇ ਪਰ ਸਾਰੇ ਜਿਹੜੇ ਹੈਗੇ ਸੰਗਤੀ ਰੂਪ ਦੇ ਵਿੱਚ ਜਿਹੜੇ ਹੈਗੇ, ਕਿਉਂਕਿ ਸਾਰੇ ਹੀ ਜਿਹੜੇ ਇਸ ਯਾਤਰਾ ਦੇ ਉੱਤੇ ਆਏ ਹੋਏ ਆ ਤੇ ਉਹ ਇਸ ਤਰ੍ਹਾਂ ਸੰਗਤ ਦੇ ਰੂਪ ਦੇ ਵਿੱਚ ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਕਰਕੇ ਜਿਹੜਾ ਹੈਗਾ ਸਾਰੇ ਆਪੋ ਆਪਣਾ ਲਾਹਾ ਲੈ ਸਕਦੇ ਆ। ਇਹਦੇ ਬਾਰੇ ਮਹਾਰਾਜ ਜਿਹੜੇ ਹੈਗੇ ਆਪਾਂ ਨੂੰ ਗਿਆਨ ਦੇ ਰਹੇ ਆ। ਹੁਣ ਅਗਲੀ ਕੈਟੇਗਰੀ ਦੱਸ ਰਹੇ, ਮੱਖਟੂ ਹੋ ਕੇ ਕੰਨ ਪੜਾਏ, ਕਹਿੰਦੇ ਬਸ ਵੀ ਖੱਟੀ ਬੰਦ ਕਰ ਦਿੰਦੇ ਆ। ਉਹ ਕਹਿੰਦੇ ਲਓ ਜੀ ਅਸੀਂ ਸਾਧੂ ਹੋ ਗਏ ਆ, ਅਸੀਂ ਹਾਂਜੀ ਉਹ ਹੋ ਗਿਆ ਜੀ ਭੁੱਖੇ ਮੁੱਲਾ ਘਰੇ ਮਸੀਤ ਹੋ ਗਿਆ। ਹਾਂ, ਭੁੱਖੇ ਮੁੱਲਾ ਘਰੇ ਮਸੀਤ ਕਹਿੰਦੇ ਆ। ਆਪਣੇ ਜਿਹੜੇ ਹੈਗੇ ਆ ਇਸ ਨੂੰ ਜਿਹੜਾ ਹੈਗਾ ਗਿਆਨ ਨੂੰ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਘਰ ਦੇ ਜਿਹੜੇ ਹੈਗੇ ਆਪਣੀ ਭੁੱਖ ਦੇ ਵਾਸਤੇ, ਜਿਹੜਾ ਸੰਸਾਰਿਕ ਭੁੱਖ ਦੇ ਵਾਸਤੇ ਜਿਹੜਾ ਹੈਗਾ ਧਨ ਦੌਲਤ ਦੇ ਵਾਸਤੇ ਇਹਨੂੰ ਯੂਜ਼ ਕਰਨਾ। ਇਹ ਮੁੱਲਾ ਜਿਹੜਾ ਹੈਗਾ ਉਹਦਾ ਕੰਮ ਇੰਨਾ ਹੀ ਹੈ, ਬਸ ਦੂਜਿਆਂ ਨੂੰ ਪ੍ਰਵਚਨ ਦੇ ਦੇਣਾ। ਮੁੱਲਾਂ ਦਾ ਜਿਹੜਾ ਹੈਗਾ
ਤੇ ਆਪ ਜਿਹੜਾ ਹੈਗਾ ਭੁੱਖਾ ਹੀ ਹੈਗਾ ਆ। ਇਹਨੂੰ ਜਿਹੜਾ ਹੈਗਾ ਖੱਟੀ ਦੇ ਵਾਸਤੇ ਜਿਹੜਾ ਹੈਗਾ ਮਸੀਤ ਵਾਂਗੂ ਇਹਨੂੰ ਯੂਜ਼ ਕਰ ਲੈਣਾ। ਇੱਕ ਇਹ ਕੈਟੇਗਰੀ ਹੈ। ਇਸ ਤੋਂ ਅਗਲੀ ਕੈਟੇਗਰੀ ਹੈ ਮਖੱਟੂ ਹੋਏ ਕਿ ਕੰਨ ਪੜਾਏ, ਫੱਕਰ ਕਰੇ ਹੋਰ ਜਾਤ ਗਵਾਏ। ਕਹਿੰਦੇ ਖੱਟੀ ਕੋਈ ਕਰਦਾ ਨਹੀਂ ਆ ਤੇ ਕੰਨ ਵੀ ਪੜਾ ਲਏ, ਡਰੈਸ ਵੀ ਪਾ ਲਈ ਵਧੀਆ, ਜਿਹੜੇ ਲੋਕੀ ਕਹਿਣ ਵੀ ਇਹ ਤਾਂ ਬੜਾ ਦਰਵੇਸ਼ ਹੈਗਾ ਆ, ਫਕੀਰ ਹੈਗਾ ਆ, ਤੇ ਆਪਣੀ ਜਿਹੜੀ ਹੈਗੀ ਜਾਤ ਜਿਹੜੀ ਹੈਗੀ ਆ ਉਹਨੂੰ ਵੀ ਧੱਬਾ ਲਾ ਦਿੰਦਾ ਹੈ। ਲੋਕੀ ਕਹਿੰਦੇ ਦੇਖ ਐਵੇਂ ਵਿਹਲੜ ਜਿਹਾ ਹੈਗਾ, ਨਾ ਕੁਛ ਕਰਦਾ ਨਾ ਕੁਛ ਕੰਮ ਨਾ ਕਾਰ। ਫਿਰ ਅੱਗੇ ਜਿਹੜਾ ਇੱਥੇ ਤੱਕ ਬਸ ਨਹੀਂ ਹੈ, ਕਹਿੰਦੇ ਗੁਰ ਪੀਰ ਸਦਾਏ ਮੰਗਣ ਜਾਏ। ਕਹਿੰਦੇ ਆਪਣੇ ਆਪ ਨੂੰ ਗੁਰੂ ਵੀ ਕਹਿੰਦਾ, ਪੀਰ ਵੀ ਕਹਿੰਦਾ, ਬੜੇ ਚੇਲੇ ਚਪਾਟੇ ਨਾਲ ਲਾਏ ਹੋਏ ਆ, ਤੇ ਫਿਰ ਆਪ ਜਿਹੜੇ ਹੈਗੇ ਮੰਗ ਕੇ ਖਾਂਦੇ ਆ। ਆਪ ਵੀ ਮੰਗਦਾ ਹੈ, ਚੇਲੇ ਚਪਾਟੇ ਵੀ ਮੰਗਦੇ ਆ। ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਏ ਪਾਏ। ਮਹਾਰਾਜ ਕਹਿੰਦੇ ਐਸੇ ਫਕੀਰ ਜਿਹੜਾ ਹੈਗਾ, ਦਿੱਖ ਦਾ ਫਕੀਰ ਜਿਹੜਾ ਹੈਗਾ, ਖਾਲੀ ਬਾਹਰੋਂ ਫਕੀਰ ਜਿਹੜਾ ਹੈਗਾ, ਜਿਹੜਾ ਘਾਲ ਕਮਾਈ ਨਹੀਂ ਕਰਦਾ, ਜਿਹੜਾ ਹੈਗਾ ਦਸਾਂ ਨੌਆਂ ਦੀ ਕਿਰਤ ਨਹੀਂ ਕਰਦਾ, ਕਹਿੰਦੇ ਉਹਦੇ ਤਾਂ ਕਹਿੰਦੇ ਮੂਲ ਬਿਲਕੁਲ ਵੀ ਉਹਦੇ ਪੈਰ ਹੀ ਨਹੀਂ ਪੈਣਾ ਚਾਹੀਦਾ, ਉਹਦੇ ਤੋਂ ਕੋਈ ਸੇਧ ਨਹੀਂ ਆ ਸਕਦੀ ਆਪਾਂ ਨੂੰ। ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਕਹਿੰਦੇ ਭਾਈ ਮਾਲਕ ਨੇ ਜਿਹੜਾ ਹੱਥ ਪੈਰ ਦਿੱਤੇ ਹੋਏ ਆ, ਦਸਾਂ ਨੌਂ ਦੀ ਕਮਾਈ ਕਰੇ ਤੇ ਕਮਾਈ ਕਰਕੇ ਜਿਹੜਾ ਹੈਗਾ ਉਹਦੇ ਵਿੱਚੋਂ ਦਾਨ ਪੁੰਨ ਵੀ ਕਰੇ। ਨਾਨਕ ਰਾਹ ਪਛਾਣੇ ਸੇ, ਕਹਿੰਦੇ ਉਹ ਆ ਉਹ ਪਰਮੇਸ਼ਰ ਦੀ ਭਗਤੀ। ਜੇ ਨਾਲ ਪਰਮੇਸ਼ਰ ਦੀ ਭਗਤੀ ਕਰਦੇ ਆ ਤੇ ਕਹਿੰਦੇ ਉਹ ਤਾਂ ਉਹਨਾਂ ਦਾ ਰਸਤਾ ਬਿਲਕੁਲ ਰਾਜਯੋਗ ਦਾ ਹੈਗਾ, ਉਹ ਸਹੀ ਰਸਤਾ ਉਹਨਾਂ ਨੇ ਚੁਣ ਲਿਆ, ਸਹੀ ਰਸਤਾ ਪਛਾਣ ਲਿਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਨਿੱਜਰ ਸਾਹਿਬ ਇਹ ਤੁਕ ਪਹਿਲੇ ਬੋਲ ਦਿਓ। ਇੱਕ ਕਹਿੰਦੇ ਆ ਕਿ ਭੁੱਖੇ ਮੁੱਲਾ ਘਰੇ ਮਸੀਤ। ਹੁਣ ਕਹਿੰਦੇ ਆ ਕਿ ਵੇਖੋ ਇਹ ਗੱਲ ਕਹਿ ਰਹੇ ਨੇ ਕਿ ਕਈ ਲੋਕ ਜਿਹੜੇ ਉਹ ਵੇਖ ਲਓ, ਤੁਸੀਂ ਵੇਖਿਆ ਹੋਣਾ, ਹੁਣ ਕਈਆਂ ਨੇ ਗੁਰਦੁਆਰੇ ਵੀ ਇਸ ਕਰਕੇ ਬਣਾਏ ਆ ਕਿਉਂਕਿ ਰੋਟੀ ਪਾਣੀ ਫ੍ਰੀ ਚ ਮਿਲ ਜਾਂਦਾ। ਬਹੁਤ ਵਧੀਆ ਜੀ। ਇੱਕ ਇੱਥੇ ਮੈਨੂੰ ਦੱਸ ਰਹੇ ਸੀ, ਕਹਿੰਦੇ ਸਾਡੇ ਤਾਂ 2 ਗੁਰਦੁਆਰੇ ਹੈਗੇ, ਕਹਿੰਦੇ ਵਧੀਆ ਉੱਥੋਂ ਕਮਾਈ ਆਈ ਜਾਂਦੀ ਆ, ਉਹ ਸਾਨੂੰ ਇੱਧਰ ਭੇਜੀ ਜਾਂਦੇ ਆ। ਬਸ ਆਹ ਦੇਖ ਲਓ। ਬਸ ਠੀਕ ਆ, ਵਧੀਆ। ਉਸ ਤੋਂ ਬਾਅਦ ਵਹਿਮਾਂ ਭਰਮਾਂ ਚ ਪਾਉਣ ਵਾਲੀ ਦੁਨੀਆ ਬਥੇਰੀ ਬੈਠੀ ਆ ਤੇ ਲੋਕੀ ਤੁਰੇ ਜਾਂਦੇ। ਹੁਣ ਕੱਲ ਦਾ ਵੀ ਇੱਕ ਬਾਬਾ ਜਿਹੜਾ ਕਹਿੰਦੇ ਉਹਦੀ ਮਾਂ ਚਲ ਗਈ ਉੱਥੇ ਅੰਮ੍ਰਿਤ ਛਕਿਆ ਤੇ ਕਹਿੰਦੇ ਧਰਮਰਾਜ ਨੇ ਕਹਿੰਦਾ ਕਿ ਤੂੰ ਨਹੀਂ ਛਕਿਆ ਮਾਈ, ਜਾਣਾ ਤੇ ਤੂੰ ਨਰਕ ਚ ਆ, ਪਰ ਤੂੰ ਸੰਤ ਦੀ ਮਾਂ ਵਾ, ਤੈਨੂੰ ਇਸ ਕਰਕੇ ਵਾਪਸ ਭੇਜਤਾ। ਹੁਣ ਵਾਪਸ ਪਤਾ ਨੀ ਕਿੱਥੇ ਭੇਜਿਆ, ਇਹ ਨੀ ਪਤਾ ਲੱਗਾ ਹੈ। ਇਹ ਸੋ ਏਦਾਂ ਦੀਆਂ ਗੱਲਾਂ ਹੈਗੀਆਂ ਨੇ ਸਾਧ ਸੰਗਤ ਜੀ। ਵੇਖੋ ਉਹ ਬਾਣੀ ਤੇ ਕਹਿੰਦੀ ਆ ਕਿ ਮਸੀਤ ਵੀ ਜਿਹੜੀ ਤੂੰ ਬਣਾਈ ਆ, ਤੂੰ ਕੇਵਲ ਆਪਣਾ ਵਿਵਸਾਇਆ ਬਣਾਇਆ, ਰੋਟੀ ਪਾਣੀ ਦਾ ਸਾਧਨ ਬਣਾਇਆ, ਪਰ ਆਪਣੇ ਵੀ ਇਹ ਧਰਮ ਦੇ ਵਿੱਚ ਬਹੁਤ ਕੁਛ ਹੈਗਾ ਹੈ। ਪਰ ਮੋਸਟਲੀ ਮੇਰੇ ਹਿਸਾਬ ਨਾਲ ਸਾਰੇ ਲੋਕੀ ਘਰ ਹੀ ਚਲਾਉਂਦੇ ਨੇ ਉੱਥੇ। ਤੁਹਾਨੂੰ ਗਿਆਨ ਪ੍ਰਾਪਤ ਹੋਵੇ ਨਾ ਹੋਵੇ, ਇਹਨਾਂ ਲੋਕਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਨੂੰ ਦਾਲ ਫੁਲਕਾ ਦਾ ਸਾਧਨ ਬਣਾਇਆ ਬਸ। ਅੱਗੇ ਕੀ ਲਿਖਿਆ, ਮਖੱਟੂ ਹੋਏ ਤੇ ਕੰਨ ਪੜਾਏ। ਹੁਣ ਤੁਹਾਨੂੰ ਸ਼ਾਇਦ ਸਾਧ ਸੰਗਤ ਜੀ ਪਤਾ ਹੋਵੇ, ਸ਼ਾਇਦ ਨਾ ਜਦੋਂ ਮੱਖੀਆਂ ਹੁੰਦੀਆਂ ਨੇ, ਸ਼ਹਿਦ ਦੀਆਂ ਮੱਖੀਆਂ, ਉਹਦੇ ਚ 2 ਮੱਖੀਆਂ ਹੁੰਦੀਆਂ ਨੇ। ਇੱਕ ਮੱਖੀ ਹੁੰਦੀ ਸ਼ਹਿਦ ਵਾਲੀ, ਉਹ ਸ਼ਹਿਦ ਬਣਾਉਂਦੀ ਹੈ। ਇੱਕ ਰਾਣੀ ਮੱਖੀ ਹੁੰਦੀ ਆ। ਇੱਕ ਹੁੰਦਾ ਮਨਖੱਟੂ। ਜਿਹੜਾ ਮਖੱਟੂ ਹੁੰਦਾ ਨਾ, ਉਹ ਕੰਮ ਕੁਮ ਨਹੀਂ ਕਰਦਾ, ਉਹ ਵਿਹਲੜੇ ਹੁੰਦੇ ਆ। ਉਹਨਾਂ ਨੇ ਕੀ ਕਰਨਾ, ਨਿਜਰ ਸਾਹਿਬ ਸ਼ਹਿਦ ਹੀ ਪੀਣਾ ਬਸ। ਉਹਨਾਂ ਨੇ ਕੰਮ ਨਹੀਂ ਕਰਨਾ। ਉਹ ਦੂਜੀਆਂ ਵਿਚਾਰੀਆਂ ਨੇ ਕੰਮ ਕਰਨਾ। ਉਹਨਾਂ ਨੇ ਪਤਾ ਨੀ ਕਿੰਨੀ ਦੂਰ ਜਾ ਕੇ ਹਾਰਡ ਵਰਕ ਕਰਨਾ, ਉੱਥੋਂ ਉਹਨਾਂ ਨੇ ਉਹ ਸ਼ਹਿਦ ਇਕੱਠਾ ਕਰਕੇ ਲਿਆਉਣਾ। ਇਹਨਾਂ ਨੇ ਕਰਨਾ ਬਸ ਸ਼ਹਿਦ ਪੀਣਾ ਤੇ ਸ਼ਹਿਦ ਪੀ ਕੇ ਉੱਥੇ ਘੁੰਮਦੇ ਰਹਿਣਾ। ਹੁਣ ਪਰ ਜਿਹੜਾ ਕਿਸਾਨ ਹੁੰਦਾ ਨਾ, ਜਿਹੜਾ ਮੱਖੀਆਂ ਦਾ ਕਾਰੋਬਾਰ ਕਰਦਾ, ਉਹਨੂੰ ਪਤਾ ਕਿ ਮਨਖੱਟੂ ਹੈਗਾ ਹੈ। ਆਮ ਬੰਦੇ ਨੂੰ ਨਹੀਂ ਪਤਾ ਲੱਗਦਾ, ਉਹ ਬਿਲਕੁਲ ਸ਼ਹਿਦ ਦੀਆਂ ਮੱਖੀਆਂ ਵਰਗਾ ਹੀ ਲੱਗਦਾ, ਪਰ ਰਲਿਆ ਹੁੰਦਾ ਵਿੱਚ। ਉਹ ਫਿਰ ਉਹਨਾਂ ਨੂੰ ਕੱਢ ਦਿੰਦਾ ਵਿੱਚੋਂ। ਇਸੇ ਹੀ ਤਰ੍ਹਾਂ ਵੇਖ ਲਓ, ਇਹ ਲੋਕ ਜਿਹੜੇ ਹੁੰਦੇ ਨੇ, ਇਹ ਲੋਕ ਕੀ ਕਰਦੇ ਆ ਕਿ ਆਪਣੇ ਬਾਹਰੋਂ ਜਿਹੜੇ ਭੇਸ ਬਦਲ ਕੇ ਆਪ ਕੰਮ ਨਹੀਂ ਕਰਨਾ ਤੇ ਕੰਨ ਪੜਵਾ ਲੈਂਦੇ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਅਗਲੀ ਚੀਜ਼ ਫਕਰ ਕਰੇ ਹੋਰ ਜਾਤ ਗਵਾਏ। ਫਕਰ ਮਤਲਬ ਫਕੀਰੀ ਜਿਹੜੀ ਹੈਗੀ, ਆਪਣੇ ਆਪ ਨੂੰ ਫਕੀਰ ਸਾਧਦੇ ਆ, ਸੰਨਿਆਸੀ ਸਾਧਦੇ ਆ, ਤੇ ਹੋਰ ਜਿਹੜੀ ਉਹਦੀ ਜਾਤ ਆ, ਆਪਣੀ ਜਾਤ ਨੂੰ ਵੀ ਜਿਹੜਾ ਹੈਗਾ ਬਦਨਾਮ ਕਰਦੇ ਆ। ਬਈ ਕਹਿੰਦੇ ਲੈ ਤੁਹਾਡੇ ਖਾਨਦਾਨ ਚ ਆਹ ਦੇਖ ਲਓ, ਆਹ ਕੀ ਕਰਦਾ ਫਿਰਦਾ ਹੈ, ਮੰਗਦਾ ਫਿਰਦਾ ਹੈ ਟੁੱਕਰ। ਫਕਰ ਕਰੇ। ਬਿਲਕੁਲ ਸਹੀ ਹੈ। ਇਹ ਨਿਜਰ ਸਾਹਿਬ ਇਹ ਸਾਰਿਆਂ ਨੂੰ ਇੱਕੋ ਕੜਛੇ ਚ ਪਾ ਰਹੇ ਨੇ। ਕਹਿੰਦੇ ਆ ਕਿ ਆਹ ਜਿਹੜੇ ਵੀ ਮਤਲਬ ਆਪ ਕੰਮ ਨਹੀਂ ਕਰਦੇ, ਧਾਰਮਿਕ ਸਥਾਨਾਂ ਤੇ ਜਾ ਕੇ ਰਾਸ਼ਨ ਖਾਂਦੇ, ਜਾਂ ਉਹ
ਇਹ ਕਾਰੋਬਾਰੀ ਜੋ ਵੀ ਹੈਗੇ ਉਹਨਾਂ ਨੂੰ ਸਾਰਿਆਂ ਨੂੰ ਬਾਣੀ ਸਮਝਾ ਰਹੀ ਹੈ। ਬਿਲਕੁਲ ਸਮਝਾ ਰਹੀ ਹੈ ਜੀ, ਬਿਲਕੁਲ। ਆਪਾਂ ਨੂੰ ਤਾਂ ਆਪਣੇ ਪੈਰਾਂ ਥੱਲੇ ਹੀ ਜਿਹੜੀ ਸੋਟੀ ਮਾਰ ਰਹੇ ਮਹਾਰਾਜ ਜੀ, ਸਾਨੂੰ ਹੀ ਦੱਸ ਰਹੇ ਵੀ ਤੂੰ ਦੇਖ ਲਓ ਆ ਤੁਹਾਡੇ 'ਚ ਹੀ ਹੋ ਰਿਹਾ। ਆਪਾਂ ਦੂਸਰੇ ਨੂੰ ਕਰ ਲਈ ਕਹੀਏ, ਕਰ ਲਈ ਆਪਾਂ ਦੂਜੇ ਫਕੀਰਾਂ ਨੂੰ ਕਹੀਏ, ਆਪਣਾ ਦੇਖੀਏ ਆਪਾਂ ਤਾਂ। ਹਾਂ, ਤੇ ਆਪਣੇ ਤੇ ਵੇਖ ਲਓ, ਇੱਥੇ ਆਪਣੇ ਤੁਸੀਂ ਵੇਖ ਹੀ ਸਕਦੇ ਸਾਰੇ ਕੀ ਕਰ ਰਹੇ ਆ। ਤੇ ਉਹ ਨਿੱਜਰ ਸਾਹਿਬ ਉਹ ਬੰਦੇ ਦੇ ਜਦੋਂ ਅਕਲ ਤੇ ਜਿਹੜਾ ਕਹਿੰਦੇ ਨਾ ਬਾਣੀ 'ਚ ਲਿਖਿਆ ਵੀ ਆ, ਨਹੀਂ ਜਾਂ ਉੱਦਾਂ ਲਿਖਿਆ ਵਾ, ਜੈਸਾ ਅੰਨ ਤੇ ਤੈਸਾ ਮਨ। ਬਿਲਕੁਲ ਠੀਕ ਹੈ ਜੀ। ਉਹ ਜਿਹੋ ਜਿਹਾ ਬੰਦਾ ਅੰਨ ਖਾਂਦਾ ਨਾ ਉਹਦੀ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ, ਉਹਨੂੰ ਪਤਾ ਨਹੀਂ ਲੱਗਦਾ ਵਿਚਾਰੇ ਨੂੰ ਕਿ ਉਹਦਾ ਅੰਨ ਹੈ ਨਾ, ਉਹ ਅੰਨ ਮਿਹਨਤ ਨਹੀਂ ਕੀਤੀ, ਕਮਾਈ ਨਹੀਂ ਕੀਤੀ। ਪਰ ਜਿਹੜੀ ਚੀਜ਼ ਮੈਂ ਕਮਾਈ ਨਹੀਂ ਉਹ ਮੈਂ ਖਾਵਾਂਗਾ ਤੇ ਮੇਰੇ ਜੀਵਨ ਤੇ ਉਹਦਾ ਪ੍ਰਭਾਵ ਆਉਣਾ ਹੀ ਹੋਣਾ, ਬੇਸ਼ੱਕ ਜੋ ਮਰਜ਼ੀ ਹੋ ਜੇ। ਇਸ ਕਰਕੇ ਅੰਨ ਜਿਹੜਾ ਨਾ ਉਹ ਬੜਾ ਇੰਪੋਰਟੈਂਟ ਹੈ। ਕਿੱਥੋਂ ਖਾ ਰਹੇ ਜੋ, ਕੀ ਸੱਚੀ ਮਿਹਨਤ ਕੀਤੀ ਹੈ, ਉਹਦੇ ਬਾਰੇ ਬਾਣੀ ਸਾਨੂੰ ਸਮਝਾ ਰਹੀ ਹੈ। ਅੱਗੇ ਲਿਖਿਆ, ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਦੇਖ ਲਓ, ਆਪਣੇ ਆਪ ਨੂੰ ਕਹਿੰਦੇ ਤੁਸੀਂ ਗੁਰੂ, ਆਪਣੇ ਆਪ ਨੂੰ ਲੋਕੀ ਕਹਿੰਦੇ ਅਸੀਂ ਬੜੇ ਵੱਡੇ ਗੁਰੂ ਆ, ਤੇ ਪਰ ਇਹ ਨਹੀਂ ਸੋਚਦੇ ਕਿ ਉਹ ਜਿਹੜਾ ਦਾਨ ਲੈਂਦੇ ਜੋ ਉਹ ਤੇ ਭੀਖ ਆ। ਤੁਸੀਂ ਜਿਹੜਾ ਮੰਗਦੇ ਜੋ ਹੈ ਤੇ ਭੀਖ ਹੀ ਆ ਨਿੱਜਰ ਸਾਹਿਬ। ਬਿਲਕੁਲ ਭੀਖ ਆ, ਭਾਵੇਂ ਕਰੋੜ ਰੁਪਇਆ ਮੰਗਣ ਦੇ, ਹੱਥ ਅੱਡ ਕੇ ਮੰਗਣ ਦੇ ਜੋ। ਬਿਲਕੁਲ, ਉਹ ਕਿਹੜਾ ਫ੍ਰੀ ਮਿਲਦੇ ਆ। ਔਰ ਉੱਤੋਂ ਤੁਸੀਂ ਆਪਣੇ ਨੂੰ ਕਹਿੰਦੇ ਕਿ ਅਸੀਂ ਬੜੇ ਵੱਡੇ, ਅਸੀਂ ਬੜੇ ਜਤੀ ਛਤੀ ਆ, ਤੇ ਤੁਸੀਂ ਤੁਸੀਂ ਕੀ ਜੋ ਮੰਗਦੇ ਜੋ ਮੰਗ ਹੀ ਰਹੇ ਜੋ। ਉਹ ਕਿਸੇ ਤਰੀਕਾ ਤੁਸੀਂ ਬਦਲ ਦਿੱਤਾ ਵਾ ਕਿ ਏਦਾਂ ਨਹੀਂ ਤੇ ਓਦਾਂ ਗੱਲ ਘੁਮਾ ਕੇ ਕਰਦੀ ਆ ਕਿ ਕਲਿਆਣ ਕੀਤਾ ਜਾ ਰਿਹਾ। ਕਲਿਆਣ ਕਿੱਥੇ ਕੀਤਾ ਜਾ ਰਿਹਾ? ਉਹ ਤੇ ਤੁਹਾਡਾ ਹੀ ਰੋਟੀ ਪਾਣੀ ਦਾ ਸਾਧਨ ਬਣ ਰਿਹਾ। ਸਹੀ ਹੈ ਨਾ? ਬਿਲਕੁਲ ਠੀਕ ਹੈ ਜੀ। ਉਹਦੇ ਨਾਲ ਕਲਿਆਣ ਤੇ ਕੁਝ ਹੋ ਨਹੀਂ ਰਿਹਾ ਪੈਸੇ ਦੇ ਨਾਲ। ਠੀਕ ਹੈ ਨਿੱਜਰ ਸਾਹਿਬ? ਹਾਂਜੀ। ਇੱਕ ਨਾ ਮੈਂ ਨਿਹੰਗ ਸਿੰਘ ਦੇਖੇ ਸੀਗੇ ਅੰਮ੍ਰਿਤਸਰ ਦੇ ਵਿੱਚ ਹੀ ਹੈਗੇ ਆ, ਪਤਾ ਨਹੀਂ ਹੁਣ ਹੈ ਕਿ ਨਹੀਂ ਹੈਗੇ। ਉਹਨਾਂ ਨੇ ਬਰਛੇ ਦੇ ਅੱਗੇ ਜਿਹੜਾ ਨਾ ਥੈਲੀ ਜੀ ਲਾਈ ਹੋਈ ਸੀ, ਬਰਛਾ ਅੱਗੇ ਕਰ ਦਿੰਦੇ ਸੀ ਬਸ ਜਿਹਦੇ ਕੋਲ ਮੰਗਣਾ ਹੁੰਦਾ ਸੀ। ਸੈਕੰਡ ਆਪਸ਼ਨ ਕੱਢਿਆ ਹੋਇਆ ਸੀ। ਠੀਕ ਹੈ, ਤਾਂ ਕਿ ਮੂਲ ਨਾ ਲੱਗੀਏ ਪਾਏ। ਇਹਦਾ ਮਤਲਬ ਕੀ ਨਿੱਜਰ ਸਾਹਿਬ? ਕਹਿੰਦੇ ਉਹਨਾਂ ਦੇ ਤਾਂ ਬਿਲਕੁਲ ਪੈਰ, ਉਹਨਾਂ ਤੋਂ ਕੋਈ ਗਾਈਡੈਂਸ ਨਹੀਂ ਲੈਣੀ ਚਾਹੀਦੀ, ਉਹਨਾਂ ਦੇ ਪੈਰ ਹੀ ਨਹੀਂ ਪੈਣਾ ਚਾਹੀਦਾ, ਬਿਲਕੁਲ ਨਹੀਂ ਪੈਣਾ ਚਾਹੀਦਾ, ਮੁੱਢ ਤੋਂ ਹੀ ਨਹੀਂ ਪੈਣਾ ਚਾਹੀਦਾ। ਕਹਿੰਦੇ ਠੀਕ ਹੈ ਸਾਧ ਸੰਗਤ ਜੀ, ਮੈਂ ਤੇ ਵੈਸੇ ਸੁਣਿਆ ਵਾ, ਆਪਣੇ ਵੀ ਤੇ ਬਥੇਰਾ ਵੈਸੇ ਤੇ ਆਪਣੇ ਵੀ ਚੜਾਏ ਦਾ ਕੋਈ ਪਤਾ ਨਹੀਂ ਲੱਗਦਾ। ਤੇ ਵੇਖ ਲਓ ਬਾਣੀ ਕਹਿੰਦੀ ਕਿ ਐਸੇ ਬੰਦਿਆਂ ਦੇ ਲਾਗੇ ਨਹੀਂ ਜਾਣਾ। ਹਿਸਾਬ ਲਾ ਲਓ, ਬਾਣੀ ਮਨਾ ਕਰ ਰਹੀ ਜੋ। ਇਹ ਜਿਹੜੇ ਬੰਦੇ ਜਿਹੜੇ ਏਦਾਂ ਤੁਹਾਨੂੰ ਸ਼ੋਸ਼ਣ ਕਰ ਰਹੇ, ਇਹਨਾਂ ਨੇ ਤੁਹਾਨੂੰ ਗੁੰਮਰਾਹ ਕਰ ਦੇਣਾ ਜੀ। ਤੇ ਹੁਣ ਇਹ ਮਰਜ਼ੀ ਤੁਹਾਡੀ ਹੈ, ਵੈਸੇ ਕੋਈ ਜ਼ਬਰਦਸਤੀ ਨਹੀਂ ਹੈਗੀ। ਹਰ ਇਨਸਾਨ ਦੀ ਆਪਣੀ ਆਜ਼ਾਦੀ, ਉਹਨੇ ਕੀ ਕਰਨਾ। ਪਰ ਜਿਹੜੇ ਬਾਣੀ ਨੇ ਦੱਸਿਆ, ਜਿਹੜੀਆਂ ਆਹ ਚੀਜ਼ਾਂ ਜਿਹੜੀਆਂ ਵੇਖ ਲਓ, ਜਿਹੜੇ ਬੰਦੇ ਕੰਮ ਨਹੀਂ ਕਰਦੇ, ਜਿਹੜੇ ਧਾਰਮਿਕ ਸਥਾਨਾਂ ਦੇ ਬਣਾ ਲਏ ਨੇ ਉਹਨਾਂ ਨੇ, ਔਰ 200 400 ਕਿੱਲੋ ਬੜੀ ਇਕੱਠੀ ਕਰ ਲਈ ਆ, ਉਹ ਮੁੜ ਕੇ ਉਹਨਾਂ ਦੀ ਹਾਲਤ ਵੇਖੋ ਨਿੱਜਰ ਸਾਹਿਬ। ਹਾਲਾਤ ਉਹਨਾਂ ਦੇ ਚੰਗੇ ਨਹੀਂ ਹੈਗੇ। ਉਹ ਨਾ ਬਿਲਕੁਲ ਚੰਗੇ ਹੋ ਹੀ ਨਹੀਂ ਸਕਦੇ। ਹਾਲਾਤ ਤਾਂ ਚੰਗੇ ਹੋਣੇ ਆ ਧਿਆਨ ਸਿਮਰਨ ਦੇ ਨਾਲ। ਜੇ ਨਹੀਂ ਹੈਗਾ ਧਿਆਨ ਸਿਮਰਨ ਆਪਣੇ ਅੰਦਰ, ਸਤ ਸੰਤੋਖ, ਦਇਆ, ਧਰਮ, ਧੀਰਜ, ਜਿਹੜਾ ਗਰੀਬੀ, ਇਹ ਗੁਣ ਨਹੀਂ ਹੈਗੇ ਇਨਸਾਨ ਦੇ ਅੰਦਰ, ਤੇ ਹਾਲਾਤ ਚੰਗੇ ਹੋ ਹੀ ਨਹੀਂ ਸਕਦੇ। ਮਾਲਕ ਕਹਿੰਦਾ ਮੈਂ ਹਾਲਾਤ ਚੰਗੇ ਵਾਲਾ ਚੀਜ਼ ਪਾਈ ਨਹੀਂ ਇਹਦੇ ਵਿੱਚ, ਜਿਹੜੀ ਮਾਇਆ ਦੇ ਵਿੱਚ ਜਿਹੜੀ ਖੱਟੀ ਕਰ ਰਹੇ ਉਹਦੇ ਵਿੱਚ ਤਾਂ ਹਾਲਾਤ ਚੰਗੇ ਵਾਲੀ ਚੀਜ਼ ਮੈਂ ਪਾਈ ਨਹੀਂ। ਹਾਂਜੀ ਹਾਂਜੀ, ਸੁਖ ਨਾਮ ਦੀ ਚੀਜ਼ ਕਹਿੰਦੇ ਮੈਂ ਪਾਈ ਨਹੀਂ ਆ ਉਹਦੇ ਵਿੱਚ। ਅੱਛਾ ਨਿੱਜਰ ਸਾਹਿਬ, ਤੁਹਾਨੂੰ ਇੱਕ ਗੱਲ ਸੁਣਾਉਣਾ। ਆਪਣੇ ਗਰੁੱਪ ਜੀ ਹੈਗੇ ਨੇ ਮਾਤਾ ਜੀ। ਹਾਂਜੀ ਹਾਂਜੀ। ਮਾਤਾ ਜੀ ਕਹਿੰਦੇ ਆ ਕਿ ਉੱਥੇ ਨਾ ਆਪਣੇ ਤਰਮਾਲਾ ਗਰੁੱਪ ਨਹੀਂ ਹੈਗਾ ਇੱਕ? ਹਾਂਜੀ ਹਾਂਜੀ। ਤੇ ਉਹ ਤਰਮਾਲਾ ਗਰੁੱਪ ਕੋ ਕਹਿੰਦੇ ਸੀ ਇੱਥੇ ਉਹਨਾਂ ਕੋਲ ਰਹਿੰਦੇ ਹੁੰਦੇ ਆ, ਤੇ ਮਾਤਾ ਨੇ ਵਾਹਵਾ ਸਾਲ ਕੱਢੇ ਉਹਨਾਂ ਕੋਲ। ਤੇ ਕਹਿੰਦੀ ਇੱਕ ਦਿਨ ਪਤਾ ਨੀ ਕੀ ਹੋਇਆ, ਚਲੋ ਪਰਮਾਤਮਾ ਨੂੰ ਕੋਈ ਗਾਂ ਖੁੱਲ ਗਈ ਤਬੇਲੇ ਚ। ਹਾਂਜੀ ਹਾਂਜੀ। ਤਬੇਲੇ ਚ ਖੁੱਲ ਗਈ ਤੇ ਉਹ ਉੱਥੇ ਬੜਾ ਰੌਲਾ ਪੈ ਗਿਆ, ਤੇ ਬਾਬੇ ਡਰ ਗਏ ਕਿ ਸਾਡੇ ਤੇ ਅਟੈਕ ਨਾ ਕਰਤਾ ਕਿਸੇ ਨੇ। ਨਿੱਜਰ ਸਾਹਿਬ? ਹਾਂਜੀ ਹਾਂਜੀ। ਤੇ ਬਾਬੇ ਨੇ ਅੰਦਰੋਂ ਬੰਦੂਕਾਂ ਬਦਾਕਾਂ ਕੱਢ ਲਈਆਂ ਸਾਰੇ, ਕੋਈ ਕੋਠੇ ਚੜ ਗਿਆ, ਕੋਈ ਇਹਨੂੰ ਭੱਜ ਗਿਆ, ਕੋਈ ਇਹਨੂੰ ਭੱਜ ਗਿਆ। ਬਾਅਦ ਚ ਪਤਾ ਲੱਗਾ ਉਹ ਤੇ ਗਾਂ ਕੇਵਲ ਹੀਟ ਚ ਆਈ ਸੀ। ਤੇ ਉਹ ਤੇ ਐਵੇਂ ਹੀ ਮਤਲਬ ਰੱਸੀ ਨੂੰ ਸੱਪ ਸਮਝ ਲਿਆ। ਤੇ ਮਾਤਾ ਵੀ ਕੱਬੀ ਸੀ। ਮਾਤਾ ਕਹਿੰਦੀ ਬਾਬਾ ਜੀ ਓਦਾਂ ਤੇ ਤੁਸੀਂ ਕਹਿੰਦੇ ਕਿ ਤੁਹਾਡਾ ਦਸਮ ਦੁਆਰ ਖੁੱਲਿਆ ਵਾ, ਤੁਹਾਨੂੰ ਬ੍ਰਹਮ ਦਿਖਦਾ, ਤੁਹਾਨੂੰ ਇਹ ਨੀ ਪਤਾ ਲੱਗਾ ਕਿ ਤਬੇਲੇ ਚ ਗਾਂ ਖੁੱਲੀ ਹੈ। ਉਹ ਦੂਜੇ ਦਿਨ ਉਹ ਕਹਿੰਦੇ ਲੋਕਾਂ ਨੂੰ, ਕਹਿੰਦੇ ਮਾਤਾ ਤੂੰ ਘਰ ਚੱਲ ਜਾ, ਤੇਰੀ ਸਾਧਨਾ ਪੂਰੀ ਹੋ ਗਈ ਹੈ। ਤੇ ਮਾਤਾ ਨੇ ਸਵਾਲ ਹੀ ਕਰ ਦੇਣਾ ਸੀ, ਕਹਿੰਦੀ ਕਿ ਬਾਬਾ ਜੀ ਤੁਸੀਂ ਏਦਾਂ ਕਹਿੰਦੇ ਕਹੀਂ ਉੱਥੇ ਚੱਲ ਗਏ, ਤੁਹਾਨੂੰ ਅਸੀਂ ਗਾਂ ਲੈ ਕੇ ਜਾਵਾਂਗੇ, ਸਾਡਾ ਸਤਿਗੁਰੂ ਜਾਊਗਾ, ਉਹ ਤੁਹਾਨੂੰ ਉੱਥੇ ਭਾਊਗਾ ਆਪਣੇ ਨਾਲ, ਉਹ ਫਿਰ ਅਗਲੀ ਯਾਤਰਾ ਜਿਹੜੀ ਉੱਥੇ ਪਤਾ ਨੀ ਕਿਹੜਾ ਮੰਡਲ ਆ ਉਹ ਚੋਂ ਕੱਢ ਕੇ ਗਾਂ ਖੜੂਗਾ। ਕਹਿੰਦੀ ਉਹ ਤੁਹਾਨੂੰ ਸਾਰਾ ਪਤਾ ਵਾ, ਪਰ ਤੁਹਾਨੂੰ ਇਹ ਨੀ ਪਤਾ ਲੱਗਦਾ ਕਿ ਤਬੇਲੇ ਚ ਕੀ ਹੋਣ ਡਿਆ। ਐਡੀ ਤੁਹਾਡੀ ਦਿਪ ਦ੍ਰਿਸ਼ਟੀ ਕਿੱਧਰ ਗਈ?
ਸੋ ਕਹਿਣ ਤੋਂ ਭਾਵ ਹੈ ਕਿ ਸਾਧ ਸੰਗਤ ਜੀ ਇਹ ਚੀਜ਼ਾਂ ਸਮਝਣ ਦੀ ਲੋੜ ਹੈ ਤੇ ਅਗਿਆਨ ਵਾਸਤੇ ਵੈਸੇ ਵੀ ਗੁਰੂ ਜੀ ਕਹਿੰਦੇ ਕੋਈ ਜਗ੍ਹਾ ਨਹੀਂ ਹੈਗੀ। ਹਾਂਜੀ ਅੱਗੇ ਬੋਲੀਏ। ਆਖਰੀ ਦੇ ਵਿੱਚ ਮਹਾਰਾਜ ਦੱਸ ਰਹੇ ਆ ਆਪਾਂ ਨੂੰ ਭਾਈ ਬਈ ਅਸਲੀਅਤ ਕੀ ਹੈਗੀ ਆ, ਚੁਆਇਸ ਆਪਣੀ ਹੈਗੀ। ਕਹਿੰਦੇ ਘਾਲ ਖਾਏ ਮਿਹਨਤ ਕਰ ਦਸਾਂ ਨੌਆਂ ਦੀ ਖਾ, ਕਿਛ ਹੱਥੋਂ ਦੇ ਉਹਦੇ ਵਿੱਚੋਂ ਜਿਹੜਾ ਹੈਗਾ ਦਾਨ ਪੁੰਨ ਕਰ, ਨਾਨਕ ਰਾਹ ਪਛਾਣੇ ਸੇ। ਕਹਿੰਦੇ ਉਹ ਹੈ ਉਹਨਾਂ ਨੇ ਰਸਤਾ, ਸਹੀ ਰਸਤਾ ਜਿਹੜਾ ਹੈਗਾ ਪਰਮਾਰਥ ਦਾ ਰਸਤਾ ਉਹ ਪਛਾਣ ਜਾਣਗੇ ਭਾਈ ਉਹਨਾਂ ਨੇ ਜਿਹੜਾ ਹੈਗਾ, ਕਿਉਂਕਿ ਉਹ ਆਪ ਜਿਹੜੇ ਹੈਗੇ ਕਮਾਈ ਕਰ ਰਹੇ ਆ ਔਰ ਉਹ ਜਿਹੜੇ ਹੈਗੇ ਰਾਜ ਜੋ ਕਮਾਉਣਗੇ ਜੇ ਪਰਮਾਰਥ ਦੇ ਰਸਤੇ ਦੇ ਉੱਤੇ ਜਿਹੜੇ ਹੈਗੇ ਧਿਆਨ ਸਿਮਰਨ ਕਰ ਰਹੇ ਆ ਤੇ ਉਹ ਸਹੀ ਰਸਤੇ ਨੂੰ ਜਾਣਗੇ। ਹਾਂਜੀ ਗੋਰਖੀ ਜੀ ਬਿਲਕੁਲ ਠੀਕ ਹੈ। ਦੇਖ ਲਓ ਬਾਣੀ ਕੀ ਕਹਿ ਰਹੀ ਹੈ ਸਾਧ ਸੰਗਤ ਜੀ। ਆਪ ਜੀ ਨੇ ਪਹਿਲਾਂ ਵੀ ਸੋ ਵਿਚਾਰ ਕੀਤੇ। ਗੁਰੂ ਨਾਨਕ ਪਾਤਸ਼ਾਹ ਨੇ 16-17 ਸਾਲ ਉਦੋਂ ਹੱਲ ਚਲਾਈ ਸੀ ਕਰਤਾਰਪੁਰ ਜਦੋਂ ਗੁਰਗੱਦੀ ਦੇਤੀ ਕਿ ਉਹ ਸਮਝ ਲਓ ਕਿ ਉਹ ਨਹੀਂ ਇਹੋ ਜਿਹਾ ਕੰਮ ਕਰ ਸਕਦੇ ਸੀ। ਉਹਨਾਂ ਤੇ ਆਪ ਮਿਹਨਤ ਕੀਤੀ ਹੈ। ਕਬੀਰ ਜੀ ਖੁਦ ਆਖਰ ਤੱਕ ਰੂੰ ਕੱਤਦੇ ਰਹੇ। ਰਵਿਦਾਸ ਜੀ ਵੇਖੋ ਆਖਰ ਤੱਕ ਆਪਣਾ ਉਹਨਾਂ ਨੇ ਕਾਰੋਬਾਰ ਜਿਹੜਾ ਵਿਵਸਾਇਆ ਸੀ ਉਹ ਨਹੀਂ ਛੱਡਿਆ ਉਹਨਾਂ ਨੇ। ਜੁੱਤੀਆਂ ਦਾ ਉਹਨਾਂ ਦਾ ਕੰਮ ਸੀ, ਜੁੱਤੀਆਂ ਗੰਢਦੇ ਰਹੇ। ਹੋਰ ਵੀ ਵੇਖੋ ਬਥੇਰੇ ਹੈਗੇ ਨੇ। ਨਹੀਂ ਖਾਲੀ ਜੁੱਤੀਆਂ ਨਹੀਂ ਗੋਰਖੀ ਸਾਹਿਬ, ਜੁੱਤੀਆਂ ਨਹੀਂ ਗੰਢਦੇ ਸੀ ਖਾਲੀ। ਉਹ ਜਿੱਥੇ ਵੀ ਜਿਹਦੇ ਵੀ ਪਸ਼ੂ ਜਿਹੜਾ ਹੈਗਾ ਮਰਦਾ ਸੀਗਾ ਤੇ ਚੱਕ ਕੇ ਲੈ ਕੇ ਆਉਂਦੇ ਸੀ ਉਹਨੂੰ ਹੱਡਾ ਰੂੜੀ ਤੇ ਲੈ ਕੇ, ਉਹਨੂੰ ਲੈ ਕੇ ਆ ਕੇ ਹੱਡਾ ਰੂੜੀ ਤੇ ਲੈ ਕੇ ਜਾਣਾ ਤੇ ਉੱਤੇ ਉਹਦੀ ਖੱਲ ਲਾਉਣੀ, ਫਿਰ ਜੁੱਤੀਆਂ ਬਣਾਉਣੀਆਂ ਚਮੜੇ ਦਾ ਜਿਹੜਾ ਹੈ ਉਹਨੂੰ ਉਹ ਕਰਕੇ ਜਿਹੜਾ ਹੈਗਾ ਉਹਦਾ ਚਮੜੇ ਨੂੰ ਜਿਹੜਾ ਹੈਗਾ ਪੂਰਾ ਉਹਦਾ ਪਕਾ ਕੇ ਆਹ ਸਾਰੇ ਕੰਮ ਕਰਦੇ ਸੀ ਉਹ। ਹਾਂ ਦੇਖ ਲਓ ਸਾਧ ਸੰਗਤ ਜੀ ਕਿ ਹੁਣ ਤੁਸੀਂ ਇਹ ਸਮਝ ਲਓ ਕਿ ਇੱਕ ਬੰਨੇ ਉਹ ਵੇਖੋ ਮਨੁੱਖ ਦੀ ਅੰਦਰ ਦੀ ਅਵਸਥਾ ਉਹ ਬ੍ਰਹਮ ਗਿਆਨੀ ਕੈਸੀ ਬਾਣੀ ਉਚਾਰਨ ਕਰ ਰਹੇ ਨੇ ਔਰ ਦੂਜੀ ਤਰਫ ਦੇਖੋ ਇੰਨਾ ਸਿੰਪਲ ਜੀਵਨ। ਬਸ ਹੁਣ ਇੱਥੇ ਮਾੜਾ ਮੋਟਾ ਆਪਣੇ ਐਜੀਪੀਸੀ ਦਾ ਇੱਕ ਬੰਦਾ ਵੇਖੋ, ਇਹ ਜੀ ਕੌਣ ਹੈ ਜੀ, ਪਤਾ ਨਹੀਂ ਕੋਈ ਮੈਂਬਰ ਆ ਤੇ ਮੈਂਬਰ ਦੇ ਨਾਲ ਇੱਕ ਗੱਡੀ ਉਹਨੇ ਤੇ ਨਾਲ ਉਹਨੂੰ 3-4 ਤੇ ਆਵਾਜ਼ ਆ ਰਹੀ ਨੇ ਸਾਹਿਬ? ਆ ਰਹੀ ਹੁਣ ਆ ਗਿਆ ਵਿੱਚ। ਹਾਂਜੀ ਕੋਈ ਨਹੀਂ, ਮਾੜਾ ਜਿਹਾ ਬੰਦ ਹੋ ਗਿਆ ਸੀ। ਹਾਂਜੀ ਤੇ ਉਹ 3-4 ਲੁੰਡਰ ਨਾਲ ਹੈਗੇ ਆ। ਇੱਕ ਗੱਡੀ ਆ ਇਨੋਵਾ, ਵੱਡੀ ਗੱਡੀ, ਅਸਕਾ ਜ਼ਿਆਦਾ ਨਹੀਂ ਤੇ 5-6 ਹਜ਼ਾਰ ਦੇ ਗੱਡੀ ਦਾ ਤੇਲ ਹੀ ਹੋਣਾ। ਤੇ ਸਾਰਾ ਦਿਨ ਉਹਨੇ ਆਪਣੇ ਕੰਮ ਕਰਨੇ ਆ, ਘੁੰਮਦਾ ਫਿਰਦਾ ਵਾ ਤੇ ਉਹ ਵੀ ਤੇ ਕੌਮ ਤੇ ਬੋਝ ਹੀ ਆ। ਬਿਲਕੁਲ। ਤੇ ਇਹ ਲੋਕਾਂ ਨੇ ਵੇਖੋ ਬਾਣੀ ਆਪਾਂ ਨੂੰ ਕੀ ਕਹਿ ਰਹੀ ਹੈ। ਬਾਣੀ ਤੇ ਸੰਗਤ ਜੀ ਆਪਾਂ ਨੂੰ ਇਹ ਸਮਝਾ ਰਹੀ ਹੈ ਕਿ ਘਾਲ ਖਾਏ ਕੁਛ ਹੱਥੋਂ ਦੇ। ਉਹ ਕਹਿੰਦੇ ਪਹਿਲੀ ਗੱਲ ਤੇ ਬੰਦਾ ਕੰਮ ਹੱਥੋਂ ਕੰਮ ਕਰਨਾ ਵਾ ਤੇ ਫਿਰ ਉਹ ਖਾਣਾ ਵਾ ਜਿਹੜੀ ਆਪਣੀ ਕਮਾਈ ਤੇ ਉਹ ਵੀ ਜਿਹੜੀ ਤੁਹਾਡੀ ਆਪਣੀ ਕਮਾਈ ਆ ਉਹਦੇ ਚੋਂ ਦੇਣਾ। ਬਿਲਕੁਲ ਦੇਣਾ। ਉਹ ਇਹ ਨੀ ਕਹਿੰਦੇ ਕਿ ਉੱਥੇ ਚੋਰੀ ਕਰ ਲਿਆ, ਡਾਕਾ ਮਾਰ ਲਿਆ, ਰਿਸ਼ਵਤ ਲੈ ਆਵੀਂ। ਉਹ ਕਹਿੰਦੇ ਕਿ ਘਾਲ ਨਾ ਕਰਨੀ, ਮਿਹਨਤ ਕਰਨੀ ਆ, ਫਿਰ ਉਹਦੇ ਨਾਲ ਪੈਸੇ ਤੇ ਕਮਾਉਣੇ ਆ ਤੇ ਉਹੀ ਪੈਸੇ ਤੂੰ ਖਾਣੇ ਆ। ਤੂੰ ਮਤਲਬ ਹੋਰ ਨਹੀਂ ਪੈਸੇ ਖਾ ਸਕਦਾ ਕਿਸੇ ਦੇ ਚੋਰੀ ਕਰਕੇ। ਫਿਰ ਉਹ ਜਿਹੜੇ ਪੈਸੇ ਹੈਗੇ ਆ ਫਿਰ ਉਹਨਾਂ ਚ ਦਾਨ ਵੀ ਕਰਨਾ ਚਾਹੀਦਾ। ਨਾਨਕ ਰਾਹ ਪਛਾਣੇ ਸੇ। ਤੇ ਕਹਿੰਦੇ ਆ ਜੋ ਰਸਤਾ ਤੇ ਸੱਜਣੋਂ ਜਿਹੜਾ ਪਛਾਣ ਲੂਗਾ ਉਹ ਭਵ ਸਾਗਰ ਤੋਂ ਪਾਰ ਲੰਘ ਜੂਗਾ। ਤੇ ਬਾਕੀ ਜਿਹੜਾ ਨਹੀਂ ਪਛਾਣਦਾ ਕਹਿੰਦੇ ਜਿੰਨਾ ਖਾਧੀਆਂ ਚੋਪੜੀਆਂ ਤੇ ਫਿਰ ਘਣੇ ਸਹਿਣਗੇ ਦੁੱਖ। ਹਾਂ ਫਿਰ ਜੇ ਪਰੌਂਠੇ ਖਾਧੇ ਤੇ ਪਰੌਂਠਿਆਂ ਵਰਗੀਆਂ ਥਾਪੀਆਂ ਮੋਹਰਾਂ ਚ ਪੈਣੀਆਂ ਨਿਜਰ ਸਾਹਿਬ। ਠੀਕ ਆ, ਅੱਗੇ ਚੱਲੀਏ। ਮਹੱਲਾ ਪਹਿਲਾ। ਮਨੋ ਜੇ ਅੰਧੇ ਕੂਪ ਕਹਿਆ ਬਿਰਦ ਨਾ ਜਾਣਨੀ। ਕਹਿੰਦੇ ਹੁਣ ਦੇਖ ਲਓ, ਕਹਿੰਦੇ ਜਿਹੜੇ ਮਨ ਤੋਂ ਹੀ ਜਿਹੜੇ ਹੈਗੇ ਬਿਲਕੁਲ ਅੰਨੇ ਹੈਗੇ ਆ ਔਰ ਜਿਹੜਾ ਕਿਸੇ ਦੀ ਗੱਲ ਜਿਹੜੀ ਹੈਗੀ ਕਹੀ ਹੋਈ ਕਹਿੰਦੇ ਉਹਨੂੰ ਵੀ ਨਹੀਂ ਸੁਣਨਾ ਚਾਹੁੰਦੇ। ਉਹਨੂੰ ਵੀ ਕੋਈ ਉਹਨਾਂ ਨੂੰ ਸੇਧ ਦੇ ਰਿਹਾ, ਕੋਈ ਗਿਆਨ ਦੇ ਰਿਹਾ ਆ ਗੁਰਬਾਣੀ ਜਿਹੜੀ ਹੈ ਗੁਰੂ ਦੀ ਮੱਤ ਆ, ਗੁਰੂ ਦੀ ਮੱਤ ਜਿਹੜੀ ਆਪਾਂ ਨੂੰ ਗਿਆਨ ਦੇ ਰਹੀ ਆ। ਕਹਿੰਦੇ ਉਹਨਾਂ ਨੇ ਨਹੀਂ ਸੁਣਨੀ। ਮਨੋ ਜੇ ਅੰਧੇ ਕੂਪ, ਮਨ ਤੋਂ ਅੰਨੇ ਹੈ। ਕੂਪ ਬਿਲਕੁਲ ਅੰਨੇ ਖੂਹ ਦੇ ਵਿੱਚ ਜੋ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਫਿਲਟਰ ਲੱਗਿਆ ਹੋਇਆ, ਉਹਨਾਂ ਦਾ ਜਿਹੜਾ ਜੋ ਉਹਨਾਂ ਨੇ ਦਾਇਰਾ ਬਣਾਇਆ ਹੋਇਆ, ਉਹਨਾਂ ਦੇ ਜਿਹੜੇ ਕਲਟ ਦੇ ਵਿੱਚ ਹੈਗੇ ਉਹਨਾਂ ਨੇ ਉਸ ਤੋਂ ਬਾਹਰ ਨਹੀਂ ਨਿਕਲਣਾ। ਮਨੋ ਜੇ ਅੰਧੇ ਕੂਪ ਕਹਿਆ ਬਿਰਦ ਨਾ ਜਾਣਨੀ। ਨਹੀਂ ਜਾਣਦੇ ਭਾਈ ਇਸ ਕਹੇ ਨੂੰ, ਕਿਸੇ ਦੇ ਕੋਈ ਸਮਝਾ ਦਿਆ ਆ ਨਹੀਂ, ਉਹਦੀ ਵੈਲਿਊ ਨਹੀਂ ਪਾਉਂਦੇ। ਉਹ ਮਨੇ ਅੰਧੇ ਊਂਧੇ ਕੰਵਲ ਦਿਸਣ ਖਰੇ ਕਰੂਪ। ਕਹਿੰਦੇ ਮਨੋਂ ਅੰਧੇ ਹੈਗੇ ਆ ਤੇ ਉਹਨਾਂ ਦਾ ਜਿਹੜਾ ਹੈਗਾ ਹਿਰਦਾ ਕਮਲ ਜਿਹੜਾ ਹੈਗਾ ਪਰਮਾਰਥ ਵੱਲੋਂ ਬਿਲਕੁਲ ਪੁੱਠਾ ਪਿਆ ਹੋਇਆ ਹੈ, ਮਾਇਆ ਵੱਲ ਨੂੰ ਪੂਰੀ ਤਰ੍ਹਾਂ ਗਤੀਸ਼ੀਲ ਹੈਗਾ।
ਉਹਨਾਂ ਦੇ ਅੰਦਰ ਜਿਹੜੇ ਹੈਗੇ ਐਸਾ ਜਿਹੜਾ ਵਿਸ਼ੇ ਵਿਕਾਰਾਂ ਦਾ ਜਲ ਪੂਰਾ ਭਰਿਆ ਪਿਆ ਹੈ। ਹਿਰਦਾ ਕਮਲ ਮਨੇ ਅੰਧੇ ਹੁੰਦੇ ਕਮਲ ਦਿਸਨ ਖਰੇ ਕਰੂਪ, ਇੱਕ ਕਹਿ ਜਾਣਨ ਕਹਿਆ ਬੁੱਝੈ ਤੇ ਨਰ ਸੁਗੜ ਸਰੂਪ। ਕਹਿੰਦੇ ਇੱਕ ਐਸੇ ਵੀ ਹੈਗੇ ਕਿ ਕੋਈ ਸਮਝਾਉਂਦਾ ਹੈ ਜਾਂ ਕੋਈ ਕਿਤੋਂ ਜਿਹੜਾ ਹੈਗਾ ਗੁਰੂ ਦੀ ਮੱਤ ਜਿਹੜੀ ਹੈ ਕਿਤੋਂ ਬੋਲ ਬ੍ਰਹਮ ਬੋਲ ਤੇ ਉਹਨਾਂ ਨੂੰ ਬੁੱਝ ਲੈਂਦੇ ਆ। ਕਹਿੰਦੇ ਉਹ ਤਾਂ ਬੜੇ ਜਿਹੜੇ ਹੈਗੇ ਸੋਹਣੇ ਚੰਗੇ ਬੰਦੇ ਹੈਗੇ ਆ, ਸੁਗੜ ਸਰੂਪ ਸੋਹਣੇ ਸਰੂਪ ਵਾਲੇ ਹੈਗੇ ਆ ਉਹ ਇਨਸਾਨ। ਇਕ ਨਾ ਨਾਦ ਨਾ ਵੇਦ ਨਾ ਘੀ ਰਸ ਰਸ ਕਸ ਨਾ ਜਾਣੰਤ। ਕਹਿੰਦੇ ਇੱਕ ਐਸੇ ਵੀ ਹੈਗੇ ਆ ਜਿਹੜੇ ਕੋਈ ਜਿਹੜਾ ਹੈ ਉਹਨਾਂ ਨੂੰ ਨਾ ਕੋਈ ਕਿਸੇ ਸੰਗੀਤ ਨਾਲ ਕੋਈ ਇੰਟਰਸਟ ਨਹੀਂ ਹੈਗਾ, ਨਾ ਕੋਈ ਗਿਆਨ ਦੇ ਨਾਲ ਕੋਈ ਇੰਟਰਸਟ ਨਹੀਂ ਹੈ, ਜਾਣਦੇ ਹੀ ਨਹੀਂ ਆ, ਨਾ ਕੋਈ ਗੀਤ ਜਿਹੜੇ ਹੈਗੇ ਇਹ ਗੁਰਬਾਣੀ ਜਿਹੜੀ ਹੈਗੀ ਆ ਸ਼ਬਦ ਜਿਹੜੇ ਹੈਗੇ ਇਹਨਾਂ ਦਾ ਕੋਈ ਰਸ ਹੈਗਾ। ਰਸ ਕਸ ਨਾ ਜਾਣੰਤ, ਇਹਨਾਂ ਦਾ ਕੀ ਕੋਈ ਵੀ ਰਸ ਜਿਹੜਾ ਕੋਮਲਤਾ ਉਹਨਾਂ ਦੇ ਕੋਲ ਕੋਮਲਤਾ ਨਾਮ ਦੀ ਚੀਜ਼ ਹੀ ਨਹੀਂ ਆ। ਬਸ ਪੱਥਰ ਵਾਂਗੂ ਠਾ ਠਾ ਕਰਦੇ ਫਿਰਦੇ ਆ, ਇੱਧਰ ਵੱਜ ਗਏ ਇੱਧਰ ਵੱਜ ਗਏ, ਆਹ ਭੰਨਤਾ ਇੱਧਰ ਤੋੜਤਾ, ਕੋਈ ਇੰਨੇ ਹਾਰਡ ਹੈਗੇ ਆ। ਇਹ ਬਿਲਕੁਲ ਕੋਮਲ ਚੀਜ਼ਾਂ ਹੈ ਹੀ ਨਹੀਂ ਉਹਨਾਂ ਦੇ ਅੰਦਰ। ਜਿਨ੍ਹਾਂ ਦਾ ਹਿਰਦਾ ਕੋਮਲ ਨਹੀਂ ਆ ਤੇ ਉਹ ਕਿਸ ਤਰੀਕੇ ਦੇ ਨਾਲ ਰੱਬ ਦੇ ਰਸਤੇ ਤੇ ਜਾਣਗੇ। ਇੱਕ ਨਾ ਨਾਦ ਨਾ ਵੇਦ ਨਾ ਗੀ ਰਸ, ਗੀ ਮਤਲਬ ਗੀਤਾਂ ਦਾ ਰਸ, ਰਸ ਕਸ ਨਾ ਜਾਣੰਤ। ਕਹਿੰਦੇ ਇੱਕ ਨਾ ਸੁਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਕਹਿੰਦੇ ਇੱਕ ਜਿਹੜੇ ਕੋਈ ਸੋਝੀ ਨਹੀਂ ਹੈਗੀ, ਕੋਈ ਬੁੱਧੀ ਨਹੀਂ ਹੈਗੀ, ਕੋਈ ਅਕਲ ਨਹੀਂ ਹੈਗੀ। ਸਾਰ ਵਸਤੂ ਕੀ ਹੈਗੀ? ਅਕਲ ਸਾਰ ਵੀ ਸਾਰ ਤੱਤ ਵਸਤੂ ਕੀ ਹੈਗੀ? ਕਹਿੰਦੇ ਅੱਖਰ ਕਾ ਭਿਓ ਨਾ ਲਹੰਤ, ਵੀ ਅੱਖਰ ਲਿਖੇ ਹੋਏ ਆ ਇਹਦਾ ਭੇਤ ਨਹੀਂ ਲੈਂਦੇ। ਬਸ ਉਹਨਾਂ ਨੇ ਟਰਾਂਸਲੇਸ਼ਨ ਕਰਤੀ ਗੁਰਬਾਣੀ ਦੀ, ਗੁਰਬਾਣੀ ਜਿਹੜੀ ਹੈਗੀ ਆ ਉਹਦੀ ਜਿਹੜੀ ਹੈਗੀ ਉਹਨਾਂ ਨੇ ਟੀਕਾ ਕਰ ਲਿਆ, ਟਰਾਂਸਲੇਸ਼ਨ ਕਰ ਦਿੱਤੀ ਅੱਖਰਾਂ ਦੇ ਨਾਲ। ਬਾਣੀ ਆਹ ਕਹਿੰਦੀ ਆ, ਬਾਣੀ ਉਹ ਕਹਿੰਦੀ ਆ, ਪਰ ਜਿਹੜਾ ਹੈਗਾ ਬਾਣੀ ਤਾਂ ਚੌਥੇ ਪਦ ਦੀ ਬਾਣੀ ਆ। ਮਹਾਰਾਜ ਕਹਿੰਦੇ ਆ ਹੁਣ ਹਾਲੇ ਨਾ ਕਹਿੰਦੀ ਗੀਤ ਹਾਂ। ਇੱਕ ਨਾ ਸੁਧ ਨਾ ਬੁੱਧ, ਇੱਕ ਨਾ ਸੁਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ। ਕਹਿੰਦੇ ਬਾਣੀ ਜਿਹੜੀ ਹੈਗੀ ਆ, ਅੱਖਰ ਜਿਹੜੇ ਹੈਗੇ ਆ ਇਹ ਪੋਇਟਰੀ ਹੈਗੀ ਆ। ਇਹਨਾਂ ਦਾ ਜਿਹੜਾ ਹੈਗਾ ਇਹ ਮੁਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ, ਇਹ ਤਾਂ ਮੁਦਾਵਣੀ ਹੈਗੀ, ਪਹੇਲੀ ਹੈਗੀ ਆ। ਇਹਦਾ ਭੇਤ ਲੈਣਾ ਹੈ ਆਪਾਂ ਨੇ। ਇਹਦੇ ਵਿੱਚੋਂ ਜੋ ਬਾਣੀ ਕਹਿ ਰਹੀ ਆ, ਉਹ ਜੋ ਅੱਖਰ ਲਿਖੇ ਹੋਏ ਆ, ਉਹ ਅੱਖਰ ਜਿਹੜੇ ਹੈਗੇ ਉਹਦੇ ਅੰਦਰੋਂ ਕੋਈ ਗਿਆਨ ਦੇ ਰਹੇ ਆ। ਉਹ ਜਿਸ ਤਰ੍ਹਾਂ ਜਿਹੜੇ ਹੈਗੇ ਕੋਈ ਪਹੇਲੀ ਆ, ਨੀਲੀ ਟੱਲੀ ਚੌਲ ਬੱਧੇ ਦਿਨੇ ਗਵਾਚੇ ਰਾਤੀ ਲੱਭੇ। ਹੁਣ ਚੌਲ ਤੇ ਜਿਹੜੇ ਹੈਗੇ ਰਾਤ ਦੀ ਦਿਨ ਦੀ ਗੱਲ ਹੋ ਰਹੀ ਆ ਤੇ ਇਹਦੇ ਅਰਥ ਹੈਗੇ ਤਾਰੇ। ਹੁਣ ਦੇਖ ਲਓ ਕਿੱਥੋਂ ਲੱਭ ਲਿਆ ਤਾਰੇ, ਕਿੱਥੋਂ ਬੁੱਝ ਲਿਆ ਤਾਰੇ। ਇਸ ਤਰੀਕੇ ਦੇ ਨਾਲ ਗੁਰਬਾਣੀ ਜਿਹੜੀ ਹੈਗੀ ਆ ਇਹ ਚੌਥੇ ਪਦ ਦੀ ਬਾਣੀ ਆ। ਇਹਨੇ ਚੌਥੇ ਪਦ ਦੀ ਗੱਲ ਕਰਨੀ ਆ। ਜਿਹੜਾ ਪਰਮਾਰਥ ਵੱਲ ਤੇ ਧਿਆਨ ਸਿਮਰਨ ਕਰ ਰਿਹਾ ਆ, ਇਹ ਬਾਣੀ ਨੇ ਉਹਨੂੰ ਡਾਈ ਦੇਣੀ ਆ। ਬਾਕੀ ਨੇ ਨਹੀਂ ਸਮਝਣਾ ਇਸ ਨੂੰ, ਬਾਕੀ ਨੇ ਇਹਨੂੰ ਗਾ ਕੇ ਇਹਨੂੰ ਜਿਹੜਾ ਹੈਗਾ ਇਹਦੇ ਟੀਕੇ ਕਰਕੇ ਇਹਦੇ ਅਰਥ ਕਰਕੇ ਵਿਚਾਰ ਕਰਕੇ ਇੱਥੇ ਛੱਡ ਦੇਣਾ ਇਹਨੂੰ। ਇੱਕ ਨਾ ਸੁਧ ਨਾ ਬੁੱਧ ਨਾ ਅਕਲ ਸਰ, ਅਕਲ ਦਾ ਕੋਈ ਸਾਰ ਨਹੀਂ ਆ ਉਹਨਾਂ ਨੂੰ, ਨਾ ਸੋਝੀ ਹੈਗੀ ਨਾ ਬੁੱਧੀ ਹੈਗੀ ਉਹਨਾਂ ਦੀ, ਜਿਹੜੀ ਵਿਵੇਕ ਬੁੱਧੀ ਵਿਚਾਰਨ ਵਾਲੀ ਬੁੱਧੀ। ਅੱਖਰ ਕਾ ਭਿਓ ਨਾ ਲਹੰਤ, ਅੱਖਰਾਂ ਦਾ ਭੇਤ ਨਹੀਂ ਲੈਂਦੇ। ਫਿਰ ਇਸ ਤੋਂ ਬਾਅਦ ਆਖਰੀ ਦੇ ਵਿੱਚ ਮਹਾਰਾਜ ਕਹਿੰਦੇ ਆ ਕਿ ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰਨ। ਕਹਿੰਦੇ ਇਸ ਤੋਂ ਉੱਪਰ ਜਿਹੜਾ ਹੈਗਾ ਕੋਈ ਉਹਨਾਂ ਨੂੰ ਪਤਾ ਨਹੀਂ, ਸੋਝੀ ਨਹੀਂ ਹੈ, ਬੁੱਧੀ ਨਹੀਂ ਹੈ, ਸਾਰਾ ਕੁਝ ਹੈਗਾ, ਅਕਲ ਵੀ ਨਹੀਂ ਹੈਗੀ ਆ। ਕਹਿੰਦੇ ਵੀ ਇਸ ਤੋਂ ਵੀ ਅੱਗੇ ਜਿਹੜੇ ਹੈਗੇ ਕਹਿੰਦੇ ਨਾਨਕ ਸੇ ਨਰ ਅਸਲ ਖਰ, ਕਹਿੰਦੇ ਅਸਲ ਖੋਤੇ ਹੈਗੇ ਉਹ, ਅਸਲ ਖਰ ਉਹਨਾਂ ਦੀ ਖੋਤੇ ਦੀ ਬੁੱਧੀ ਹੈਗੀ। ਕਿਹੜੇ? ਕਹਿੰਦੇ ਇੰਨਾ ਸਾਰਾ ਕੁਝ ਕੋਈ ਗੁਣ ਹੀ ਨਹੀਂ ਹੈਗਾ। ਫਿਰ ਬਗੈਰ ਗੁਣ ਦੇ ਵੀ ਫਿਰ ਆਕੜ ਪੂਰੀ ਦੀ ਪੂਰੀ ਹੈਗੀ ਆ, ਹਉਮੈ ਪੂਰੀ ਦੀ ਪੂਰੀ ਹੈਗੀ ਆ। ਬਗੈਰ ਗੁਣਾਂ ਦੇ ਕਹਿੰਦੇ ਆਕੜ ਕਰੀ ਜਾ ਰਹੇ ਆ। ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਕਹਿੰਦੇ ਬਗੈਰ ਗੁਣਾਂ ਦੇ ਹੀ ਆਕੜੀ ਜਾ ਰਹੇ ਆ ਵੀ ਸਾਡੇ ਵਰਗਾ ਤਾਂ ਦਿਮਾਗ ਕਿਸੇ ਦਾ ਹੈ ਹੀ ਨਹੀਂ ਆ, ਸਾਨੂੰ ਜਿੰਨਾ ਪਤਾ ਹੈ ਬਸ ਉਹ ਬਸ ਆਪਣੇ ਉੱਤੇ ਆਪਣੀ ਫੋਕੀ ਉਹਦੇ ਆਕੜੀ ਜਾ ਰਹੇ, ਨਾ ਗਿਆਨ ਲੈਣਾ ਚਾਹੁੰਦੇ ਆ ਤੇ ਨਾ ਗਿਆਨ ਨੂੰ ਮੰਨਦੇ ਆ। ਹਾਂਜੀ ਗੁਰਕੀ ਸਾਹਿਬ। ਹਾਂਜੀ ਠੀਕ ਹੈ ਜੀ। ਹੁਣ ਸਾਧ ਸੰਗਤ ਜੀ ਬਾਣੀ ਆਪਾਂ ਨੂੰ ਜੋ ਸਮਝਾ ਰਹੀ ਆ, ਕੱਲ ਵੀ ਦੱਸਿਆ ਸੀ
ਕਿਉਂਕਿ ਉਹ ਵੇਖੋ ਅਗਿਆਨ ਦੇ ਕਰਕੇ ਲੋਕ ਕਿੱਥੇ ਫਸੇ ਹੋਏ ਨੇ। ਤੇ ਉਹ ਵੇਖ ਲਓ ਔਰਤ 18-19 ਸਾਲ ਤੋਂ ਇੱਕ ਡੇਰੇ ਤੇ ਜਾ ਰਹੀ ਆ ਔਰ ਉਹ ਕਹਿੰਦੀ ਆ ਕਿ ਸਾਡਾ ਜਿਹੜਾ ਬਾਬਾ ਜੀ ਸੀ ਉਹ ਬਾਬਾ ਜੀ ਦੀ ਮਾਂ ਮਰ ਗਈ। ਉਹ ਵੇਖੋ ਉੱਥੇ ਚਲ ਗਈ ਧਰਮਰਾਜ ਕੋਲ। ਧਰਮਰਾਜ ਉਹ ਕਹਿੰਦਾ ਕਿ ਬਈ ਮਾਈ ਤੂੰ ਅੰਮ੍ਰਿਤ ਨਹੀਂ ਛਕਿਆ, ਤੈਨੂੰ ਨਰਕਾਂ 'ਚ ਜਾਣਾ ਪੈਣਾ ਹੈ, ਪਰ ਤੂੰ ਇੱਕ ਬਾਬੇ ਦੀ ਇੱਕ ਬ੍ਰਹਮ ਗਿਆਨੀ ਦੀ ਮਾਂ ਵਾ, ਇਸ ਕਰਕੇ ਤੈਨੂੰ ਅਸੀਂ ਵਾਪਸ ਭੇਜ ਦਿੰਦੇ ਹਾਂ। ਤੇ ਉਹ ਇੱਕ ਪੜ੍ਹੀ ਲਿਖੀ ਜਨਾਨੀ ਔਰ ਉਹਨੇ ਕਿਤੇ ਵੇਖੋ ਉਹਨੂੰ ਜੇ ਕਿਸੇ ਨੇ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ, ਕਿਤੇ ਸਮਝਦੀ ਉਹ ਨਿੱਜਰ ਸਾਹਿਬ। ਬਿਲਕੁਲ ਇਹ ਬਾਣੀ ਵੀ ਉਹ ਚੀਜ਼ ਨੂੰ ਸਮਝਾ ਰਹੀ ਆ। ਵੇਖੋ ਹੁਣ ਬਾਣੀ ਉਸੇ ਗੱਲ ਨੂੰ ਨਹੀਂ ਸਮਝਾ ਰਹੀ ਜਿਹੜੀ ਆਪਾਂ ਕੱਲ ਗੱਲ ਕੀਤੀ ਆ ਕਿ ਕਈ ਲੋਕਾਂ ਦੇ ਜਦੋਂ ਬ੍ਰੇਨ ਵਾਸ਼ ਕਰ ਦਿੰਦੇ। ਹੁਣ ਤੁਸੀਂ ਕਹੋਗੇ ਕਿ ਵੀਰ ਜੀ ਬ੍ਰੇਨ ਵਾਸ਼ ਕਿੱਦਾਂ ਕਰ ਦੋਗੇ? ਹੁਣ ਕਈ ਲੋਕ ਹੈਗੇ ਨੇ ਉਹ ਜੰਨਤ 'ਚ ਵਿਸ਼ਵਾਸ ਕਰਦੇ ਨੇ। ਉਹ ਸੋਚਦੇ ਨੇ ਕਿ ਇਹ ਜ਼ਿੰਦਗੀ ਤੋਂ ਬਾਅਦ ਸਾਨੂੰ ਜੰਨਤ 'ਚ ਭੇਜਿਆ ਜਾਊਗਾ ਔਰ ਉੱਥੇ ਪਰੀਆਂ ਨੇ ਪਤਾ ਨਹੀਂ ਕੀ ਹੋ ਜਾਏਗਾ। ਸੋ ਉਹਨਾਂ ਦੀ ਜੰਨਤ ਦੀਆਂ ਫੋਟੋਆਂ ਵੀ ਬਣਾਈਆਂ ਸੀ। ਪਹਿਲਾਂ ਮੇਰਾ ਪਤਾ ਨਹੀਂ ਇੰਡੀਆ 'ਚ ਪਤਾ ਨਹੀਂ ਕਿਹੜੇ ਦੇਸ਼ 'ਚ ਜੰਨਤ ਦੀਆਂ ਟਿਕਟਾਂ ਵਿਕਦੀਆਂ ਸੀ। ਲੋਕੀ ਟਿਕਟਾਂ ਖਰੀਦ ਲੈਂਦੇ ਸੀ। ਮਰਨ ਤੋਂ ਬਾਅਦ ਇਹਨਾਂ ਦੀ ਕਬਰ ਦੇ ਵਿੱਚ ਪਾਉਂਦੇ ਸੀ ਟਿਕਟ। ਨਿੱਜਰ ਸਾਹਿਬ ਲਓ ਜੀ, ਇਹਦਾ ਮਤਲਬ ਕਿ ਬੇਵਕੂਫਾਂ ਦੀ ਕਮੀ ਨਹੀਂ ਗੀ ਧਰਤੀ ਤੇ ਬਾਣੀ ਆਪਾਂ ਨੂੰ ਇਹ ਸਮਝਾਉਂਦੀ ਆ ਕਿ ਇਹਨਾਂ ਬੇਵਕੂਫੀਆਂ ਉੱਤੇ ਜਗ੍ਹਾ ਕੋਈ ਨਹੀਂ। ਹਾਂਜੀ ਪਹਿਲੇ ਤੋਂ ਬੋਲੋ ਜੀ। ਮਨੋ ਜੇ ਅੰਧੇ ਕੂਪ ਕਹਿਆ ਬਿਰਧ ਨਾ ਜਾਣਨੀ। ਕਹਿੰਦੇ ਉਹ ਤਾਂ ਬਿਲਕੁਲ ਅੰਨੇ ਖੂਹ ਦੇ ਵਿੱਚ ਪਏ ਹੋਏ, ਜਿਹੜਾ ਕਿਸੇ ਦੀ ਗੱਲਬਾਤ ਜਿਹੜੀ ਆ ਉਹ ਗੱਲਬਾਤ ਜਿਹੜੀ ਆ ਕਹੇ ਦਾ ਮੁੱਲ ਨਹੀਂ ਪਾਉਂਦੇ। ਕੋਈ ਸਮਝਾ ਰਿਹਾ ਆ ਉਹਨਾਂ ਨੂੰ ਤੇ ਜਿਹੜਾ ਚਾਨਣ ਦੇਣ ਦੀ ਕੋਸ਼ਿਸ਼ ਕਰ ਰਿਹਾ ਆ, ਕਹਿੰਦੇ ਉਹ ਤਾਂ ਚਾਨਣ ਲੈਣਾ ਹੀ ਨਹੀਂ ਚਾਹੁੰਦੇ। ਹਾਂ ਬਿਲਕੁਲ ਸਹੀ ਆ। ਉਹ ਕਹਿੰਦੇ ਕਿ ਵੇਖ ਲਓ ਐਸੇ ਬੰਦੇ ਵੀ ਹੈਗੇ ਨੇ ਧਰਤੀ ਤੇ ਜਿਨ੍ਹਾਂ ਨੂੰ ਜੇ ਕੋਈ ਚੰਗਾ ਰਾਹ ਵਿਖਾਉਣ ਦੀ ਕੋਸ਼ਿਸ਼ ਵੀ ਕਰਦਾ ਤਾਂ ਮੰਨਦੇ ਹੀ ਨਹੀਂ ਅਗਲੇ। ਬਿਲਕੁਲ, ਕਿਉਂਕਿ ਉਹ ਇੰਨੇ ਦੇ ਉਹਨਾਂ ਦਾ ਹਾਰਡ ਹੈਡ ਆ, ਉਹਨਾਂ ਦੇ ਅੰਦਰ ਉਹਨਾਂ ਨੇ ਲੋਹੇ ਦੀ ਕੋਟਿੰਗ ਕੀਤੀ ਆ। ਤੁਸੀਂ ਬਾਹਰ ਨਹੀਂ ਕੋਈ ਸੁਣਨਾ, ਕਿਉਂਕਿ ਬਾਹਰ ਸੁਣਿਆ ਤਾਂ ਰੌਲਾ ਪੈ ਜਾਣਾ। ਹੁਣ ਬਾਣੀ ਕਹਿੰਦੀ ਆ, ਮੈਂ ਤੇ ਨਿੱਜਰ ਸਾਹਿਬ ਥੋੜੀ ਕੁਛ ਕਹਿੰਦੇ ਆ। ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ। ਪਹਿਲੀ ਪਾਤਸ਼ਾਹ ਜੇ ਤੇ ਤੁਸੀਂ ਆਪਣਾ ਧਰਮ ਆ ਤੇ ਧਰਮ ਦੇ ਪਹਿਲੇ ਨੇ ਜਿਹੜੇ ਆਪਣੇ ਮੁੱਢ ਨੇ ਉਹ ਆਪਾਂ ਨੂੰ ਸਮਝਾ ਰਹੇ ਨੇ। ਪਰ ਆਪਾਂ ਨੇ ਹੁਣ ਗੱਲ ਸੁਣ ਕੇ ਗੱਲ ਖਤਮ ਥੋੜੀ ਕਰ ਦੇਣੀ ਆ। ਆਪਣੇ ਚ ਬਥੇਰੇ ਲੋਕ ਅਜੇ ਵੀ ਤੁਰੇ ਜਾਂਦੇ ਆ। ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ। ਤੇ ਜੇ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੀ ਗੱਲ ਤੇ ਮੋਹਰ ਨਹੀਂ ਲਾਉਣਗੇ ਤੇ ਤੁਸੀਂ ਉੱਥੇ ਚੱਲ ਜਾਓਗੇ, ਕੀ ਹੋਊਗਾ ਦੱਸੋ ਮੈਨੂੰ? ਇੱਕ ਇਹ ਜਿਹੜਾ ਹੁਣ ਦਾ ਸਮੇਂ ਦੇ ਹਿਸਾਬ ਨਾਲ ਲੋਕੀ ਆਪਾਂ ਨੂੰ ਗੁੰਮਰਾਹ ਕਰ ਰਹੇ ਨੇ, ਉਹਨਾਂ ਦੀ ਗੱਲ ਸੁਣਨੀ ਜ਼ਰੂਰੀ ਹੈ ਕਿ ਸਾਡੇ ਜਿਹੜੇ ਗੁਰੂਆਂ ਨੇ ਸਾਡੇ ਲਈ ਜਿਹੜੇ ਲੈਂਡ ਮੈਪ ਬਣਾਏ ਨੇ ਔਰ ਜਿੱਥੇ ਉਹਨਾਂ ਨੇ ਜੀਵਨ ਨੂੰ ਅਨੁਭਵ ਕੀਤਾ, ਜਿਨ੍ਹਾਂ ਦਾ ਆਪਣਾ ਅਨੁਭਵ ਸੀ, ਉਹਨਾਂ ਨੇ ਆਪਣਾ ਅਨੁਭਵ ਸਾਨੂੰ ਦੱਸਿਆ। ਫਿਰ ਅਗਲੇ ਬੰਨੇ ਤੁਕ ਬੋਲੋ ਜੀ। ਮਨ ਅੰਧੇ ਊਂਦੇ ਕੰਵਲ ਦਿਸਣ ਖਰੇ ਕਰੂਪ। ਕਹਿੰਦੇ ਬਾਹਰੋਂ ਤਾਂ ਬੜੇ ਸੋਹਣੇ ਹੈਗੇ ਆ, ਮਨੋਂ ਜਿਹੜੇ ਅੰਨੇ ਹੈਗੇ ਆ ਤੇ ਹਿਰਦਾ ਕਵਲ ਜਿਹੜਾ ਹੈਗਾ ਉਹ ਪੁੱਠਾ ਹੈਗਾ। ਮਾਇਆ ਵੱਲ ਨੂੰ ਗਤੀ ਕਰ ਰਿਹਾ ਹੈ, ਪਰਮਾਰਥ ਵੱਲ ਨੂੰ ਧਿਆਨ ਸਿਮਰਨ ਵੱਲੋਂ ਬਿਲਕੁਲ ਹੀ ਸਖਣੇ ਹੈਗੇ ਆ। ਕਹਿੰਦੇ ਬੜੇ ਹੀ ਪਰ ਜਿਹੜੇ ਕਹਿੰਦੇ ਉਹ ਹੈ ਬੜੇ ਕਰੂਪ ਹੈਗੇ ਅੰਦਰੋਂ ਤਾਂ ਕਹਿੰਦੇ ਮੈਨੂੰ ਤਾਂ ਬੜੇ ਜਿਹੜੇ ਭੈੜੀ ਸ਼ਕਲ ਵਾਲੇ ਨਜ਼ਰ ਆਉਂਦੇ ਆ। ਪਹਿਲੀ ਪਾਤਸ਼ਾਹੀ ਕਹਿ ਰਹੀ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਬਾਣੀ ਵੇਖ ਲਓ ਕਿੱਡੀ ਸੋਹਣੀ ਗੱਲ ਕਰਦੇ, ਕਹਿੰਦੇ ਮਨ ਦੇ ਅੰਧੇ ਨੇ। ਕਹਿਣ ਤੋਂ ਭਾਵ ਕਿ ਅਕਲ ਦੇ ਅੰਨੇ ਨੇ। ਤੇ ਕਹਿੰਦੇ ਆ ਕਿ ਉਧਰੇ ਕਵਲ ਉਹਨਾਂ ਦਾ ਜਿਹੜਾ ਉਹਦੇ ਕਵਲ ਦਾ ਮਤਲਬ ਹੁੰਦਾ ਹੈ ਕਿ ਸਾਧ ਸੰਗਤ ਜੀ ਤੁਹਾਡੇ ਅੰਦਰ ਇੱਕ ਨਾਭ ਕਮਲ ਆ। ਹੁਣ ਜਿਹੜਾ ਤੁਹਾਡਾ ਸਿੱਧਾ ਨਹੀਂ ਹੋ ਰਿਹਾ, ਤੁਸੀਂ ਵੇਖੋਗੇ ਤੁਹਾਡੇ ਅੰਦਰ ਇੱਕ ਕਮਲ ਨਹੀਂ ਉੱਪਰ ਨੂੰ ਤਾਂ ਨੂੰ ਜਾ ਰਿਹਾ, ਉੱਤੇ ਸਿਰ ਦੇ ਉੱਤੇ ਨੂੰ ਪ੍ਰੈਸ਼ਰ ਪੈ ਰਿਹਾ ਪੂਰਾ ਸਿਰ ਤੇ, ਜਿੱਦਾਂ ਪਾਥੀ ਰੱਖੀ ਹੁੰਦੀ ਆ। ਇੰਝ ਲੱਗਦਾ ਤੁਹਾਡਾ ਮੱਥਾ ਕਿਨੇ ਨੱਪ ਰਿਹਾ ਕੋਈ ਬੰਦਾ। ਉਹੀ ਆ, ਇਹਨੂੰ ਕਮਲ ਨੂੰ ਕਹਿੰਦੇ, ਇਹਨੂੰ ਕਮਲ ਤੁਹਾਡਾ ਸਿੱਧਾ ਹੋ ਰਿਹਾ। ਪਰ ਜਦੋਂ ਵੀ ਕਮਲ ਸਿੱਧਾ ਹੋ ਗਿਆ ਤਾਂ ਥੱਲੜੀਆਂ ਇੰਦਰੀਆਂ ਜਿਹੜੀਆਂ ਨੇ ਉਹ ਡਿਸਕਨੈਕਟ ਹੋ ਜਾਣੀਆਂ, ਉਹਨਾਂ 'ਚ ਹਿੰਮਤ ਨਹੀਂ ਹੈ ਤੁਹਾਨੂੰ ਖਿੱਚ ਲੈਣ। ਹੁਣ ਇਹ ਕੀ ਹੈ, ਇਹਨਾਂ ਲੋਕਾਂ ਦਾ ਕਮਲ ਆ ਉਹਨਾਂ ਦਾ ਉਲਟਾ ਵਾ ਜਿੱਦਾਂ ਸਧਾਰਨ ਬੰਦੇ ਦਾ। ਤੁਹਾਡਾ ਵੀ ਪਹਿਲਾਂ ਉਲਟਾ ਸੀ, ਉਹ ਤਾਂ ਮੂੰਹ ਥੱਲੇ ਵੱਲ ਨੂੰ ਸੀ, ਸੰਸਾਰ ਦੇ ਵੱਲ ਨੂੰ। ਹੁਣ ਤੁਸੀਂ ਹੋ ਗਏ ਜੋ ਉੱਪਰ ਨੂੰ ਗਤੀ ਕਰ ਰਹੇ ਜੋ, ਸਿੱਧਾ ਹੋ ਗਿਆ। ਜਿੱਦਾਂ ਆਮ ਹੀ ਸਧਾਰਨ ਤੌਰ ਤੇ ਤੁਸੀਂ ਕਮਲ ਵੇਖੋ ਨਾ, ਛੱਪੜ ਦੇ ਵਿੱਚ ਹੁੰਦਾ ਗੰਦੇ ਪਾਣੀ 'ਚ। ਕਮਲ ਇੱਕ ਪ੍ਰਤੀਕ ਦੇ ਤੌਰ ਤੇ ਵਰਤਿਆ ਜਾਂਦਾ ਹੈ ਬਾਣੀ ਦੇ ਵਿੱਚ ਕਿ ਉਹਦੀ ਸੰਗਤ ਹੈ ਚਿੱਕੜ ਦੇ ਨਾਲ, ਪਰ ਫਿਰ ਵੀ ਚਿੱਕੜ ਤੋਂ ਕਾਫੀ ਉੱਚਾ ਹੁੰਦਾ। ਠੀਕ ਹੈ, ਬਿਲਕੁਲ ਠੀਕ ਹੈ। ਆ ਲਿਖਿਆ ਨਾ, ਹਾਂ ਅੱਗੇ ਕਹਿੰਦੇ ਦਿਸਣ ਖਰੇ, ਦਿਸਣ ਖਰੇ ਕਰੂ, ਬੜੇ ਭੈੜੇ ਕਹਿੰਦੇ, ਹਾਂ ਦਿਖਦੇ ਬੜੇ ਖਰੇ ਆ, ਕਿਉਂਕਿ ਉਹਨਾਂ ਨੇ ਪੇਂਟ ਬੜਾ ਵਧੀਆ ਕੀਤਾ ਹੋਇਆ। ਉਹ ਤੁਹਾਨੂੰ ਦਿਖਦੇ ਨਹੀਂ ਆ, ਬੜੇ ਸੋਹਣੇ ਉਹਨਾਂ ਨੇ ਪਹਿਰਾਵਾ ਪਾਇਆ ਹੋਇਆ, ਸਿਰ ਤੇ ਬੜਾ ਟੌਪ ਤੇ ਉਹਨਾਂ ਨੇ ਪੂਰਾ ਮੇਕਅਪ ਕਰਕੇ ਔਰ ਬੜੀ ਵੱਡੀ ਕੁਰਸੀ ਬਣਾਈ ਆ ਤੇ ਪੂਰਾ ਬਾਬਾ ਜੀ ਬੜੇ ਵੱਡੇ ਦਿਖਾਈ ਦੇ ਰਹੇ ਨੇ, ਬਹੁਤ ਜ਼ਬਰਦਸਤ। ਪਰ ਹੈ ਕਰੂਪ ਨੇ, ਬਿਲਕੁਲ ਅੰਦਰੋਂ ਕਰੂਪ ਨੇ। ਬਾਣੀ ਕਹਿੰਦੀ ਆ ਕਿ ਉਹ ਦਿਖਦੇ ਬੜੇ ਖਰੇ ਆ। ਖਰੇ ਦਾ ਮਤਲਬ ਹੁੰਦਾ ਹੈ ਕਿ ਯਾਰ ਸੌਦਾ ਬੜਾ ਖਰਾ ਵਾ, ਬੜਾ ਵਧੀਆ। ਬਾਣੀ ਵੇਖੋ ਕੀ ਕਹਿੰਦੀ ਆ ਤੁਹਾਨੂੰ, ਸਾਨੂੰ ਕਹਿੰਦੀ ਆ, ਤੁਹਾਨੂੰ ਨਹੀਂ, ਸਾਨੂੰ ਹੀ ਕਹਿੰਦੀ ਆ। ਕਹਿੰਦੇ ਦਿਸਣ ਖਰੇ, ਦਿਖਾਈ ਤੇ ਬੜੇ ਸੋਹਣੇ ਦਿੱਤੇ ਆ, ਬੜਾ ਸ਼ਾਨਦਾਰ ਮੇਕਅਪ ਕੀਤਾ ਹੈ,
ਪਰ ਅੰਦਰੋਂ ਕਹਿੰਦੇ ਕਰੂਪ ਹੈਗੇ ਨੇ, ਕਿਉਂਕਿ ਉਹ ਬੰਗਲੇ ਭਗਤ ਨੇ, ਉਹ ਬੰਗਲੇ ਨੇ। ਬਾਹਰੋਂ ਸੰਤ ਵਾਲਾ ਜਿਹੜਾ ਉਹਨਾਂ ਨੇ ਪਹਿਰਾਵਾ ਪਰ ਪਾਇਆ ਹੋਇਆ ਹੈ, ਹੰਸ ਬਣੇ ਹੋਏ ਨੇ ਪੂਰੇ, ਪਰ ਅੰਦਰ ਜਿਹੜੇ ਉਹਨਾਂ ਦੀ ਬਿਰਤੀ ਚ ਕੀ ਹੈਗਾ, ਕਰੂਪ ਨੇ। ਉਹਨਾਂ ਦੀ ਬਿਰਤੀ ਚ ਤੁਹਾਡੇ ਮਾਇਆ ਵਾ, ਉਹ ਮਛਲੀ ਵਾਂਗੂ ਉਹਨਾਂ ਦੀ ਬਿਰਤੀ ਹੈ। ਔਰ ਮਛਲੀ ਖਾ ਜਾਣ ਤੇ ਨਿੱਜਰ ਸਾਹਿਬ ਕੋਈ ਗੱਲ ਥੋੜੀ ਹੈਗੀ ਹੈ, ਇਹ ਤੁਹਾਡਾ ਜੀਵਨ ਨਸ਼ਟ ਕਰ ਦੇਣਾ ਇਹਨਾਂ ਨੇ। ਇਹਨਾਂ ਲੋਕਾਂ ਦਾ ਸਾਡਾ ਨਿੱਜਰ ਸਾਹਿਬ ਇਹਨਾਂ ਦਾ ਥੋੜੀ ਕੋਈ ਜਾਣਾ ਵਾ, ਇਹ ਤੇ ਗਰਕ ਗਏ ਨੇ। ਇੱਕ ਬੰਦਾ ਡੁੱਬਣ ਦਿਆ ਵਾ, ਹੁਣ ਇੱਕ ਬੰਦਾ ਵੇਖੋ ਨਸ਼ਾ ਕਰਦਾ ਵਾ, ਉਹ ਪਤਾ ਕੀ ਕਰਦਾ, ਉਹ 2-4 ਹੋਰ ਨੂੰ ਨਸ਼ਾ ਲਾ ਦਿੰਦਾ ਤਾਂ ਜੋ ਉਹਦੇ ਮਨ ਚ ਸ਼ਾਂਤੀ ਮਿਲ ਜਾਂਦੀ ਆ ਕਿ ਸਾਰੇ ਪੀਂਦੇ ਆ, ਜੇ ਮੈਂ ਵੀ ਪੀ ਜਾਵਾਂ ਕੀ ਫਰਕ ਪੈਂਦਾ। ਇਹ ਲੋਕ ਕੀ ਕਰਦੇ ਆ ਕਿ ਵੇਖੋ ਅੰਦਰੋਂ ਕਰੂਪ ਹੁੰਦੇ ਨੇ, ਜਿਹੜਾ ਬੰਦਾ ਅੰਦਰੋਂ ਕਰੂਪ ਹੈ, ਜੇ ਕੋਈ ਗੁਣ ਹੀ ਕੋਈ ਨਹੀਂ ਹੈਗਾ, ਕੇਵਲ ਦਿਖਾਈ ਦੇ ਰਿਹਾ, ਉਹਨੇ ਸਾਡਾ ਕੀ ਭਲਾ ਕਰਨਾ ਹੈ। ਹਾਂਜੀ ਬਾਣੀ ਕੀ ਕਹਿੰਦੀ ਹੈ ਇਹਦੇ ਵਿੱਚ ਦੇਖ ਲਓ ਗੁਰਕੀ ਸਾਹਿਬ, ਇਹ ਨਾ ਐਕਚੁਅਲੀ ਕੀ ਹੈ ਕਿ ਜੇ ਆਪ ਡੁੱਬੇ ਨਾ ਬੰਦਾ ਕੋਈ ਪ੍ਰੋਬਲਮ ਨਹੀਂ ਹੈ, ਪਰ ਇਹਨਾਂ ਨੇ ਹਜ਼ਾਰਾਂ ਲੱਖਾਂ ਨੂੰ ਨਾਲ ਹੋਰ ਡੋਬ ਕੇ ਇਹਨਾਂ ਨੇ ਲੈ ਜਾਣਾ। ਪ੍ਰੋਬਲਮ ਤਾਂ ਇੱਥੇ ਹੈ ਲੱਖਾਂ ਜੀ ਕਰੋੜਾਂ ਨੇ, ਜਿਸ ਕਰੋੜਾਂ ਇਹ ਲੈ ਕੇ ਜਾਣਾ ਹੀ ਜਾਣਾ ਜੀ। ਇੱਕ ਵਾਰ ਇੱਕ ਸਾਖੀ ਆਉਂਦੀ ਹੈ ਗੁਰੂ ਹਰਗੋਬਿੰਦ ਸਾਹਿਬ ਦੀ, ਉਹ ਜਾ ਰਹੇ ਸੀ ਤੇ ਇੱਕ ਨਾਗ ਜਿਹੜਾ ਫਨੀਅਰ ਜਿਹੜਾ ਸੀਗਾ, ਉਹ ਪੂਰਾ ਦਾ ਪੂਰਾ ਨਾ ਉਹਨੂੰ ਕੀੜੀਆਂ ਚਿੰਬੜੀਆਂ ਹੋਈਆਂ ਸੀ, ਉਹਦੇ ਪੂਰਾ ਜਿਹੜਾ ਕੀੜੀਆਂ ਨੇ ਪੂਰਾ ਇਸ ਤਰ੍ਹਾਂ ਘੇਰਿਆ ਹੋਇਆ ਸੀ, ਉਹਦੇ ਜ਼ਖਮ ਸੀਗੇ ਤੇ ਕੀੜੀਆਂ ਖਾਈ ਜਾਂਦੀਆਂ ਸੀ। ਕਹਿੰਦੇ ਮਹਾਰਾਜ ਜੀ ਇਹਦਾ ਕੋਈ ਉਧਾਰ ਕਰ ਦਿਓ। ਕਹਿੰਦੇ ਭਾਈ ਇਹਦਾ ਕੀ ਉਧਾਰ ਕਰਾਂ, ਇਹਨੇ ਆਹ ਕੀੜੀਆਂ ਜਿਹੜੀਆਂ ਇਹਦੇ ਚੇਲੇ ਹੈਗੇ ਸਾਰੇ ਦੇ ਸਾਰੇ, ਇਹਨਾਂ ਨੂੰ ਇਹਨੇ ਬਥੇਰਾ ਜਿਹੜਾ ਹੈਗਾ ਮਿਸਗਾਈਡ ਕੀਤਾ ਹੈ। ਆਹ ਦੇਖ ਲਓ ਨਿੱਜਰ ਸਾਹਿਬ ਮਿਸਗਾਈਡ ਕਿਸੇ ਨੇ ਕੀ ਕਰ ਰਹਾ। ਹੁਣ ਉਹ ਜਿਹੜੀ ਕੱਲ ਔਰਤ ਆ, ਉਹ ਕਹਿੰਦੀ ਆ ਕਿ ਬਾਬਾ ਉਹਨੂੰ ਜੇ ਉਹ ਐਸੀ ਇੱਕ ਘਟੀਆ 3rd ਗ੍ਰੇਡ ਦੀ ਬੱਚੇ ਨੂੰ ਸਮਝਾਓਗੇ ਨਾ, ਛੋਟਾ 3rd ਕਲਾਸ ਦਾ ਬੱਚਾ, ਉਹਨੇ ਕਹਿਣਾ ਕਿ ਇਹ ਝੂਠੀ ਕਹਾਣੀ ਆ। ਤੇ ਉੱਥੋਂ ਰੱਬ ਵੀ ਕੀ ਕਰ ਲੂਗਾ। ਇੱਕ ਔਰਤ 20 ਸਾਲ ਤੋਂ ਜਾ ਕੇ ਤੇ ਫਿਰ ਗੋਭੀ ਧੋਂਦੀ ਆ, ਕਿਤੇ ਗਾਜਰਾਂ ਧੋਂਦੇ ਆ, ਤੇ ਉੱਥੇ ਇੱਕ ਨਾਲ ਦੀ ਇੱਕ ਕੁੜੀ ਹੋਰ ਦੱਸਣ ਦੀ, ਕਹਿੰਦੀ ਵੀਰ ਜੀ ਜਦ ਤੱਕ ਬਾਬਾ ਕਹਿੰਦਾ ਕਿ ਜਦ ਤੱਕ ਰੋਟੀ ਨਾਲ ਪੱਕੂ ਜਾਣਾ ਨਹੀਂ ਤੁਸੀਂ ਇੱਥੋਂ। ਤੇ ਉਹ ਲੋਕ ਉਹਦੇ ਚ ਜ਼ਿੰਮੇਵਾਰ ਕੌਣ ਹੈ ਨਿੱਜਰ ਸਾਹਿਬ? ਐਸੀ ਇੱਕ ਮਨ ਘੜਤ ਕਹਾਣੀ ਤੇ ਜੇ ਕੋਈ ਵਿਸ਼ਵਾਸ ਕਰਨ ਦਿਆ ਵਾ ਤੇ ਉਹਦੇ ਚ ਕਸੂਰ ਬਾਬੇ ਦਾ ਕਿ ਸਾਡਾ? ਬਿਲਕੁਲ ਠੀਕ ਹੈ ਜੀ। ਹੈਂ, ਸਤਿਗੁਰੂ ਕਹਿੰਦੇ, ਸਤਿਗੁਰੂ ਨੂੰ ਸਭ ਪਤਾ ਵਾ। ਕਹਿੰਦਾ ਤਬੇਲੇ ਚ ਤੈਨੂੰ ਨਹੀਂ ਪਤਾ ਲੱਗਾ ਕਿ ਤੇਰੀ ਗਾਂ ਖੁੱਲੀ ਹੋਈ ਹੈ? ਉਦਾਂ ਕਹਿੰਦੇ ਕਿ ਤੁਹਾਨੂੰ ਅਗੰਮ ਲੋਕ ਤੇ ਬ੍ਰਹਮ ਲੋਕ ਦਾ ਸਭ ਪਤਾ ਵਾ। ਉੱਥੇ ਤੁਹਾਨੂੰ ਇਹ ਵੀ ਪਤਾ ਵਾ ਕਿ ਸਾਡਾ ਜਿਹੜਾ ਗੁਰੂ ਆ, ਉਹ ਤੁਹਾਨੂੰ ਇੱਧਰ ਇੱਕ ਪਤਾ ਨੀ ਕਿਹੜਾ ਬ੍ਰਹਮ ਵਾਹਨ ਆਊਗਾ, ਉੱਥੇ ਬਹਾ ਕੇ ਤੁਹਾਨੂੰ ਲੈ ਕੇ ਜਾਣਗੇ। ਅਗਲੇ ਬੰਨੇ ਇੱਕ ਬੜੀ ਵੱਡੀ ਅਗਨ ਦੀ ਨਦੀ ਹੈਗੀ ਆ। ਮੈਂ ਬੰਦਾ ਪੁੱਛੇ ਜਿਹੜਾ ਸਰੀਰ ਸਾਡਾ ਸਾੜਤਾ ਅੱਗ ਦੇ ਵਿੱਚ, ਤੇ ਇਸ ਤੋਂ ਵੱਧ ਅਗਨ ਹੋਰ ਕਿਹੜੀ ਹੋਣੀ ਹੈ? ਬਿਲਕੁਲ ਠੀਕ ਹੈ ਜੀ। ਪਰ ਲੋਕੀ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਕਰਦੇ ਨੇ, ਐਸੀਆਂ ਝੂਠੀਆਂ ਕਹਾਣੀਆਂ, ਔਰ ਬਾਣੀ ਵੇਖੋ ਇਹਨਾਂ ਚੀਜ਼ਾਂ ਦਾ ਖੰਡਨ ਕਰ ਰਹੀ ਹੈ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਇੱਕ ਕਹਿ ਜਾਣੇ ਕਹਿ ਬੁੱਝੇ ਤੇ ਨਰ ਸੁਗੜ ਸਰੂਪ, ਕਹਿੰਦੇ ਆ ਵੀ ਕੈਟੇਗਰੀ ਹੈਗੀ। ਦੇਖ ਲਓ, ਕਹਿੰਦੇ ਇੱਕ ਜਿਹੜੇ ਹੈਗੇ ਆ ਗੱਲਬਾਤ ਗਿਆਨ ਜਿਹੜਾ ਹੈਗਾ ਦੇਣਾ ਵੀ ਜਾਣਦੇ ਆ, ਤੱਤ ਵਸਤੂ ਦੂਸਰੇ ਨੂੰ ਕਹਿ ਬਈ ਜਿਹੜੀ ਹੈਗੀ ਜਿਹੜਾ ਬ੍ਰਹਮ ਗਿਆਨ ਜਿਹੜਾ ਹੈਗਾ ਜਾਂ ਗਿਆਨ ਜਿਹੜਾ ਹੈਗਾ ਦੂਸਰੇ ਨੂੰ ਦੇਣਾ ਵੀ ਜਾਣਦੇ ਆ, ਤੇ ਬੁੱਝਦੇ ਵੀ, ਆਪ ਬੁੱਝਦੇ ਵੀ ਹੈਗੇ ਆ, ਸਮਝਦੇ ਵੀ ਹੈਗੇ ਆ। ਕਹਿੰਦੇ ਤੇ ਨਰ ਸੁਗੜ ਸਰੂਪ, ਕਹਿੰਦੇ ਬੜੇ ਚੰਗੀ ਘਾੜਤ ਵਾਲੇ ਆ ਭਾਈ, ਸੋਹਣੇ ਲੱਗਦੇ ਆ ਕਹਿੰਦੇ ਜਿਹੜੇ ਗਿਆਨ ਨੂੰ ਬੁੱਝਦੇ ਆ ਤੇ ਦੂਜੇ ਤੱਕ ਵੀ ਪਹੁੰਚਾਉਂਦੇ ਹੈਗੇ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਸਾਧ ਸੰਗਤ ਜੀ ਇੱਥੇ ਵੇਖ ਲਓ, ਉਹ ਕਹਿੰਦੇ ਕਿ ਐਸੇ ਵੀ ਲੋਕ ਹੈਗੇ ਨੇ ਜਿਹੜੇ ਭੇਦ ਨੂੰ ਜਾਣਦੇ ਵੀ ਆ, ਔਰ ਜੇ ਉਹ ਕਈ ਉਹਨਾਂ ਤੋਂ ਫਾਇਦਾ ਉਠਾ ਵੀ ਲੈਂਦੇ। ਸਾਰੇ ਨਹੀਂ ਕਹਿੰਦੇ, ਪਰ ਉਹ ਕਹਿੰਦੇ ਪਹਿਲਾਂ ਉਹਨਾਂ ਦਾ ਨਾਂ ਲਿਆ ਕਿ ਜਿਹੜੇ ਮੰਨਦੇ ਹੀ ਨਹੀਂ। ਪਰ ਕੁਛ % ਏਦਾਂ ਦੇ ਵੀ ਹੁੰਦੇ ਆ ਜਿਹੜੇ ਕੀ ਕਰਦੇ ਆ, ਕਣੀ ਵਿਵੇਕ ਬੁੱਧੀ ਦੇ ਨਾਲ ਵਿਚਾਰ ਕਰਦੇ ਆ। ਉਹ ਦੋਨੋਂ ਸਾਈਡਾਂ ਤੇ ਜਾ ਕੇ ਗਿਆਨ ਸੁਣਦੇ ਆ, ਫਿਰ ਉਹ ਵੇਖਦੇ ਆ ਕਿ ਇਹ ਬੰਦਾ ਜੋ ਕਹਿ ਰਿਹਾ ਕਿਤੇ ਕੋਈ ਮਨ ਘੜਤ ਕਹਾਣੀਆਂ ਤੇ ਨਹੀਂ ਸੁਣਾਉਣ ਦਿਆ, ਬਾਣੀ ਦੇ ਨਾਲ ਗੱਲ ਰਲਦੀ ਇਹਦੀ, ਕਿਤੇ ਐਵੇਂ ਨੀ ਤੁਕਾਂ ਕੱਢੀ ਜਾਂਦਾ ਵਿੱਚੋਂ ਵਿੱਚੋਂ। ਕਈ ਲੋਕ ਏਡੇ ਨਲਾਇਕ ਹੁੰਦੇ ਆ ਨਾ ਨਿੱਜਰ ਸਾਹਿਬ, ਆਪਣੀ ਗੱਲ ਨੂੰ ਪੂਰਾ ਕਰਨ ਦੇ ਲਈ ਨਾ ਉਹ ਬਾਣੀ ਦੀ ਤੁਕ ਵੀ ਵਰਤ ਲੈਂਦੇ ਵਿੱਚ। ਬਿਲਕੁਲ ਠੀਕ ਹੈ ਜੀ। ਹਾਂ ਠੀਕ ਹੈ, ਅੱਗੇ ਚਲੀਏ। ਇੱਕ ਨਾ ਨਾਦ ਨਾ ਵੇਦ ਨਾ ਗੀ ਰਸ ਕਸ ਨਾ ਜਾਣੰਤ, ਕਹਿੰਦੇ ਇੱਕ ਐਸੇ ਵੀ ਹੈਗੇ ਕਹਿੰਦੇ ਬਿਲਕੁਲ ਜਿਹੜਾ ਹੈਗਾ ਉਹ ਬਿਲਕੁਲ ਕੋਮਲਤਾ ਹੈ ਹੀ ਨਹੀਂ ਉਹਨਾਂ ਦੇ ਅੰਦਰ, ਨਾ ਤਾਂ ਸੰਗੀਤ ਨਾਲ ਕੋਈ ਇੰਟਰਸਟ ਹੈਗਾ, ਨਾ ਗਿਆਨ ਦੇ ਨਾਲ ਕੋਈ ਇੰਟਰਸਟ ਹੈਗਾ, ਨਾ ਇਹ ਜਿਹੜਾ ਹੈਗਾ ਜਿਹੜੀ ਹੈ ਗੀਤਾਂ ਦੇ ਨਾਲ ਕੋਈ ਇੰਟਰਸਟ ਹੈਗਾ, ਸ਼ਬਦਾਂ ਦੇ ਨਾਲ ਕੋਈ ਇੰਟਰਸਟ ਹੈਗਾ, ਉਹਨਾਂ ਤੇ ਕੋਈ ਫਰਕ ਨਹੀਂ ਪੈਂਦਾ। ਰਸ ਕਸ ਨਾ ਜਾਣੰਤ, ਕਹਿੰਦੇ ਇਹ ਜਿਹੜੇ ਵੀ ਇਹਦੇ ਵਿੱਚੋਂ ਜਿਹੜਾ ਅਸਲੀਅਤ ਕੀ ਹੈਗੀ
ਉਹ ਭੇਤ ਜਿਹੜਾ ਹੈਗਾ ਨਹੀਂ ਸਮਝਦੇ, ਇਹਨੂੰ ਜਿਹੜਾ ਹੈਗਾ ਇਹਦਾ ਰਸ, ਇਹਦਾ ਜਿਹੜਾ ਹੈਗਾ ਆਨੰਦ ਨਹੀਂ ਲੈ ਪਾਉਂਦੇ, ਜਾਣਦੇ ਹੀ ਨਹੀਂ ਇਹਦੇ ਬਾਰੇ ਵੀ ਇਹਦੇ ਵਿੱਚੋਂ ਕੀ ਆਨੰਦ ਹੈਗਾ, ਸੰਗੀਤ ਕੀ ਚੀਜ਼ ਹੈ, ਗਿਆਨ ਕੀ ਚੀਜ਼ ਹੈਗਾ, ਇਹਦਾ ਕੀ ਆਨੰਦ ਹੈਗਾ, ਇਹ ਗੁਰਬਾਣੀ ਜਿਹੜੀ ਗੁਰੂ ਦੀ ਮੱਤ ਹੈਗੀ ਇਹ ਕੀ ਕਹਿ ਰਹੀ ਆ, ਇਹਦਾ ਕੀ ਜਿਹੜਾ ਹੈਗਾ ਭੇਤ ਹੈਗਾ। ਇੱਕ ਨਾ ਸੁੱਧ ਨਾ ਬੁੱਧ ਨਾ ਅਕਲ ਸਰ, ਇੱਕ ਨਾ ਸੁੱਧ ਨਾ ਬੁੱਧ ਨਾ, ਕਹਿੰਦੇ ਇੱਕ ਸੋਝੀ ਵੀ ਨਹੀਂ ਹੈਗੀ ਤੇ ਬੁੱਧੀ ਵੀ ਨਹੀਂ ਹੈਗੀ ਉਹਨਾਂ ਦੀ, ਤੇ ਅਕਲ ਸਰ ਕਹਿੰਦੇ ਆ ਕਿ ਸਾਰ ਵਸਤੂ, ਅਕਲ ਵੀ ਨਹੀਂ ਹੈ ਵੀ ਸਾਰ ਵਸਤੂ ਤਤ ਵਸਤੂ ਲੈ ਲੈਣ। ਅੱਖਰ ਕਾ ਭਿਓ ਨਾ ਲਹੰਤ, ਅੱਖਰ ਦਾ ਭੇਤ ਹੀ ਨਹੀਂ ਲੈਂਦੇ, ਅੱਖਰਾਂ ਦੇ ਵਿੱਚੋਂ ਜਿਹੜੀ ਹੈਗੀ ਆ ਤਤ ਸਾਰ ਨਹੀਂ ਕੱਢਦੇ, ਗਿਆਨ ਦਾ ਵੀ ਮਹਾਰਾਜ ਇਹ ਕਹਿਣਾ ਕੀ ਚਾਹੁੰਦੇ ਆ। ਹੁਣ ਆ ਜਿਹੜੇ ਆਪਾਂ ਨੇ ਸ਼ਲੋਕ ਲਏ ਆ ਇਹਦੇ ਵਿੱਚ ਮਹਾਰਾਜ ਕਹਿਣਾ ਕੀ ਚਾਹੁੰਦੇ ਆ ਆਪਾਂ ਨੂੰ, ਇਹ ਅੱਖਰਾਂ ਤੋਂ ਆਪਾਂ ਨੇ ਭੇਤ ਲੈਣਾ ਹੈ ਵੀ ਮਹਾਰਾਜ ਆਹ ਗੱਲਾਂ ਦੱਸ ਰਹੇ ਆ ਬਈ ਆਪਾਂ ਨੂੰ ਜਿਹੜਾ ਹੈਗਾ ਘਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ, ਆਪਾਂ ਨੂੰ ਮਿਹਨਤ ਕਰਨੀ ਆ ਆਪ ਦਸਾਂ ਨੌਂ ਦੀ, ਔਰ ਦੂਜਿਆਂ ਨੂੰ ਉਹਦੇ ਤੋਂ ਦਾਨ ਪੁੰਨ ਕਰਨਾ ਹੈ, ਫਿਰ ਆਪਾਂ ਨੇ ਧਿਆਨ ਸਿਮਰਨ ਕਰਨਾ ਹੈ, ਭਗਤੀ ਕਰਨੀ ਹੈ। ਆਹ ਚੀਜ਼ਾਂ ਜਿਹੜੀਆਂ ਇਹ ਅੱਖਰ ਦਾ ਭੇਤ, ਇਹ ਅੱਖਰ ਦਾ ਭੇਤ ਲੈਂਦੇ ਹੀ ਨਹੀਂ ਹੈਗੇ। ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ, ਕਹਿੰਦੇ ਉਹ ਤਾਂ ਅਸਲ ਜਿਹੜੇ ਆ ਖੋਤੇ ਦੀ ਬੁੱਧੀ ਵਾਲੇ ਹੈਗੇ, ਅਸਲ ਖਰ ਹੈਗੇ, ਖੋਤੇ ਹੈਗੇ। ਜੇ ਬਿਨ ਗੁਣ ਗਰਭ ਕਰੰਤ, ਜਿਹੜੇ ਬਗੈਰ ਗੁਣਾਂ ਦੇ ਹੀ ਜਿਹੜੇ ਹੈਗੇ, ਕੋਈ ਗੁਣ ਨਹੀਂ ਹੈਗਾ, ਕੋਈ ਉਹਨਾਂ ਨੂੰ ਜਿਹੜਾ ਹੈਗਾ ਉਹਦੇ ਅੰਦਰ ਜਿਹੜਾ ਹੈਗੇ ਬਿਲਕੁਲ ਅਵਗੁਣ ਭਰੇ ਪਏ ਆ, ਗੁਣ ਕੋਈ ਵੀ ਨਹੀਂ ਹੈਗਾ, ਫਿਰ ਵੀ ਆਪਣੇ ਆਪ ਨੂੰ ਜਿਹੜਾ ਹੈਗਾ ਕਹਿੰਦੇ ਆ ਸਾਡੇ ਵਰਗਾ ਤਾਂ ਕੋਈ ਨਹੀਂ ਹੈਗਾ, ਸਾਡੇ ਵਰਗਾ ਗਿਆਨੀ ਕੋਈ ਨਹੀਂ ਹੈ, ਸਾਡੇ ਵਰਗਾ ਜਿਹੜਾ ਹੈਗਾ ਇੰਟੈਲੀਜੈਂਟ ਕੋਈ ਨਹੀਂ ਹੈਗਾ। ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ, ਕਹਿੰਦੇ ਨਾ ਗੁਣ ਲੈਣਾ ਚਾਹੁੰਦੇ ਆ ਔਰ ਜਿਹੜੇ ਹੈਗੇ ਆਪਣੇ ਆਪ ਨੂੰ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਹੰਕਾਰ ਦੇ ਵਿੱਚ ਜਿਹੜੇ ਹੈਗੇ ਹਉਮੈ ਦੇ ਭਰੇ ਪਏ ਆ। ਹਾਂਜੀ ਵੀਰ। ਹਾਂਜੀ ਨਿਜਰ ਸਾਹਿਬ ਬਿਲਕੁਲ ਠੀਕ ਹੈ ਜੀ, ਤੋਂ ਕੋ ਬੋਲ ਦਿਓ ਜੀ ਆਪ। ਹਾਂ, ਇੱਕ ਨਾ ਨਾਦ ਨਾ ਵੇਦ ਨਾ ਗੀ ਰਸ ਕਸ ਨਾ ਜਾਣੰਤ, ਕਹਿੰਦੇ ਕੋਈ ਨਾਦ ਦਾ, ਕੋਈ ਵੇਦ ਦਾ, ਕੋਈ ਗੀਤ ਦਾ, ਕੋਈ ਇਹਦਾ ਭੇਤ ਨਹੀਂ ਹੈ, ਕੋਈ ਇਹਦਾ ਇੰਟਰਸਟ ਨਹੀਂ ਹੈ, ਕੋਈ ਉਹਨਾਂ ਦੇ ਅੰਦਰ ਕੋਈ ਹਲਚਲ ਨਹੀਂ ਹੁੰਦੀ ਇਹਦੇ ਨਾਲ। ਹਾਂਜੀ ਇਹ ਕਹਿੰਦੇ ਕਿ ਮੈਨੂੰ ਲੱਗਦਾ ਗੁਰੂ ਨਾਨਕ ਪਾਤਸ਼ਾਹ ਜੀ ਨਾ ਕਾਫੀ ਕਿਸਮ ਦੇ ਲੋਕਾਂ ਨੂੰ ਮਿਲੇ ਨੇ, ਔਰ ਫਿਰ ਉਹਨਾਂ ਨੇ ਇਹ ਵੇਖਿਆ ਕਿ ਕਈ ਬੰਦੇ ਡੱਲ ਹੈਗੇ ਨੇ। ਹਾਂ, ਬਿਲਕੁਲ ਡੱਲ, ਉਹਨਾਂ ਨੂੰ ਇਹ ਨਹੀਂ ਪਤਾ ਕਿ ਨਾਦ ਕੀ ਆ, ਉਹਨਾਂ ਨੂੰ ਇਹ ਨਹੀਂ ਪਤਾ ਵੇਦਾਂ 'ਚ ਕੀ ਲਿਖਿਆ, ਉਹ ਕਿ ਜਾਨਵਰ ਹੀ ਹੁੰਦੇ ਨੇ, ਰੋਟੀ ਖਾ ਲਈ, ਭੁੱਖ ਲੱਗੀ ਫੇਰ ਖਾ ਲਈ, ਰਾਸ਼ਨ ਮੁੱਕ ਗਿਆ ਕਮਾਉਣ ਚੱਲ ਜਾਓ, ਖੇਤਾਂ 'ਚ ਚੱਲ ਜਾਓ, ਵਾਪਸ ਚੱਲ ਜਾਓ। ਬੜੀ ਕਿਸਮ ਦੀ ਦੁਨੀਆ ਹੈਗੀ ਜੇ, ਏਦਾਂ ਦੇ ਲੋਕ ਵੀ ਹੈਗੇ ਆ, ਉਹਨਾਂ ਨੂੰ ਕੁਛ ਲੈਣਾ ਦੇਣਾ ਨਹੀਂ, ਬਸ ਉਹ ਜੰਮੇ ਹੀ ਇਸ ਲਈ ਆ ਕਿ ਖਾਣਾ ਵਾ, ਜੀਵਨ 'ਚ ਕੋਈ ਕੰਮ, ਖਾਣਾ ਤੇ ਸੌਣਾ। ਹੁਣ ਜਾਨਵਰ ਵੀ ਵੇਖੋ ਇਹੋ ਕੁਝ ਕਰਦੇ ਆ, ਖਾ ਕੇ ਤੇ ਲੰਮੇ ਪੈ ਜਾਂਦੇ ਚੁੱਪ ਕਰਕੇ, ਉਹਨਾਂ ਕਿਹੜਾ ਕੋਈ ਕੰਮ ਕਰਨਾ ਹੁੰਦਾ, ਉਹਦੇ ਧੱਕੇ ਨਾਲ ਆਪਾਂ ਕੰਮ ਕਰਾ ਲਈਏ ਤੇ ਵੱਖਰੀ ਗੱਲ ਆ। ਜਾਨਵਰ ਸਾਰੇ ਜਿਹੜੇ ਹੈਗੇ ਆ ਉਹ ਸਾਰੇ ਜਿਹੜੇ ਆ ਤਮੋ ਗੁਣੀ ਹੈਗੇ ਆ, ਆਰਾਮ ਕਰਨਾ ਹੈ। ਉਹ ਵਾਰੀ ਉਹ ਸਮਝਾਉਂਦੇ ਆਪਾਂ ਨੂੰ ਗੁਰੂ ਜੀ ਕਿ ਏਦਾਂ ਦੇ ਲੋਕ ਵੀ ਹੈਗੇ ਨੇ, ਉਹਨਾਂ ਨੂੰ ਕੋਈ ਪਤਾ ਨਹੀਂ ਕਿ ਸੰਸਾਰ ਤੇ ਕਿਉਂ ਆਏ ਆ, ਕੀ ਕਰਨਾ ਹੈ, ਇੱਥੇ ਪ੍ਰਕਿਰਤੀ ਕਿੱਥੋਂ ਬਣੀ ਆ, ਇਹ ਦਿਖਦੇ ਨਹੀਂ ਲਾਗੇ ਬੰਨੇ ਕਿ ਅਸੀਂ ਕੀ ਕਰਦੇ ਫਿਰਦੇ ਆ ਧਰਤੀ ਤੇ, ਸਾਡੇ ਜੀਵਨ ਦਾ ਮਨੋਰਥ ਕੀ ਆ, ਮਕਸਦ ਕੀ ਆ, ਉਹਨਾਂ ਨੂੰ ਪਤਾ ਹੀ ਕੁਛ ਨਹੀਂ। ਠੀਕ ਹੈ ਨਿਜਰ ਸਾਹਿਬ, ਅਗਲੀ ਤੋਂ ਬੋਲੋ। ਇੱਕ ਨਾ ਸੁੱਧ ਨਾ ਬੁੱਧ ਨਾ ਅਕਲ ਸਰ, ਕਹਿੰਦੇ ਕੋਈ ਸੋਝੀ ਵੀ ਨਹੀਂ ਆ, ਬੁੱਧੀ ਵੀ ਨਹੀਂ ਆ, ਤੇ ਸਾਰ ਅਕਲ ਵੀ ਨਹੀਂ ਹੈ ਵੀ ਸਾਰ ਵਸਤੂ ਜਿਹੜੀ ਹੈਗੀ ਅੱਖਰ ਕਾ ਭਿਓ ਨਾ ਲਹੰਤ, ਕਿ ਅੱਖਰਾਂ ਤੋਂ ਗਿਆਨ ਤੋਂ ਕੋਈ ਸਾਰ ਵਸਤੂ ਲੈ ਲਈਏ, ਅੱਖਰ ਦਾ ਭੇਤ ਲੈਣਾ ਜਾਂ ਉਹਨਾਂ ਦੀ ਬੁੱਧੀ ਹੀ ਨਹੀਂ ਆ, ਤੇ ਨਾ ਉਹਨਾਂ ਨੂੰ ਸੋਝੀ ਹੈਗੀ ਆ, ਨਾ ਉਹ ਲੈਣਾ ਚਾਹੁੰਦੇ ਆ। ਆਹੋ, ਕਹਿੰਦੇ ਇੱਕ ਕੈਟਾਗਰੀ ਏਦਾਂ ਦੀ ਆ ਕਿ ਉਹ ਬਿਲਕੁਲ ਅਨਪੜ੍ਹੀ ਨੇ, ਉਹਨਾਂ ਨੂੰ ਪਤਾ ਹੀ ਕੁਛ ਨਹੀਂ, ਔਰ ਨਾ ਉਹ ਭੇਦ ਲੈਣਾ ਚਾਹੁੰਦੇ, ਨਾ ਉਹ ਗਿਆਨ ਪ੍ਰਾਪਤ ਕਰਨਾ ਚਾਹੁੰਦੇ। ਇਹ ਵੀ ਬੰਦੇ ਏਦਾਂ ਦੀ ਵੀ ਦੁਨੀਆ ਹੈਗੀ ਆ, ਔਰ ਅੱਜ ਵੀ ਹੈਗੀ ਨਿਜਰ ਸਾਹਿਬ, ਬਿਲਕੁਲ ਹੈਗੀ। ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਧਰਤੀ ਤੇ ਕਿਉਂ ਆਏ ਆ, ਹੋਸ਼ ਹੀ ਨਹੀਂ ਹੈਗੀ, ਬੰਦਾ ਬੇਹੋਸ਼ੀ 'ਚ ਤੁਰਿਆ ਫਿਰਦਾ, ਔਰ ਕਈ ਬੰਦੇ ਮੈਂ ਵੇਖੇ ਵੀ ਆ, ਮੈਨੂੰ ਵੀ ਮਿਲੇ ਆ। ਠੀਕ ਹੈ ਨਿਜਰ ਸਾਹਿਬ, ਅੱਗੇ ਚੱਲੀਏ। ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਭ ਕਰੰਤ, ਆਖਰੀ 'ਚ ਮਹਾਰਾਜ ਕਹਿੰਦੇ ਆ ਭਾਈ ਉਹ ਤਾਂ ਅਸਲ ਖੋਤੇ ਹੈਗੇ ਆ ਜਿਹੜੇ ਕੋਈ ਗੁਣ ਹੀ ਨਹੀਂ ਹੈਗਾ ਤੇ ਗੁਣ ਲੈਣਾ ਵੀ ਨਹੀਂ ਚਾਹੁੰਦੇ, ਪਰ ਜਿਹੜੀ ਆਕੜ ਪੂਰੀ ਹੈਗੀ ਬਈ ਆਪਾਂ ਨੂੰ ਕਹਿੰਦੇ ਸਾਡੇ ਵਰਗਾ ਤਾਂ ਗੁਣਵਾਨ ਕੋਈ ਨਹੀਂ ਹੈਗਾ, ਸਾਡੇ ਵਰਗਾ ਤਾਂ ਜਿਹੜਾ ਹੈਗਾ ਧਰਮੀ ਕੋਈ ਨਹੀਂ ਹੈਗਾ, ਸਾਡੇ ਵਰਗਾ ਤਾਂ ਬੰਦਾ ਜਿਹੜਾ ਹੈਗਾ ਕੋਈ ਹੈ ਹੀ ਨਹੀਂ ਆ। ਹਾਂਜੀ ਹਾਂ ਠੀਕ ਹੈ ਸਾਧ ਸੰਗਤ ਜੀ, ਆਖਰੀ ਤੋਂ ਚ ਗੁਰੂ ਜੀ ਇਹ ਸਮਝਾਉਣਾ ਕਰ ਰਹੇ ਨੇ ਕਿ ਕਈ ਬੰਦੇ ਹੈਗੇ ਨੇ ਜਿਹੜੇ ਝੂਠੇ ਗੁਰੂ ਬਣ ਜਾਂਦੇ ਨੇ, ਤੇ ਉਹਨਾਂ ਕੋਲ ਗੁਣ ਤੇ ਹੁੰਦਾ ਹੀ ਨਹੀਂ,
ਤੇ ਉਹ ਕੀ ਕਰਦੇ ਆ ਕਿ ਉਹੀ ਕਿ ਭੀੜ ਪਿੱਛੇ ਲੱਗ ਜਾਂਦੀ ਆ ਔਰ ਉਹਨਾਂ ਨੂੰ ਗਰਭ ਹੋ ਜਾਂਦਾ, ਮਾਣ ਹੋ ਜਾਂਦਾ, ਹੰਕਾਰ ਹੋ ਜਾਂਦਾ ਕਿ ਮੈਂ ਬੜਾ ਵੱਡਾ ਬਾਬਾ ਵਾਂ। ਤੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਿ ਤੇਰੇ ਕੋਲ ਗੁਣ ਤੇ ਹੈਗਾ ਨੀ, ਤੇ ਤੂੰ ਕਾਹਦਾ ਹੰਕਾਰ ਕਰ ਰਿਹਾ ਕਿ ਤੇਰੇ ਚ ਤੇ ਖੋਤੇ ਚ ਕੋਈ ਫਰਕ ਨਹੀਂ ਹੈਗਾ। ਹਾਂਜੀ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂਜੀ ਅੱਗੇ ਚੱਲੀਏ ਜੀ। ਅੱਗੇ ਪੌੜੀ ਆ ਗਈ ਵੀਰ ਜੀ ਜਿਹਦੇ ਵਾਸਤੇ ਸ਼ਲੋਕ ਲੱਗੇ ਸੀਗੇ। ਪੌੜੀ ਗੁਰਮੁਖੇ ਸਭ ਪਵਿੱਤ ਹੈ ਤਨ ਸੰਪੈ ਮਾਇਆ। ਦੇਖ ਲਓ, ਕਹਿੰਦੇ ਜਿਹੜਾ ਵੀ ਗੁਰੂ ਦੇ ਅਨੁਸਾਰ ਚੱਲ ਰਿਹਾ ਆ, ਜਿਹਦਾ ਗੁਰੂ ਦੇ ਮੁਖ ਤੋਂ ਜੋ ਗਿਆਨ ਆ ਰਿਹਾ, ਜੋ ਉਸ ਗਿਆਨ ਦੇ ਅਨੁਸਾਰ ਬ੍ਰਹਮ ਗਿਆਨ ਦੇ ਅਨੁਸਾਰ ਜਿਹੜਾ ਆਪਣੀ ਯਾਤਰਾ ਕਰ ਰਿਹਾ ਆ, ਕਹਿੰਦੇ ਉਹਦਾ ਜਿਹੜਾ ਹੈਗਾ ਖਾਧਾ ਪੀਤਾ ਸਾਰਾ ਪਵਿੱਤਰ ਹੈਗਾ ਭਾਈ। ਗੁਰਮੁਖੇ ਸਭ ਪਵਿੱਤ ਹੈ ਤਨ ਸੰਪੈ ਮਾਇਆ। ਮਾਇਆ ਵੀ ਕਹਿੰਦੇ ਸੰਪत्ति ਵੀ ਸਾਰੀ, ਧਨ ਦੌਲਤ ਜੋ ਕੁਛ ਵੀ ਕਾਰਗ੍ਰਸਤੀ ਟੱਬਰ ਸਾਰਾ ਠੀਕ ਹੈ। ਕਹਿੰਦੇ ਜੇ ਉਹ ਰੱਬ ਵਾਲੇ ਰਸਤੇ ਤੇ ਤੁਰ ਰਿਹਾ ਹੈ, ਬਸ ਜੇ ਰੱਬ ਵਾਲੀ ਯਾਤਰਾ ਕਰ ਰਿਹਾ ਆ, ਘਾਲ ਖਾਏ ਕਿ ਛੱਤੋਂ ਦੇ ਇਸ ਕੈਟੇਗਰੀ 'ਚ ਹੈਗਾ, ਤੇ ਕਹਿੰਦੇ ਸਾਰਾ ਕੁਛ ਪਵਿੱਤਰ ਆ ਉਹਦਾ। ਗੁਰਮੁਖੇ ਸਭ ਪਵਿੱਤ ਹੈ ਤਨ ਸੰਪੈ ਮਾਇਆ। ਅੱਗੇ ਦੱਸ ਰਹੇ ਹਰ ਅਰਥ ਜੋ ਖਰਚਦੇ ਦੇਂਦੇ ਸੁਖ ਪਾਇਆ। ਕਿਉਂਕਿ ਕਹਿੰਦੇ ਉਹ ਪਰਮਾਰਥ ਦੇ ਵਾਸਤੇ ਖਰਚ ਕਰਦੇ ਆ ਉਹ, ਔਰ ਜਿਉਂ-ਜਿਉਂ ਦਿੰਦੇ ਆ, ਜਿਉਂ-ਜਿਉਂ ਉਹ ਜਿਹੜੇ ਹੈਗੇ ਦਾਨ ਪੁੰਨ ਕਰਦੇ ਆ, ਸਹਾਇਤਾ ਕਰਦੇ ਆ, ਉਹਨਾਂ ਨੂੰ ਸੁੱਖ ਮਿਲਦਾ ਹੈ ਕਹਿੰਦੇ ਉਹਦੇ ਨਾਲ। ਗੁਰਮੁਖੇ ਸਭ ਪਵਿੱਤ ਹੈ ਤਨ ਸੰਪੈ ਮਾਇਆ। ਹਰ ਅਰਥ ਜੋ ਖਰਚਦੇ ਦੇਂਦੇ ਸੁਖ ਪਾਇਆ। ਜੋ ਹਰ ਨਾਮ ਧਿਆਇਂਦੇ ਤਿਨ ਤੋਟ ਨਾ ਆਇਆ। ਕਹਿੰਦੇ ਜਿਹੜੇ ਪਰਮੇਸ਼ਰ ਦਾ ਧਿਆਨ ਸਿਮਰਨ ਕਰਦੇ ਆ, ਕਹਿੰਦੇ ਉਹਨਾਂ ਨੂੰ ਕੋਈ ਕਮੀ ਨਹੀਂ ਆ ਸਕਦੀ। ਬਸ ਕਹਿੰਦੇ ਤਿੰਨ ਤੋਟ ਨਾ ਆਇਆ, ਉਹਨਾਂ ਨੂੰ ਕੋਈ ਤੋਟਾ ਨਹੀਂ ਆਏਗਾ ਭਾਈ, ਜਿਹੜੇ ਪਰਮੇਸ਼ਰ ਦਾ ਧਿਆਨ ਸਿਮਰਨ ਨਾਮ ਧਿਆਉਂਦੇ ਆ। ਦੇਖੋ ਨਾਮ ਧਿਆਇਂਦੇ ਲਿਖਿਆ ਹੋਇਆ, ਧਿਆਨ ਸਿਮਰਨ। ਜੋ ਹਰ ਨਾਮ ਧਿਆਇਂਦੇ ਤਿਨ ਤੋਟ ਨਾ ਆਇਆ। ਗੁਰਮੁਖਾਂ ਨਦਰੀ ਆਮਦਾ ਮਾਇਆ ਸੁੱਟ ਪਾਇਆ। ਕਿਉਂਕਿ ਗੁਰਮੁਖ ਜਿਹੜੇ ਹੈਗੇ, ਹੁਣ ਇੱਥੇ ਦੇਖੋ ਪਹਿਲੀ ਵਾਰੀ ਆਪਾਂ ਨੂੰ ਨਜ਼ਰ ਆ ਰਿਹਾ ਆ, ਬਾਕੀ ਗੁਰਮੁਖ ਅੱਕੇ ਦੀ ਸਿਹਾਰੀ ਨੇ ਆ ਰਿਹਾ ਸੀਗਾ। ਇੱਥੇ ਜਿਹੜਾ ਹੈਗਾ ਗੁਰਮੁਖ ਨਾਉਨ ਬਣ ਗਏ, ਔਰ ਇੱਕ ਨਹੀਂ ਬਣੇ, ਬਹੁਤ ਸਾਰੇ ਬਣ ਗਏ ਗੁਰਮੁਖ। ਕਹਿੰਦੇ ਗੁਰਮੁਖ ਜਿਹੜੇ ਹੈਗੇ ਗੁਰੂ ਦੇ ਅਨੁਸਾਰ ਜਿਹੜੇ ਚੱਲ ਪਏ, ਕਹਿੰਦੇ ਉਹਨਾਂ ਨੂੰ ਹਰੇਕ ਦੇ ਵਿੱਚ ਹੀ ਪਰਮਾਤਮਾ ਦਿਸਦਾ ਹੈ। ਗੁਰਮੁਖਾਂ ਨਜ਼ਰੀ ਆਮਦਾ ਮਾਇਆ ਸੁੱਟ ਪਾਇਆ। ਮਾਇਆ ਨੂੰ ਨਹੀਂ ਜ਼ਿਆਦਾ ਪਕੜਦੇ ਹੋ, ਮਾਇਆ ਨੂੰ ਦਿੰਦੇ ਆ, ਖਰਚਦੇ ਆ, ਮਾਇਆ ਨੂੰ ਦਿੰਦੇ ਸੁਖ ਪਾਇਆ। ਹਰ ਅਰਥ ਜੋ ਖਰਚਦੇ ਦਿੰਦੇ ਸੁਖ ਪਾਇਆ। ਗੁਰਮੁਖਾਂ ਨਜ਼ਰੀ ਆਮਦਾ ਮਾਇਆ ਸੁੱਟ ਪਾਇਆ। ਮਾਇਆ ਨੂੰ ਸੁੱਟਦੇ ਤੇ ਪਰਮਾਤਮਾ ਨੂੰ ਪਾ ਲੈਂਦੇ ਆ ਉਹ। ਨਾਨਕ ਭਗਤਾਂ ਹੋਰ ਚਿੱਤ ਨਾ ਆਵਈ ਹਰ ਨਾਮੇ ਸਮਾਇਆ। ਭਗਤ ਜਿਹੜੇ ਹੈਗੇ ਬਹੁਤ ਸਾਰੇ ਭਗਤ ਆ, ਅੱਗੇ ਭਗਤੀ ਤੱਤੇ ਦੀ ਸਿਹਾਰੀ ਨਾਲ ਆਉਂਦੇ ਸੀ, ਹੁਣ ਇਹ ਭਗਤ ਜਿਹੜੇ ਹੈਗੇ ਨਾਉਨ ਬਣ ਗਏ ਆ, ਸੰਗਿਆ ਬਣ ਗਏ ਆ। ਨਾਨਕ ਭਗਤਾਂ ਨੂੰ ਹੋਰ ਚਿੱਤ ਨਾ ਆਵਈ। ਉਸ ਮਾਲਕ ਪਰਮਾਤਮਾ ਤੋਂ ਇਲਾਵਾ ਹੋਰ ਕੁਛ ਵੀ ਉਹਨਾਂ ਦੇ ਚਿੱਤ 'ਚ ਨਹੀਂ ਵਸਿਆ ਹੁੰਦਾ। ਹਰ ਨਾਮੇ ਸਮਾਇਆ, ਉਹ ਤਾਂ ਪਰਮੇਸ਼ਰ ਦੇ ਨਾਮ ਦੇ ਵਿੱਚ ਸਮਾਏ ਰਹਿੰਦੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਨਿੱਜਰ ਸਾਹਿਬ, ਪਹਿਲੀ ਤੋਂ ਕੋ ਬੋਲ ਦੋ। ਗੁਰਮੁਖ ਸਭ ਪਵਿੱਤ ਹੈ ਤਨ ਸੰਪੈ ਮਾਇਆ। ਜਿਹੜੇ ਗੁਰੂ ਦੇ ਅਨੁਸਾਰ ਚੱਲਦੇ ਆ, ਉਹਨਾਂ ਨੂੰ ਸਾਰਾ ਕੁਝ ਪਵਿੱਤਰ ਹੈ, ਤਨ ਸੰਪਤੀ ਮਾਇਆ। ਹਾਂਜੀ ਵੀਰ ਜੀ। ਹਰ ਅਰਥ ਜੋ ਹਾਂਜੀ ਸਾਧ ਸੰਗਤ ਜੀ, ਆਹ ਵੇਖ ਲਓ ਉੱਤੇ ਜਿਹੜੀ ਤੁਕ ਨਹੀਂ ਕਹੀ ਆ, ਇੱਕ ਤੁਕੀ ਆ ਕਿ ਜਿਹੜਾ ਘਰੇ ਰਹਿੰਦਾ ਵਾ, ਆਪਣੀ ਮਿਹਨਤ ਕਰਦਾ ਹੈ, ਹਾਂ, ਘਾਲ ਖਾਏ ਕਿ ਛੱਤੋਂ ਦੇ, ਹਾਂ, ਉਹਨੂੰ ਉਹਦੀ ਗੱਲ ਕਰ ਰਹੇ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂ, ਉਹ ਕਹਿੰਦੇ ਉਹ ਪਵਿੱਤਰ ਆ। ਉਹ ਭਾਵੇਂ ਧਨ ਹੈ ਕੋ, ਚਾਹੇ ਕੋ ਸੰਪਤੀ ਹੈ, ਚਾਹੇ ਉਹ ਮਾਇਆ ਦੇ ਵਿੱਚ ਰਹਿੰਦਾ, ਉਹਨੂੰ ਕੁਛ ਨਹੀਂ ਕਹਿਣਗੇ। ਉਹ ਤੇ ਮਿਹਨਤ ਕੀਤੀ ਉਹਨੇ, ਉਹਦੀ ਹੱਕ ਲਾਲ ਦੀ ਕਮਾਈ ਆ, ਉਹਨੂੰ ਮਾਇਆ ਨੇ ਕੀ ਕਹਿਣਾ? ਇੱਕ ਤੇ ਉਹ ਮਿਹਨਤ ਕਰ ਰਿਹਾ, ਮਾਇਆ ਦੇ ਉੱਤੋਂ ਤਰ ਰਿਹਾ ਹੈ ਵੀਰ ਜੀ। ਉਹ ਤਾਂ ਤਰ ਰਿਹਾ ਮਾਇਆ ਦੇ ਉੱਤੋਂ। ਉਹ ਕਿਉਂਕਿ ਗੁਰਮੁਖ ਖੱਕੇ ਦੀ ਸਿਹਾਰੀ ਆ, ਉਹਦਾ ਮੁੱਖ ਗੁਰੂ ਤੋਂ ਜੋ ਗਿਆਨ ਆ ਰਿਹਾ ਉਹ ਤਾਂ ਗੁਰੂ ਵੱਲ ਆ, ਗੁਰੂ ਦੇ ਅਨੁਸਾਰ ਚੱਲ ਰਿਹਾ ਉਹ। ਹਾਂ, ਔਰ ਕਿਉਂਕਿ ਉਹਨੇ ਕੋਈ ਆਲਤੂ ਫਾਲਤੂ ਧਨ ਨਹੀਂ ਘਰੇ ਲਿਆਂਦਾ, ਉਹ ਤੇ ਮਿਹਨਤ ਕਰ ਰਿਹਾ, ਰਿਜ਼ਕ ਦੀ ਕਮਾਈ ਕਰ ਰਿਹਾ, ਭਗਤੀ ਵੀ ਕਰ ਰਿਹਾ, ਔਰ ਜੋ ਕੁਝ ਹੈਗਾ ਔਰ ਦਾਨ ਵੀ ਕਰ ਰਿਹਾ, ਹੋ ਨਹੀਂ ਰਿਹਾ। ਠੀਕ ਹੈ ਨਿੱਜਰ ਸਾਹਿਬ? ਹਰ ਅਰਥ ਜੋ ਖਰਚਦੇ ਦੇਂਦੇ ਸੁਖ ਪਾਇਆ। ਕਹਿੰਦੇ ਉਹ ਪਰਮੇਸ਼ਰ ਦੇ ਅਰਥ ਤੇ ਖਰਚਦਾ ਹੈ ਮਾਲਕ। ਕਹਿੰਦੇ ਗੁਰੂ ਗੋਬਿੰਦ ਸਿੰਘ ਜਿਹੜੇ ਸੀਗੇ, ਉਹਨਾਂ ਦੇ ਬਾਰੇ ਕਹਿੰਦੇ ਸੀ, ਕਹਿੰਦੇ ਵੀ ਗਰੀਬ ਦਾ ਮੁੱਖ ਜਿਹੜਾ ਹੈਗਾ, ਉਹ ਜਿਹੜੀ ਮੇਰੀ ਗੋਲਕ ਹੈਗੀ ਆ, ਗਰੀਬ ਦਾ ਮੁੱਖ ਸਿੱਧਾ ਆ ਜਾਂਦਾ ਮੇਰੇ ਕੋਲ। ਗੁਰੂ ਗੋਬਿੰਦ ਸਿੰਘ ਕਹਿੰਦੇ ਹਰ ਅਰਥ ਜੋ ਖਰਚਦੇ ਦੇਂਦੇ ਸੁਖ ਪਾਇਆ। ਕਹਿੰਦੇ ਇਸ ਤਰੀਕੇ ਦੇ ਨਾਲ ਵੇਖ ਲੋ ਸਾਧ ਸੰਗਤ ਜੀ, ਉਹ ਕਹਿੰਦੇ ਕਿ ਜਿਹੜੇ ਕਮਾਉਂਦਾ ਵਾ, ਉਹ ਥੋੜੇ ਜਿਹੇ ਕਮਾਉਂਦਾ ਜਿਹੜਾ, ਉਹਦੇ ਤੋਂ ਵੀ ਖਰਚਦੇ ਹੋ। ਹਾਂ, ਉਹ ਫਿਰ ਕਹਿੰਦੇ ਕਿ ਕਿਉਂਕਿ ਉਹ ਤੁਹਾਨੂੰ ਪਤਾ ਦੇਣਾ ਤੇ ਲੈਣਾ ਵਾ।
ਭਾਵੇਂ ਤੁਸੀਂ 1 ਰੁਪਈਆ ਵੀ ਦੇਣ ਦੇ ਚਲੋ ਉਹ ਵੀ ਬੜੀ ਕੀਮਤ ਹੈ ਪ੍ਰਮਾਤਮਾ ਦੇ ਦਰ ਤੇ। ਮੁੰਡੀ ਚੀਜ਼ ਨਹੀਂ ਜੇ, ਪਰ ਖੋਣਾ ਖੋਣਾ ਹੀ ਜੇ। ਇਹ ਵੀ ਡਜ਼ਨ ਮੈਟਰ। ਤੁਸੀਂ 1 ਰੁਪਈਆ ਖੋਇਆ, ਜਿੱਦਾਂ ਮੈਂ 2400 ਦੇਣਾ ਕਿਸੇ ਦਾ ਨਿੱਜਰ ਸਾਹਿਬ, ਮੈਨੂੰ ਯਾਦ ਆ, ਭੁੱਲਿਆ ਥੋੜੀ ਆ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਹਾਂਜੀ, ਜੋ ਹਰ ਨਾਮ ਧਿਆਨ ਦੇ ਤਿਨੇ ਤੋਟ ਨਾ ਆਇਆ। ਕਹਿੰਦੇ ਜਿਹੜੇ ਧਿਆਨ ਸਿਮਰਨ ਕਰਦੇ ਆ ਨਾ, ਬਸ ਉਹਨਾਂ ਨੂੰ ਕੋਈ ਕਮੀ ਨਹੀਂ ਆਉਂਦੀ। ਬਸ ਮਾਲਕ ਪਰਮਾਤਮਾ ਦਾ ਅਸੂਲ ਹੈ। ਜਿਹੜਾ ਕੰਮ ਮਾਲਕ ਨੇ ਜਿਹਦੇ ਵਾਸਤੇ ਧਰਤੀ ਸਾਜੀ ਆ, ਸਾਰਾ ਸੰਸਾਰ ਬਣਾਇਆ ਆ, ਜਿਹੜੇ ਉਹ ਕੰਮ ਕਰ ਰਹੇ ਆ ਤੇ ਉਹਨਾਂ ਨੂੰ ਕੋਈ ਕਮੀ ਆਉਣ ਨਹੀਂ ਦਊਗਾ ਉਹ ਪਰਮਾਤਮਾ, ਤਿਨੇ ਤੋਟ ਨਾ ਆਇਆ। ਹਾਂਜੀ ਬਿਲਕੁਲ ਠੀਕ ਹੈ ਜੀ। ਹੁਣ ਸਾਧ ਸੰਗਤ ਜੀ, ਬਾਣੀ ਕਹਿੰਦੀ ਆ ਉਹਨੂੰ ਟੋਟ ਨਹੀਂ ਆ ਸਕਦੀ। ਇਹ ਵੀ ਸੱਚ ਆ ਕਿ ਜੇ ਆਪਾਂ ਪਰਮਾਤਮਾ ਦੇ ਰਸਤੇ ਤੇ ਚੱਲਦੇ ਨਾ, ਪਰਮਾਰਥ ਦੇ ਰਸਤੇ ਤੇ ਚੱਲਦੇ ਆ, ਕਿ ਅਸੀਂ ਭੁੱਖੇ ਨਹੀਂ ਮਰਾਂਗੇ। ਪਰਮਾਤਮਾ ਸਾਡਾ ਇਮਤਿਹਾਨ ਹੀ ਤੇ ਲੈਂਦੇ ਆ। ਇਹ ਨਾ ਉਹ ਵੇਂਦਾ ਵਾ ਕਿ ਬੰਦੇ ਦੀ ਪੱਲੇ ਕੀ ਹੈਗਾ, ਬੰਦਾ ਕਿੱਥੇ ਬੈਠਾ। ਤੇ ਉਹ ਜੇ ਉਹ ਸੈਲ ਪੱਥਰ ਦੇ ਜਿਹੜਾ ਜੀਵ ਹੈਗਾ ਉਹਨੂੰ ਰੋਟੀ ਪਹੁੰਚਾਉਂਦੇ ਆ ਤੇ ਕਿ ਸਾਨੂੰ ਰੋਟੀ ਨਾ ਮਿਲੂਗੀ, ਸਾਡੀ ਵੀ ਰੋਟੀ ਰਿਜ਼ਕ ਦਾ ਨੂੰ ਫਿਕਰ ਆ ਤੇ ਉਹਨੇ ਦੇਣੀ ਹੈ। ਠੀਕ ਹੈ ਨਿੱਜਰ ਸਾਹਿਬ। ਅੱਗੇ ਕਹਿੰਦੇ ਗੁਰਮੁਖਾਂ ਨਜ਼ਰੀ ਆਮਦਾ ਮਾਇਆ ਸੁੱਟ ਪਾਇਆ। ਗੁਰਮੁਖਾਂ ਨੂੰ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਜਿਹੜਾ ਹੈਗਾ ਨਜ਼ਰ ਆਉਂਦਾ ਹੈ, ਸਾਰਿਆਂ ਦੇ ਵਿੱਚ ਮਾਲਕ ਨੂੰ ਦੇਖਦੇ ਆ। ਉਹ ਮਾਇਆ ਨੂੰ ਜਿਹੜਾ ਹੈਗਾ ਜਿੱਥੇ ਲੋੜ ਆ ਕਿਸੇ ਗਰੀਬ ਗੁਰਬੇ ਦੀ, ਉੱਥੇ ਮਦਦ ਕਰ ਦਿੰਦੇ ਆ। ਮਾਇਆ ਸੁੱਟ ਪਾਇਆ, ਮਾਇਆ ਨੂੰ ਜਿਹੜਾ ਹੈਗਾ ਵਰਤ ਦਿੰਦੇ ਆ ਤੇ ਉਹ ਮਾਲਕ ਪਰਮਾਤਮਾ ਵੱਲ ਨੂੰ ਜਿਹੜੀ ਆ ਉਹਨਾਂ ਦੀ ਯਾਤਰਾ ਹੋਈ ਜਾਂਦੀ ਹੈ। ਮਾਲਕ ਵੱਲ ਨੂੰ ਜਿਹੜੇ ਹੈਗੇ ਮਾਲਕ ਨੂੰ ਪਾ ਲੈਂਦੇ ਆ ਇਸ ਤਰੀਕੇ ਦੇ ਨਾਲ। ਹਾਂਜੀ, ਉਹ ਅਗਲੇ ਬੰਨੇ ਪਤਾ ਸਾਧ ਸੰਗਤ ਜੀ ਕੀ ਕਹਿ ਰਹੇ ਨੇ? ਉਹ ਕਹਿੰਦੇ ਕਿ ਮਾਇਆ ਸੁੱਟ ਦਿੰਦੇ ਹੋ। ਮਾਇਆ ਸੁੱਟ ਦਿੰਦੇ ਕਿ ਕਹਿਣ ਤੋਂ ਭਾਵ ਲਾਲਚ ਚ ਨਹੀਂ ਪੈਂਦੇ। ਬਿਲਕੁਲ। ਉਹ ਕੀ ਕਰਦੇ ਆ, ਉਹ ਪਰਮਾਤਮਾ ਨੂੰ ਚੁੱਕ ਲੈਂਦੇ ਆ, ਆਪਸ਼ਨ ਦੋ। ਬਿਲਕੁਲ ਠੀਕ ਹੈ। ਉਹ ਕਹਿੰਦੇ ਆਪਸ਼ਨ ਅਨੁਬੰਧ ਨਹੀਂ ਚਾਹੀਦਾ ਮਾਇਆ। ਤੁਸੀਂ ਮਾਇਆ ਚੁੱਕਦੇ ਜੋ, ਤੁਸੀਂ ਮਾਇਆ ਨਾ ਚੁੱਕਿਆ ਕਰੋ, ਤੁਸੀਂ ਪਰਮਾਤਮਾ ਚੁੱਕਣਾ ਵਾ। ਪਰਮਾਤਮਾ ਨੂੰ ਚੁੱਕਣਾ ਕਿੱਦਾਂ? ਮਤਲਬ ਸੱਚਾਈ ਦੇ ਰਾਹ ਤੇ ਚੱਲਣਾ। ਉਹੀ ਮਾਇਆ ਨੂੰ, ਉਹੀ ਪਰਮਾਤਮਾ ਦੇ ਵੱਲ ਦਿਸ਼ਾ ਵਾ। ਪਰਮਾਤਮਾ ਕੀ ਚਾਹੁੰਦੇ ਆ ਵਾ? ਕਹਿੰਦਾ ਤੂੰ ਸੱਚ ਦੇ ਵੱਲ ਚੱਲ। ਉਹੀ ਪਰਮਾਤਮਾ ਨੂੰ ਚੁੱਕਣਾ। ਇੱਥੇ ਬਾਣੀ ਕੀ ਸਮਝਾ ਰਹੀ ਹੈ ਕਿ ਮਾਇਆ ਦਾ ਮਤਲਬ ਜਿਹੜੀ ਚੀਜ਼ ਸਾਡੀ ਨਹੀਂ ਆ। ਮੈਂ ਇੱਕ ਇਮਾਨਦਾਰ ਔਰ ਇੱਕ ਵਫਾਦਾਰੀ ਦੇ ਤੌਰ ਤੇ ਜੀਵਨ ਬਤੀਤ ਕਰਾਂਗਾ। ਮੈਂ ਔਗਣਾਂ ਚ ਗ੍ਰਸਤ ਨਹੀਂ ਹੋਵਾਂਗਾ। ਮੇਰੀ ਕਿਸ਼ਤੀ ਰਹੂਗੀ ਸਮੁੰਦਰ ਚ, ਪਰ ਮੇਰੀ ਕਿਸ਼ਤੀ ਚ ਸਮੁੰਦਰ ਦਾ ਪਾਣੀ ਨਹੀਂ ਵੜੂਗਾ ਮਾਇਆ ਰੂਪੀ। ਜੇਕਰ ਆਪਾਂ ਕੋਈ ਚੀਜ਼ ਚੁੱਕਦੇ ਪਏ ਆ, ਉਹਦੇ ਬਦਲੇ ਅਸੀਂ ਬਹੁਤ ਮਹਿੰਗੀ ਕੀਮਤ ਦੇ ਰਹੇ ਹਾਂ। ਆਪਣਾ ਮਤਲਬ ਸਮਝਦੇ ਨਾ, ਆਪਣੀ ਆਜ਼ਾਦੀ। ਔਰ ਇਹ ਬਾਣੀ ਉਹ ਕਹਿ ਰਹੇ ਆ ਕਿ ਉਹ ਗੁਰਮੁਖੀ ਕਰਦੇ ਆ, ਉਹ ਮਾਇਆ ਦੇ ਕਿਸੇ ਪਦਾਰਥ ਨੂੰ ਚੁੱਕਦੇ ਨਹੀਂ, ਉਹਨੂੰ ਛੱਡ ਦਿੰਦੇ ਆ। ਕੀ ਚੁੱਕ ਲੈਂਦੇ? ਸੱਚ ਨੂੰ ਚੁੱਕ ਲੈਂਦੇ। ਉਹ ਲਾਲਚ ਨਹੀਂ ਕਰਦੇ, ਬੇਈਮਾਨ ਨਹੀਂ ਹੁੰਦੇ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਅਗਲੀ ਗੱਲ ਇਸ ਦੀ ਪ੍ਰੋੜਤਾ ਕਰ ਰਹੀ ਆ ਵੀ ਨਾਨਕ ਭਗਤਾਂ ਹੋਰ ਚਿੱਤ ਨਾ ਆਵੇ। ਭਗਤਾਂ ਨੂੰ ਤਾਂ ਪਰਮਾਤਮਾ ਤੋਂ ਇਲਾਵਾ, ਧਿਆਨ ਸਿਮਰਨ ਤੋਂ ਇਲਾਵਾ ਹੋਰ ਕੋਈ ਚੀਜ਼ ਚਿੱਤ ਨਹੀਂ ਆਉਂਦੀ। ਹਰ ਨਾਮ ਹੈ ਸਮਾਇਆ। ਉਹ ਤਾਂ ਪਰਮੇਸ਼ਰ ਦੇ ਨਾਮ ਦੇ ਵਿੱਚ, ਧਿਆਨ ਦੇ ਵਿੱਚ ਸਮਾਏ ਰਹਿੰਦੇ ਆ। ਹਾਂਜੀ ਗੁਰਜੀ ਸਾਹਿਬ। ਵੇਖ ਲਓ ਉਹਨਾਂ ਨੂੰ। ਹੁਣ ਤੁਸੀਂ ਵੇਖ ਲਓ, ਤੁਸੀਂ ਸਾਧਨਾ ਕਰਦੇ ਜੋ ਸਾਰੇ ਜਾਣੇ, ਹੁਣ ਦੂਜੀ ਚੀਜ਼ ਤੇ ਤੁਹਾਡੇ ਚ ਵੜ ਹੀ ਨਹੀਂ ਸਕਦੀ। ਉਹ ਰੱਬ ਦਾ ਹੀ ਭੂਤ ਸਵਾਰ ਹੋਣਾ ਤੁਹਾਡੇ ਤੇ, ਕਿਉਂਕਿ ਉਹ ਪਰਮਾਤਮਾ ਦਾ ਭੂਤ ਹੀ ਏਦਾਂ ਦਾ ਵਾ ਜਦੋਂ ਬੰਦੇ ਤੇ ਚੜ੍ਹਦਾ ਨਿੱਜਰ ਸਾਹਿਬ, ਦੂਜੇ ਸਾਰੇ ਭੱਜ ਜਾਂਦੇ। ਕਿਉਂਕਿ ਪਰਮਾਤਮਾ ਇੱਕ ਐਸੀ ਚੀਜ਼ ਹੈ ਨਾ, ਪਰਮਾਤਮਾ ਜਦੋਂ ਵੀ ਇਨਸਾਨ ਦੇ ਜੀਵਨ ਚ ਆਉਂਦਾ ਨਾ ਨਿੱਜਰ ਸਾਹਿਬ, ਦੂਜੀਆਂ ਚੀਜ਼ਾਂ ਤੇ ਰਹਿਣ ਹੀ ਨਹੀਂ ਦਿੰਦਾ ਉਹ। ਬਿਲਕੁਲ ਖਰਾ ਸੋਨਾ ਹੈ ਜੀ। ਖਰਾ ਸੋਨੇ ਨੇ ਫਿਰ ਜਿਹੜਾ ਹੈਗਾ ਨਕਲੀ ਚੀਜ਼ ਰਹਿਣ ਨਹੀਂ ਦੇਣੀ। ਬਿਲਕੁਲ। ਉਹ ਕਿਉਂਕਿ ਉਹ ਪਾਰਸ ਆ। ਉਹ ਕੱਲ ਵੀ ਆਇਆ ਨਾ ਬਾਣੀ ਚ, ਉਹ ਪਰਮਾਤਮਾ ਤੇ ਪਾਰਸ ਆ। ਔਰ ਜਦੋਂ ਵੀ ਆਇਆ ਨਾ, ਆ ਵੇਖੋ ਬਾਣੀ ਕਹਿੰਦੇ ਜੋ, ਉਹ ਪਤਾ ਕੀ ਕਹਿੰਦੇ ਆ? ਨਾਨਕ ਭਗਤਾਂ ਹੋਰ ਚਿੱਤ ਨਾ ਆਵੇ। ਉਹਦੇ ਚਿੱਤ ਚ, ਜਿਹੜਾ ਚਿੱਤ ਤੁਹਾਨੂੰ ਕਿਹਾ ਨਾ, ਚਿੱਤ ਜਿੱਥੇ ਡਿਸਪਲੇ, ਜਿੱਥੇ ਉਹ ਸੰਸਕਾਰ ਆਉਂਦੇ ਆ, ਉੱਥੇ ਫਿਰ ਕੀ ਹੁੰਦਾ ਵਾ? ਹਰ ਦਾ ਨਾਂ ਆ ਕੇ ਤੇ ਸਮਾ ਜਾਂਦਾ। ਔਰ ਇੰਨਾ ਤਿੱਖਾ ਹੈ ਨਾਮ, ਉੱਥੇ ਫਿਰ ਔਗਣ ਨਹੀਂ ਆ ਸਕਦੇ, ਨਾ ਹੀ ਔਗਣਾਂ ਦੇ ਵਿਚਾਰ ਆ ਸਕਦੇ। ਉਹ ਤੇ ਆਉਣ ਹੀ ਨਹੀਂ ਦਿੰਦਾ। ਉਹ ਤੁਹਾਨੂੰ ਬਾਣੀ ਇਸ ਲਈ ਕਹਿੰਦਾ ਵਾ ਕਿ ਬਾਣੀ ਪਤਾ ਕੀ ਕਹਿੰਦੀ, ਕਿ ਤੂੰ ਨਾਮ ਜਪਣਾ ਹੈ ਬਸ। ਤੇ ਉਹ ਫਿਰ ਕੀ ਹੋਣਾ ਕਿ ਜਿਹੜਾ ਚਿੱਤ ਹੈ ਨਾ, ਉੱਥੇ ਚਿੱਤ ਤੇ ਕੋਈ ਚੀਜ਼ ਫੜਕ ਨਹੀਂ ਸਕਦੀ। ਕੀ ਫਲਾਣੇ ਉੱਥੇ ਚਿੜੀ ਨਹੀਂ ਫੜਕਣ ਦਿੰਦੇ ਅਗਲੇ। ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਇਸੇ ਕਹਿੰਦੇ ਜਦੋਂ ਨਾਮ ਆ ਗਿਆ ਤੇਰੇ ਅੰਦਰ, ਔਗਣਾਂ ਦੀ ਚਿੜੀ ਨਹੀਂ ਫੜਕੂਗੀ ਤੇਰੇ ਅੰਦਰ, ਕਿਉਂਕਿ ਬੜੀ ਪਾਵਰਫੁਲ ਚੀਜ਼ ਹੈ, ਕਿਉਂਕਿ ਪਾਰਸ ਹੈਗਾ। ਬਿਲਕੁਲ। ਔਗਣ ਜਦੋਂ ਟਕਰਾਊਗਾ
ਉਹਨੇ ਔਗਣੇ ਆਪਣਾ ਰੂਪ ਤਿਆਗ ਕਰ ਦੇਣਾ, ਉਹਨੇ ਚੰਗਾ ਗੁਣ ਬਣ ਜਾਣਾ। ਠੀਕ ਹੈ, ਤੇ ਬਸ ਇੱਥੇ ਹੀ ਆ। ਬਾਕੀ ਅੱਜ ਦੀ ਜਿਹੜੀ ਵਿਚਾਰ ਕਹੀ ਆ ਤੁਹਾਨੂੰ, ਉਹ ਹਸਬੈਂਡ ਵਾਈਫ ਵਾਲੀ, ਉਹ ਥੋੜਾ ਧਿਆਨ ਦਿਆ ਕਰੋ, ਔਰ ਆਪਣੇ ਜੀਵਨ ਸਾਥੀ ਦੀ ਨਾ ਐਪਰੀਸ਼ੀਏਸ਼ਨ ਜ਼ਰੂਰ ਕਰਿਆ ਕਰੋ, ਉਹਦੀ ਇੱਜ਼ਤ ਕਰਿਆ ਕਰੋ, ਚਲੋ ਜਿੱਦਾਂ ਦਾ ਮਰਜ਼ੀ ਆ। ਮੈਂ ਤੇ ਇਹ ਕਹਿਣਾ ਵਾ ਨਾ, ਨੋਬਡੀ ਪਰਫੈਕਟ, ਤੇ ਹਰ ਕੋਈ ਬੰਦਾ ਜਿਹੜਾ ਵਾ ਨਾ ਉਹ ਇੱਕ ਆਪਣਾ ਸੁਭਾਅ ਲੈ ਕੇ ਮਤਲਬ ਪੈਦਾ ਹੋਇਆ ਧਰਤੀ ਤੇ ਜੇਕਰ ਆਪਾਂ ਸੋਚੀਏ ਕਿ ਜੀਵਨ ਸਾਥੀ ਜਿੱਦਾਂ ਕਮੀਜ਼ ਵਾਂਗੂ ਆਪਾਂ ਹੋਵੇ ਕਿ ਇੱਥੇ ਪਿੱਛੇ ਪਾਕਟ ਲਾ, ਇਹਦਾ ਕਲਰ ਤਾਂ ਨੂੰ ਕਰ, ਠਾਂ ਨੂੰ ਕਰ, ਉਹ ਨਹੀਂ ਜੇ ਕੰਮ ਹੋਣਾ। ਇਹ ਆ ਕਿ ਜੋ ਵੀ ਪੀਸ ਬਣਿਆ ਵਾ ਉਹਦੇ ਨਾਲ ਆਪਣਾ ਜੀਵਨ ਬਤੀਤ ਕਰੋ। ਔਰ ਇਹ ਬਾਣੀ ਇਹ ਵੀ ਲਿਖਿਆ ਹੈ, ਸੰਜੋਗ ਦੇ ਵਿਜੋਗ, ਨਿਜਰ ਸਾਹਿਬ, ਸੰਜੋਗ ਵਿਜੋਗ ਦੋਏ ਕਾਰ ਚਲਾਵੇ। ਹਾਂ, ਦੋਏ ਕਾਰ ਚਲਾਵੇ। ਹਾਂ, ਜਿੱਦਾਂ ਦੀ ਹੈ ਨਾ ਬਾਣੀ। ਹਾਂਜੀ ਹਾਂਜੀ, ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਲੇਖੇ ਆਵੇ ਭਾਗ। ਹਾਂ, ਵੇਖ ਲਓ, ਕਹਿੰਦੇ ਸੰਜੋਗ ਤੇ ਵਿਜੋਗ ਕਾਰ ਚਲਾਉਂਦਾ ਵਾ, ਤੇ ਜੋ ਸਾਡੇ ਲੇਖੇ 'ਚ ਹੈਗਾ ਉਹੀ ਮਿਲਦਾ। ਔਰ ਬੰਦਾ ਪਤਾ ਕੀ ਸੋਚਦਾ ਨਿਜਰ ਸਾਹਿਬ? ਹਾਂਜੀ ਹਾਂਜੀ, ਬੰਦਾ ਜਾਂ ਬੁੱਢੀ ਦੋਵੇਂ ਏਦਾਂ ਸੋਚਦੇ, ਕਹਿੰਦੇ ਥੋੜਾ ਜਿਹਾ ਹੋਰ ਇੰਤਜ਼ਾਰ ਕਰ ਲੈਂਦੇ, ਸ਼ਾਇਦ ਵਧੀਆ ਮੋਬਾਈਲ ਲੈ ਲੈਣਾ। ਏਦਾਂ ਹੀ ਕਰਦੇ ਆ, ਪਰ ਨਹੀਂ, ਏਦਾਂ ਨਹੀਂ ਹੋ ਸਕਦਾ। ਜਿਹੜਾ ਮੋਬਾਈਲ ਤੁਹਾਡਾ ਸੀ ਉਹ ਤੁਹਾਨੂੰ ਹੀ ਮਿਲਣਾ ਹੈ। ਤੇ ਕੋਸ਼ਿਸ਼ ਕਰਿਆ ਕਰੋ, ਐਪਰੀਸ਼ੀਏਟ ਕਰਿਆ ਕਰੋ, ਮੈਡਮ ਦੀ ਵੀ ਤਾਰੀਫ ਕਰਿਆ ਕਰੋ, ਮਾੜੀ ਚੰਗੀ ਜਿੱਦਾਂ ਦੀ ਵੀ ਹੈਗੀ ਉਹਨੂੰ ਕਿਹਾ ਕਰੋ ਕਿ ਤੂੰ ਬਹੁਤ ਵਧੀਆ ਵਾ, ਤੇਰੇ ਕਰਕੇ ਮੇਰਾ ਜੀਵਨ ਬੜਾ ਸੌਖਾ ਹੋ ਗਿਆ। ਔਰ ਰੀਅਲੀ ਜੀਵਨ ਉੱਚਾ ਹੁੰਦਾ ਵਾ। ਜੀਵਨ ਸਾਥੀ ਦੇ ਨਾਲ ਨਾ ਪੰਗਾ ਨਾ ਲਿਆ ਕਰੋ ਅਨਨੈਸੈਸਰੀ। ਔਰ ਲੇਡੀਜ਼ ਲਈ ਵੀ ਮੈਂ ਇਹੋ ਕਹਿਣਾ ਚਾਹੁੰਦਾ ਵਾਂ, ਹਮੇਸ਼ਾ ਹੀ ਆਪਣੇ ਪਤੀ ਨੂੰ, ਬਾਣੀ 'ਚ ਵੀ ਲਿਖਿਆ ਵਾ, ਪਤੀ ਨੂੰ ਮਤਲਬ ਰਿਸਪੈਕਟ ਬਹੁਤ ਦਿੱਤੀ, ਨੂੰ ਪਰਮੇਸ਼ਰ ਸਮਝੋ। ਮਤਲਬ ਸਮਝੋ ਪਤੀ ਇੱਕ ਪਰਮੇਸ਼ਰ ਹੀ ਆ। ਔਰ ਜੇਕਰ ਆਪਾਂ ਘਰੇ ਹੀ ਆਪਣੇ ਪਤੀ ਦੀ ਰਿਸਪੈਕਟ ਨਹੀਂ ਕਰਦੇ, ਆਪਾਂ ਉਹਨੂੰ ਉਹਦਾ ਬਣਦਾ ਮਾਣ ਨਹੀਂ ਦਿੰਦੇ, ਉਹਦੇ ਨਾਲ ਉਹਦੀ ਆਪਾਂ ਰਿਸਪੈਕਟ ਨਹੀਂ ਕਰਦੇ, ਤੇ ਫਿਰ ਆਪਾਂ ਦੂਜਿਆਂ ਦੀ ਕੀ ਕਰ ਸਕਦੇ ਹਾਂ? ਕੀ ਆਪਾਂ ਇੱਕ ਦੂਜਿਆਂ ਨੂੰ ਆਪਾਂ ਸਹੀ ਤਰ੍ਹਾਂ ਹੈਂਡਲ ਕਰ ਸਕਦੇ ਹਾਂ? ਜੇਕਰ ਜਿਹੜਾ ਬੰਦਾ ਸਾਡਾ ਜੀਵਨ ਸਾਥੀ ਹੈ, ਜੇਕਰ ਅਸੀਂ ਉਹਦੇ ਨਾਲ ਹੀ ਨਹੀਂ ਆਪਾਂ ਸਹੀ ਤਰੀਕੇ ਨਾਲ ਵਰਤਾਓ ਕਰ ਰਹੇ, ਤੇ ਫਿਰ ਬਾਕੀ ਤੇ ਨੇਜਰ ਸਾਹਿਬ ਤੇ ਮੇਰੇ ਵਰਗੇ ਤੇ ਬਹੁਤ ਦੂਰ ਬੈਠੇ ਨੇ, ਕਿਉਂਕਿ એનર્ਜੀ ਦਾ ਫਲੋ ਤੇ ਉੱਥੇ ਤੁਰਨਾ। ਜਿਹੜਾ ਬੰਦਾ ਆਪਣੇ ਜੀਵਨ ਸਾਥੀ ਦੇ ਨਾਲ ਇਮਾਨਦਾਰ ਨਹੀਂ ਆ, ਜਿਹੜਾ ਬੰਦਾ ਆਪਣੇ ਜੀਵਨ ਸਾਥੀ ਦੇ ਨਾਲ ਇਨਸਾਫ ਨਹੀਂ ਕਰ ਰਿਹਾ, ਉਹ ਬੰਦਾ ਦੂਜੇ ਲਈ ਕੀ ਕਰ ਸਕਦਾ? ਦੱਸੋ। ਇਹ ਦੋ ਹੀ ਤੇ ਰਿਸ਼ਤੇ ਆ, ਬੱਚੇ ਆ, ਮਾਂ ਪਿਓ ਆ, ਤੇ ਵਾਈਫ ਤੇ ਹਸਬੈਂਡ ਆ। ਦੇਖੋ, ਇੱਕ ਚੀਜ਼ ਨੂੰ ਨੋਟਿਸ ਕਰੋ, ਤੁਸੀਂ ਇਹ ਚੀਜ਼ ਨੂੰ ਥੋੜਾ ਜਿਹਾ ਵੀ ਧਿਆਨ ਦਿਓਗੇ, ਤੁਹਾਨੂੰ ਪਤਾ ਲੱਗ ਜਾਏਗਾ ਇੰਨੀ ਦੁਨੀਆ ਵਾ, 100 ਪਤਾ ਨਹੀਂ 20 ਕਰੋੜ ਇੱਥੇ ਇੰਡੀਆ ਦਾ ਬੰਦਾ, ਇੱਕ ਬੰਦਾ ਜਿਹੜਾ ਜਨਾਨੀ ਜਾਂ ਤੁਹਾਡੇ ਜੀਵਨ 'ਚ ਲਿਖੀ ਆ, ਇਹਦਾ ਮਤਲਬ ਕਿ ਉਹਦਾ ਰੀਜ਼ਨ ਹੈ ਨਿਜਰ ਸਾਹਿਬ। ਬਿਲਕੁਲ, ਉਹ ਕਿੱਥੋਂ ਆ ਗਿਆ ਅਗਲਾ? ਔਰ ਇੱਕ ਚੀਜ਼ ਹੋਰ ਜੀ, ਤੁਸੀਂ ਉਸ ਜੀਵਨ ਸਾਥੀ ਤੋਂ ਬਿਨਾਂ ਥੋੜਾ ਜਿਹਾ ਸੋਚ ਕੇ ਵੇਖੋ, ਉਹ ਪਰਫੈਕਟ ਮੈਚ ਕੀਤੀ ਆ ਪਰਮਾਤਮਾ ਨੇ। ਮੈਨੂੰ ਪਤਾ ਨਾ, ਪਰਮਾਤਮਾ ਮੈਚ ਨਾਰਮਲ ਮੈਚ ਕਰਦਾ ਨਹੀਂ ਨਿਜਰ ਸਾਹਿਬ, ਕਿਉਂਕਿ ਉਹ ਬੜਾ ਵੱਡੀ ਗੱਲ ਆ। ਉਸ ਤੋਂ ਬਾਅਦ ਫਿਰ ਤੁਹਾਡੇ ਬੱਚੇ ਪੈਦਾ ਹੋਣੇ, ਫਿਰ ਬੱਚਿਆਂ ਦੇ ਨਾਲ ਇੱਕ ਦੋ ਫੈਮਲੀਆਂ ਜੋੜਨੀਆਂ, ਔਰ ਇਹ ਇੱਕ ਦੇਖੋ ਘਰੇ ਫ੍ਰਿਕਸ਼ਨ ਪਾ ਛੱਡਣੀ ਆ, ਐਵੇਂ ਕਪੱਤ ਕਰੀ ਜਾਣਾ, ਤੇ ਉੱਥੇ ਫਿਰ ਉੱਥੇ ਕੀ ਪੈਦਾ ਹੋਊਗਾ? ਉੱਥੇ ਤੇ ਫਿਰ ਕਹਿੰਦੇ ਕਲੇ ਕਲੰਦਰ ਵਸੇ ਤੇ ਘੜਿਓ ਪਾਣੀ ਨੱਸੇ। ਇਹ ਇੱਕ ਜਿਹੜੀ ਕਲੇ ਦੀ ਮਾੜੀ ਹੁੰਦੀ ਆ, ਕਹਿੰਦੇ ਘੜੇ 'ਚ ਪਾਣੀ ਹੋਵੇ ਨਾ, ਉਹ ਹੀ ਨੱਸ ਜਾਂਦਾ। ਏਡਾ ਖਤਰਨਾਕ ਹੈ ਕਲੇ, ਪਾਣੀ ਖਾਸ ਕਰਕੇ ਮਨਾ ਕੀਤਾ ਹੈ। ਤੇ ਇਹ ਜਿਹੜੀ ਕਲੇ ਹੁੰਦੀ, ਕਲੇ ਨਾ ਪਾਇਆ ਕਰੋ ਘਰੇ। ਔਰ ਇੱਕ ਚਾਹੇ ਪਤਨੀ ਆ ਜਾਂ ਪਤੀ ਆ, ਤੇ ਉਹਦੀਆਂ ਮਤਲਬ ਉਹਦੀਆਂ ਜਿਹੜੀਆਂ ਭਾਵਨਾ, ਉਹਦੀ ਕਦਰ ਕਰੋ। ਔਰ ਖਾਸ ਕਰਕੇ ਮੈਂ ਸੋਚਦਾ ਕਿ ਲੇਡੀਜ਼ ਜਿੱਦਾਂ ਨਵੀਂ ਕੁੜੀ ਆਉਂਦੀ ਆ, ਉਹਨੂੰ ਵੀ ਥੋੜੀ ਫਰੀਡਮ ਦਿਓ। ਕਈ ਵਾਰੀ ਆਪਾਂ ਉਹਦੇ ਤੇ ਬੜਾ ਪ੍ਰੈਸ਼ਰ ਪਾਉਂਦੇ ਆ ਕਿ ਏਦਾਂ ਨਹੀਂ, ਸਾਡੇ ਘਰ ਏਦਾਂ ਹੁੰਦਾ, ਸਾਡੇ ਘਰ ਏਦਾਂ ਹੁੰਦਾ ਵਾ, ਤੂੰ ਏਦਾਂ ਨਾ ਕਰ। ਹੁਣ 9 ਸੱਸਾਂ ਦੀ ਨਿੱਜਰ ਸਾਹਿਬ ਮਾਮੂਲੀ ਜਿਹੀ ਲੜਾਈ ਹੁੰਦੀ ਆ। ਹੁਣ ਜੇ ਕੁੜੀ ਆ ਆਪਣੀ ਫੈਮਿਲੀ ਨਾਲ ਵਰਤਣਾ ਚਾਹੁੰਦੀ ਆ, ਸੱਸ ਉੱਤੇ ਓਬਜੈਕਸ਼ਨ ਲਾਉਂਦੀ ਆ, ਹੋਰ ਕੀ ਆ? ਉਹ ਕਹਿੰਦੀ ਆ ਕਿ ਨਾ ਜੀ ਨਾ, ਇਹ ਨਾ ਉਹ। ਤੇ ਉਹ ਜੇ ਹੁਣ ਸੱਸ ਦੇ ਪਰਿਵਾਰ ਚੋਂ ਕੋਈ ਆਪਣਾ ਫੈਮਿਲੀ ਮੈਂਬਰ ਆਵੇ, ਉਹਦੇ ਭਰਾ ਹੋਣ, ਉਹਦੀਆਂ ਭਾਬੀਆਂ ਹੋਣ, ਤੇ ਭੱਜੀ ਫਿਰੂਗੀ ਚਾਅ ਦੇ ਨਾਲ। ਤੇ ਜਦੋਂ ਨੌਂ ਦੇ ਪਰਿਵਾਰ ਚੋਂ ਕੋਈ ਆ ਗਿਆ ਤੇ ਮੂੰਹ ਹੀ ਵੱਟ ਲੈਣਾ। ਇਹ ਚੀਜ਼ਾਂ ਕਮੀਆਂ ਨੇ ਸਾਡੇ ਚ ਖਾਸ ਕਰਕੇ ਔਰਤਾਂ 'ਚ ਬਹੁਤ ਈਰਖਾਬਾਜ਼ੀ ਹੁੰਦੀ ਹੈ। ਮੈਂ ਹਮੇਸ਼ਾ ਤੁਹਾਨੂੰ ਇਹ ਕਹਿੰਦਾ ਵਾਂ, ਦੇਖੋ ਆਪਾਂ ਈਰਖਾ ਕਰਦੇ ਆ ਨਾ, ਤੇ ਪ੍ਰਮਾਤਮਾ ਖੁਸ਼ ਨਹੀਂ ਹੁੰਦਾ ਜੀ, ਬਿਲਕੁਲ ਖੁਸ਼ ਨਹੀਂ ਹੋਊਗਾ। ਉਹ ਕਹਿੰਦਾ ਵਾ ਕਿ ਬਾਣੀ 'ਚ ਵੀ ਲਿਖਿਆ ਵਾ ਕਿ ਜਦੋਂ ਘਰ ਆਪਣੇ ਕੋਈ ਮਹਿਮਾਨ ਹੁੰਦਾ ਨਾ, ਤੇ ਉਹ ਪ੍ਰਮਾਤਮਾ ਦਾ ਰੂਪ ਹੈ। ਉਹ ਹਿੰਦੂਆਂ ਦੇ ਗ੍ਰੰਥ 'ਚ ਲਿਖਿਆ ਨਿਜਰ ਸਾਹਿਬ, ਅਤਿਥੀ ਪਤਾ ਨਹੀਂ ਕੀ ਲਿਖਿਆ ਵਾ। ਬਿਲਕੁਲ ਠੀਕ ਹੈ, ਲਿਖਿਆ ਹੈ ਜੀ, ਮੈਂ ਪੜਿਆ, ਬਿਲਕੁਲ ਸਹੀ। ਹਾਂ, ਅਤਿਥੀ ਜਿਹੜਾ ਹੈਗਾ ਪਰਮਾਤਮਾ ਦਾ ਰੂਪ ਹੁੰਦਾ ਹੈ। ਆਪਣਾ ਘਰ ਛੱਡ ਕੇ ਤੁਹਾਡੇ ਕੋਲ ਆਇਆ,
ਹਾਂ ਦੇਖ ਲਓ ਕਿੰਨੀ ਵੱਡੀ ਗੱਲ ਆ। ਤੇ ਇਹ ਜਿਹੜੀ ਆਪਾਂ ਚੀਜ਼ ਨੂੰ ਸਮਝੀਏ, ਆਪਾਂ ਜਿਹੜਾ ਅਤਿਥੀ ਆ ਘਰੇ ਆਇਆ ਵਾ, ਉਹ ਫਿਰ ਕਹਿੰਦੇ ਆ ਕਿ ਸਭ ਤੋਂ ਬੈਸਟ ਖਾਣਾ ਦਿਓ ਉਹਨਾਂ ਨੂੰ। ਤੇ ਇਹ ਜੇ ਆਪਾਂ ਹੀ ਆਪਣਾ ਹੀ ਟੋਕਾ ਚਲਾਤਾ ਵਿੱਚ ਤੇ ਈਰਖਾਬਾਜੀ ਵਾਲਾ, ਤੇ ਉਹ ਕਿੱਥੋਂ। ਹੁਣ ਵੇਖੋ ਨੌਵਾਂ ਆਮ ਕਰਕੇ ਚੋਰੀ ਕਿਉਂ ਕਰਦੀਆਂ ਵਿਚਾਰੀਆਂ? ਇਸੇ ਕਰਕੇ ਚੋਰੀ ਕਰਦੀਆਂ ਕਿ ਤੁਹਾਡੇ ਸਾਹਮਣੇ ਨਾ ਪੈਸੇ ਦੇਣੇ ਆ ਤੇ ਤੁਸੀਂ ਕਹਿਣਾ ਵੀ ਇੰਨਾ ਸ਼ਗਨ ਪਾਤਾ। ਇੱਥੋਂ ਤੇ ਚੋਰੀ ਸ਼ੁਰੂ ਹੁੰਦੀ ਆ। ਤੇ ਜਦੋਂ ਆਪਾਂ ਬੱਚੇ ਨੂੰ ਕਹਾਂਗੇ ਹਾਂ ਪੁੱਤ ਕੋਈ ਗੱਲ ਨਹੀਂ ਤੇਰੇ, ਆਪਾਂ 2 ਮਿੰਟ ਜਾਓ ਉਹਦੇ ਨਾਲ ਨੌ ਨਾ ਕਹੋ ਵੀ ਬੇਟਾ ਏਦਾਂ ਤੇਰੇ ਆਏ ਨੇ ਗੈਸਟ, ਤੇ ਬੱਚੇ ਜੋ ਸ਼ਗਨ ਵਿਹਾਰ ਬਣਦਾ ਦੋ ਤੁਸੀਂ ਆਪਣੀ ਮਰਜ਼ੀ ਨਾਲ, ਉਹ ਵੀ ਖੁਸ਼ ਹੋਵੇ। ਉਹ ਕਵੇ ਕਿ ਮੰਮੀ 500 ਦੇ ਦਾਂ, ਉਹ ਨਹੀਂ ਧੀ ਤੂੰ 1000 ਰੁਪਇਆ ਦੇ। ਉਹ ਕਵੇ ਵਾਹ ਵੀ ਵਾਹ, ਵੇਖਿਓ ਤੁਹਾਡੀ ਉਹ ਕਿੱਦਾਂ ਭੱਜੀ ਫਿਰਦੀ ਉਹਦੇ ਕਹਿਣਾ ਸੱਸ ਮੇਰੀ ਬਹੁਤ ਵਧੀਆ। ਤੇ ਜੇ ਤੁਸੀਂ ਉਹਦੇ ਨਾਲ ਲੜਾਈ ਕਰਨਾ ਚਾਹੁੰਦੇ ਜੋ ਤੇ ਫਿਰ ਜੋ ਮਰਜ਼ੀ ਕਰ ਲਓ। ਪਰ ਇਹ ਗੱਲਾਂ ਆਪਣੇ ਘਰਾਂ 'ਚ ਬਹੁਤ ਵੱਡੇ ਲੈਵਲ ਤੇ ਪ੍ਰੋਬਲਮਸ ਹੈਗੀਆਂ ਨੇ। ਇੱਕ ਪਤੀ ਪਤਨੀ ਇਕੱਠੇ ਰਹਿ ਰਹੇ ਨੇ, ਇੱਕ ਦੂਜੇ ਨੂੰ ਦੁੱਖਾਂ ਨਹੀਂ ਜਾਣਦੇ, ਸੌਂਦੇ ਵੀ ਇਕੱਠੇ ਆ, ਬੈੱਡ ਤੇ ਸੌਂਦੇ ਆ, ਪਰ ਇੱਕ ਬੰਦਾ ਪਾਕਿਸਤਾਨ ਬੈਠਾ ਵਾ, ਇੱਕ ਬੰਦਾ ਫਰਾਂਸ 'ਚ ਬੈਠਾ, ਇੰਨਾ ਡਿਫਰੈਂਸ ਆ। ਹਮੇਸ਼ਾ ਹੀ ਆਪਣੇ ਦਿਲ ਦੀ ਗੱਲ ਸਾਂਝੀ ਕਰੋ, ਔਰ ਅਗਲਾ ਸੱਚ ਦੱਸਦਾ ਤੇ ਉਹਨੂੰ ਐਪਰੀਸ਼ੀਏਟ ਕਰੋ, ਔਰ ਉਹਨੂੰ ਦੱਸੋ ਕਿ ਯਾਰ ਹਾਂ ਉਹ ਇਹ ਨਾ ਕਿ ਤੁਹਾਨੂੰ ਗੱਲ ਦੱਸਦੇ ਦਿਲ ਦੀ ਤੇ ਮੁੜ ਕੇ ਉਹਨੂੰ ਤਾਨੇ ਤੇ ਮਿਹਣੇ ਮਾਰਨੇ ਸ਼ੁਰੂ ਕਰ ਦਿਓ। ਉਹ ਆਪਣੀ ਫੈਮਿਲੀ ਦੇ ਬਾਰੇ ਤੁਹਾਡੇ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦਾ, ਕਿਉਂਕਿ ਤੁਸੀਂ ਉਹ ਗੱਲ ਦਾ ਮੁੜ ਕੇ ਗੁੱਡਾ ਬੰਨ ਦੇਣਾ। ਇਸੇ ਕਰਕੇ ਲੋਕੀ ਫਿਰ ਕੁੜੀਆਂ ਪਤਾ ਕੀ ਕਹਿੰਦੀਆਂ, ਮੰਮੀ ਜੀ ਆ ਤੁਹਾਡੇ ਪਰਿਵਾਰ 'ਚ ਏਦਾਂ ਦਾ ਰੌਲਾ ਰੱਪਾ ਹੈਗਾ, ਸਾਡਾ ਪਰਿਵਾਰ ਬੜਾ ਸੌਖਾ ਹੈਗਾ ਜੀ। ਉਹ ਝੂਠ ਬੋਲ ਦਿੰਦੀ ਵਿਚਾਰੀ। ਉਹ ਕਹਿੰਦੀ ਨਹੀਂ ਕਿ ਸੱਸ ਨੇ ਸੁਣਨਾ ਤਾਂ ਹੈ ਨਹੀਂ, ਇਹਨੇ ਤੇ ਉਲਟਾ ਹੀ ਚੈਨਲ ਫੜਨਾ ਮੇਰਾ, ਇਹਨੂੰ ਚੰਗਾ ਝੂਠ ਹੀ ਮਾਰ ਦੋ, ਇਹ ਕਿਹੜਾ ਵੇਖਣ ਚੱਲੀ ਉੱਥੇ। ਤੇ ਜੇ ਆਪਾਂ ਉਹਨਾਂ ਨਾਲ ਫਰੈਂਡਸ਼ਿਪ ਬਣਾਵਾਂਗੇ, ਆਪਾਂ ਦੇਖੋ ਰਿਸ਼ਤਾ ਜਿਹੜਾ ਹੁੰਦਾ ਨਾ, ਰਿਸ਼ਤੇ ਨੂੰ ਬਣਾਉਣਾ ਕੋਈ ਆਸਾਨ ਨਹੀਂ ਹੁੰਦਾ। ਔਰ ਸਭ ਤੋਂ ਰਿਸ਼ਤੇ ਨੂੰ ਬਣਾਉਣ ਦਾ ਇੱਕੋ ਤਰੀਕਾ ਹੈਗਾ, ਉਹਨੂੰ ਪਿਆਰ ਦੇ ਨਾਲ, ਪਿਆਰ ਦੇ ਪਾਣੀ ਨਾਲ ਸੀਂਚਣਾ ਪੈਂਦਾ। ਬੂੰਦ 2-4 ਬੂੰਦਾਂ ਪਾਓ ਤੇ ਵੇਖੋ ਫਿਰ ਨਿੱਘ। ਫਿਰ ਜਦੋਂ ਇੱਕ ਅੰਗੂਰਾਂ ਦੀ ਵੇਲ ਉੱਗਦੀ ਫਿਰ ਜੀਵਨ ਭਰ ਆਰਾਮ ਨਾਲ ਅੰਗੂਰ ਖਾ ਲਓ। ਤੇ ਮੈਂ ਮਹਿਸੂਸ ਕਰਦਾ ਪਤੀ ਪਤਨੀ 1-2 ਐਸੇ ਫਲ ਨੇ ਕਿ ਦੋਨੇ ਹੀ ਬੰਦੇ ਜਿਹੜੇ ਉਹ ਖਾਦੇ ਬਿਨਾਂ ਹੀ ਸੰਸਾਰ ਤੋਂ ਚੱਲ ਜਾਂਦੇ ਨੇ। ਜਿਸ ਤਰ੍ਹਾਂ ਤੁਸੀਂ ਕਹਿੰਦੇ ਬਿਲਕੁਲ ਠੀਕ ਹੈ ਜੀ, ਉਹ ਫਲ ਹੈਗਾ ਵਾ, ਪਰ ਉਹ ਹੈ ਕਿ ਕਈ ਵਾਰੀ ਨਿੱਜਰ ਸਾਹਿਬ ਥੋੜਾ ਜਿਹਾ ਰਾਜਸਥਾਨ ਲੈ ਜਾਏਗੀ ਨਾ ਤਾਂ ਪਾਣੀ ਥੋੜਾ ਗਹਿਰਾ ਵਾ, 300-400 ਫੁੱਟ ਬੋਰ ਕਰਨਾ ਪੈਂਦਾ। ਤੇ ਮੇਰੇ ਵਰਗਾ ਫਿਰ ਉੱਥੋਂ ਮਿਹਨਤ ਨਹੀਂ ਕਰਨਾ ਚਾਹੁੰਦਾ। ਚਲੋ ਮੈਨੂੰ ਵੀ ਸਬਕ ਮਿਲੂਗਾ ਜੀ, ਮੈਂ ਇਹ ਚੀਜ਼ਾਂ ਮਿਲੀਆਂ ਤੇ ਥੋੜੀ ਮਿਹਨਤ ਕਰੋ। ਜਿੱਦਾਂ ਨਲਕੇ ਤੋਂ ਉੱਥੋਂ ਪਾਣੀ ਪਾਈਦਾ ਵਾ, ਥੋੜੇ ਸਮੇਂ ਲਈ ਤੁਸੀਂ ਵੀ ਪਾਣੀ ਪਾਓ, ਕੋਆਪਰੇਟ ਕਰੋ ਅਗਲੇ ਨਾਲ। ਔਰ 2-4 ਬੁਰਾਈਆਂ ਵੀ ਹੈਗੀਆਂ ਤੇ ਉਹਦੇ 'ਚ 95 ਚੰਗਿਆਈਆਂ ਵੀ ਹੈਗੀਆਂ, ਉਹ ਵੀ ਐਪਰੀਸ਼ੀਏਟ ਕਰੋ। ਅਗਲੇ ਨੂੰ ਦੱਸੋ ਵੀ ਕਿ ਮੈਨੂੰ ਅਜੇ ਤੱਕ ਨਿੱਜਰ ਸਾਹਿਬ ਚੇਤੇ ਆਉਂਦਾ ਵਾ, ਫਾਦਰ ਸਾਹਿਬ ਨਾ ਵਿੱਚ ਜੇ ਬਿਮਾਰ ਹੋ ਗਏ ਲਾਸਟ ਤੇ। ਹਾਂਜੀ ਤੇ ਉਹ ਮੰਮੀ ਨੇ ਕੰਮ ਕਰਨਾ ਤੇ ਚਲੋ ਡੈਡੀ ਨੇ ਕਹਿਣਾ ਧੀਰੋ ਇੱਥੇ ਮੇਰੇ ਕੋਲ ਆ ਕੇ ਬੈਠ ਜਾਣਾ। ਹਾਂ ਮਗਰ ਸ਼ਾਬਾਸ਼ ਦੇਣੀ, ਥਾਪੀ ਦੇਣੀ ਕਿ ਹਾਂ ਬਹੁਤ ਤੂੰ ਮਿਹਨਤ ਕਰ ਰਹੀ ਆ, ਬਹੁਤ ਮਿਹਨਤ ਕਰ ਰਹੀ। ਤੇ ਉਹ ਬੰਦੇ ਨੂੰ ਪਤਾ ਕਿੰਨਾ ਚੰਗਾ ਲੱਗਦਾ, ਇਹ ਬੰਦਾ ਐਪਰੀਸ਼ੀਏਟ ਕਰ ਰਿਹਾ। ਤੋ ਜੀਵਨ ਦਾ ਮਤਲਬ ਹੁੰਦਾ ਕਿ ਦੂਜੇ ਦੀ ਮਿਹਨਤ ਨੂੰ ਐਪਰੀਸ਼ੀਏਟ ਕਰੋ। ਯਾਰ ਐਪਰੀਸ਼ੀਏਟ ਕਰਨੀ ਇਹ ਨਹੀਂ ਗੱਲ ਇਹਨੇ ਪਲੇਨ ਬਣਾਉਣਾ ਵਾ, ਚਾਹ ਦਾ ਕੱਪ ਵੀ ਲੈ ਕੇ ਆਇਆ ਉਹ ਵੀ ਐਪਰੀਸ਼ੀਏਟ ਕੀਤਾ ਜਾ ਸਕਦਾ। ਜੇ ਰੋਟੀ ਤੁਹਾਡੀ ਬਣਾ ਰਿਹਾ, ਤੁਹਾਡੇ ਕੱਪੜੇ ਧੋ ਰਿਹਾ ਹੈ, ਐਪਰੀਸ਼ੀਏਸ਼ਨ ਚਾਹੀਦਾ ਯਾਰ। ਹੁਣ ਇੱਥੇ ਅਸੀਂ ਆ ਕੰਪਨੀ 'ਚ ਬੈਠੇ ਆ, ਹੁਣ ਭਾਵੇਂ ਮੇਰੀ ਲੱਖਾਂ ਰੁਪਏ ਤਨਖਾਹ ਵਾ, ਪਰ ਮੈਂ ਵੀ ਚਾਹੁੰਦਾ ਕਿ ਜਿਹੜਾ ਮੇਰਾ ਸੁਪਰਡੈਂਟ ਹੈ ਉਹ ਮੇਰੇ ਕੰਮ ਨੂੰ ਐਪਰੀਸ਼ੀਏਟ ਕਰੇ। ਪੈਸੇ ਇਕੱਲੇ ਨਹੀਂ ਮੈਨੂੰ ਚਾਹੀਦੇ ਨਿੱਜਰ ਸਾਹਿਬ। ਬਿਲਕੁਲ ਠੀਕ ਹੈ ਜੀ, ਮੇਰੀ ਜੌਬ ਦੀ ਐਪਰੀਸ਼ੀਏਸ਼ਨ ਚਾਹੀਦੀ ਹੈ, ਭਾਵੇਂ ਘੱਟ ਤਨਖਾਹ ਮਿਲੇ, ਪਰ ਮੈਂ ਚਾਹੁੰਦਾ ਕਿ ਮੇਰੀ ਇੱਜ਼ਤ ਹੋਣੀ ਚਾਹੀਦੀ ਕੰਪਨੀ 'ਚ ਕਿ ਹਾਂ ਬੰਦਾ ਵਧੀਆ ਕੰਮ ਕਰਦਾ। ਇਹੋ ਹੀ ਬੰਦਾ ਚਾਹੁੰਦਾ, ਬੰਦਾ ਇਕੱਲਾ ਪੈਸਾ ਨਹੀਂ ਚਾਹੁੰਦਾ। ਰੋਟੀ ਪਾਣੀ ਤੇ ਕਿਹੜੀ ਹੈ, ਰੋਟੀ ਪਾਣੀ ਤੇ ਲੋਕੀ ਮਿਲ ਹੀ ਜਾਣਾ, ਇਹ ਧਰਤੀ ਤੇ ਭੁੱਖਾ ਤੇ ਕੁਛ ਹੁੰਦਾ ਹੀ ਨਹੀਂ। ਤੇ ਇਹ ਆ ਕਿ ਇੱਕ ਦੂਜੇ ਨੂੰ ਐਪਰੀਸ਼ੀਏਟ ਕਰੋ, ਉਹਨੂੰ ਕਹੋ ਅਗਲੇ ਨੂੰ ਕਿ ਬਈ ਤੂੰ, ਕਹੋ ਨਹੀਂ ਇਹ ਸੱਚ ਆ, ਉਹਨੂੰ ਕਹੋ ਕਿ ਤੂੰ ਬੜਾ ਇੰਪੋਰਟੈਂਟ ਆ ਮੇਰੇ ਜੀਵਨ ਦੇ ਵਿੱਚ। ਜਿਉਂਦਾ ਆਇਆ ਵਾਂ ਕਿ ਮੈਂ ਖੁਸ਼ ਹਾਂ ਤੇਰੇ ਤੋਂ, ਮੈਂ ਸੰਤੁਸ਼ਟ ਹਾਂ, ਪਰ ਮੈਂ ਪਰਮਾਤਮਾ ਦਾ ਵੀ ਥੈਂਕ ਯੂ ਕਰਦਾ ਵਾਂ ਕਿ ਤੇਰੇ ਵਰਗਾ ਜੀਵਨ ਸਾਥੀ ਮੈਨੂੰ ਮਿਲਿਆ। ਔਰ ਵੇਖੋ ਉਸ ਬੰਦੇ ਨੇ ਉਹਦੇ ਬੰਦੇ ਦਾ ਕੌਨਫੀਡੈਂਸ ਕਿੱਡਾ ਉੱਚਾ ਹੁੰਦਾ ਕਿ ਹਾਂ ਮੈਂ ਸੱਚੀ ਮੇਰੇ ਤੇ ਖੂਬੀ ਹੈਗੀ ਆ, ਮੇਰਾ ਜੀਵਨ ਸਾਥੀ ਇਹ ਗੱਲਾਂ ਕਹਿਣ ਦਿਆ। ਜਦ ਕਿ ਜੀਵਨ ਸਾਥੀ ਤੇ 3-4 ਹੀ ਗੱਲਾਂ ਕਰਦਾ। ਹਾਂ ਬੱਚੇ ਆ ਗਏ ਆ, ਅੱਛਾ ਠੀਕ ਆ, ਫੀਸ ਭੇਜਦੀ ਉਸ ਕੋਲੇ ਬੱਚਿਆਂ ਦੀ, ਓਕੇ ਚੱਲ ਰੋਟੀ ਲੈ ਆ, ਅੱਛਾ ਪਾਣੀ ਗਰਮ ਕਰ ਦੇ ਮੈਂ ਨਹਾਉਣਾ ਵਾ, ਲਓ ਜੀ, ਅੱਛਾ ਕੱਪੜੇ ਪ੍ਰੈਸ ਕੀਤੇ ਉਹ ਦੇ ਦੋ ਮੈਂ ਚੱਲਿਆ ਦਫ਼ਤਰ। ਆ 3-4 ਹੀ ਗੱਲਾਂ ਹੈਗੀਆਂ ਲੋਕਾਂ ਕੋਲ ਨਿੱਜਰ ਸਾਹਿਬ। ਬਿਲਕੁਲ ਲੋਕੀ ਇਹਦੇ ਨਾਲ ਕਮਿਊਨੀਕੇਸ਼ਨ ਕਰਦੇ ਜੇ, ਔਰ ਜੇ ਇਹ ਕਰਦੇ ਜੇ ਤੇ ਇਹ ਕੋਈ ਚੰਗਾ ਜੀਵਨ ਨਹੀਂ ਹੈਗਾ ਜੇ, ਕੁਛ ਗੜਬੜ ਹੈ ਤੁਹਾਡੇ ਜੀਵਨ 'ਚ। ਇਕੱਠੇ ਬਹੁ,
ਰਲ ਮਿਲ ਕੇ ਉਮਰ ਡਜ਼ਨ ਮੈਟਰ, ਭਾਵੇਂ ਤੁਸੀਂ 80 ਸਾਲ ਦੇ ਬੁੱਢੇ ਹੋ ਜਾਓ, ਇਹਨੇ ਉਹ ਉਮਰ 'ਚ ਕੁਛ ਨਹੀਂ ਹੁੰਦਾ। ਅੱਜ ਵੀ ਤੁਸੀਂ ਬਾਹਰ ਜਾ ਕੇ ਜੀਵਨ ਇੰਜੋਏ ਕਰ ਸਕਦੇ, ਇਕੱਠੇ ਤੁਰੋ, ਹੱਥ ਫੜੋ ਇੱਕ ਦੂਜੇ ਦਾ, ਪਿਆਰ ਕਰੋ ਯਾਰ। ਤੁਸੀਂ ਪਿਆਰ ਦਵੋਗੇ, ਉਹ ਪਿਆਰ ਵਾਪਸ ਆਊਗਾ ਤੁਹਾਡੇ ਕੋਲ। ਜੀਵਨ ਇੱਕ ਕਲਾ ਹੈ। ਗੁਰਬਾਣੀ ਮੈਂ ਜਿਉਂ ਦੀ ਪੜ੍ਹਦੇ ਆ ਨਾ, ਗੁਰਬਾਣੀ ਕੁਛ ਨਹੀਂ ਸਿਖਾਉਂਦੀ, ਉਹ ਸਾਨੂੰ ਇਨਸਾਨ ਬਣਾਉਂਦੀ ਆ। ਹੋਰ ਇੱਕ ਇਨਸਾਨ, ਲੈਸ ਫਾਦਰ, ਲੈਸ ਮਦਰ, ਲੈਸ ਵਾਈਫ, ਲੈਸ ਹਸਬੈਂਡ, ਇੱਕ ਚੰਗੇ ਇਨਸਾਨ ਬਣਨ ਵਾਸਤੇ ਸਾਨੂੰ ਕਹਿ ਰਹੀ ਹੈ ਬਾਣੀ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂ, ਤੇ ਬਾਣੀ ਨਥਿੰਗ ਟੀਚਿੰਗ ਅਸ। ਉਹ ਨਹੀਂ ਕਹਿੰਦੀ ਤੂੰ ਹਿੰਦੂ ਬਣ, ਸਿੱਖ ਬਣ। ਉਹ ਕਹਿੰਦੀ ਹੈ ਕਿ ਤੇਰੇ ਇਲਾਕੇ ਜਿਹੜੇ ਹੈਗੇ, ਕਮ ਸੇ ਕਮ ਉਹ ਤੇ ਫੀਲ ਕਰਨ ਤੂੰ ਇਨਸਾਨ ਹੈ। ਤੂੰ ਇਹ ਰਿਸ਼ਤਿਆਂ ਚੋਂ ਬਾਹਰ ਕਿਉਂ ਨਹੀਂ ਆਉਂਦਾ? ਇੱਕ ਚੰਗਾ ਇਨਸਾਨ ਬਣ ਕੇ ਕਿਉਂ ਨਹੀਂ ਉਹਨਾਂ ਨੂੰ ਡੀਲ ਕਰਨ ਡਿਆ ਤੂੰ? ਉਹ ਕਿਉਂ ਨਹੀਂ ਤੂੰ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦੇਣ ਦੇਣ? ਤੂੰ ਚੀਟਿੰਗ ਕਰ ਰਿਹਾ, ਤੂੰ ਇਨਸਾਫ ਨਹੀਂ ਕਰ ਰਿਹਾ, ਤੂੰ ਵਫਾਦਾਰ ਨਹੀਂ ਹੈਗਾ। ਤੂੰ ਪਤੀ ਹੈ ਜਾਂ ਪਤਨੀ ਆ, ਤੂੰ ਆਪਣੇ ਜੀਵਨ ਸਾਥੀ ਨਾਲ ਝੂਠ ਬੋਲ ਰਿਹਾ। ਔਰ ਜੇ ਤੂੰ ਝੂਠ ਬੋਲ ਰਿਹਾ ਤੇ ਅਗਲਾ ਤੈਨੂੰ ਸੱਚ ਬੋਲੂਗਾ? ਦੱਸੋ ਮੈਨੂੰ ਟੀਚਰ ਸਾਹਿਬ। ਬਿਲਕੁਲ। ਪਰ ਲੋਕੀ ਨਿੱਕੀ ਨਿੱਕੀਆਂ ਗੱਲਾਂ ਪਿੱਛੇ ਝੂਠ ਬੋਲਦੇ ਆ। ਔਰ ਮੈਂ ਚਾਹੁੰਦਾ ਕਿ ਇਹ ਚੀਜ਼ਾਂ ਨੂੰ ਛੱਡੋ। ਅੱਜ ਵੀ ਜੇ ਤੁਹਾਡੀ ਨੂੰਹ ਹੈਗੀ ਆ ਘਰੇ, ਉਹਨੂੰ ਛੱਡੋ, ਉਹਨੂੰ ਕਹਿ ਪੁੱਤ ਮੇਰੀ ਗੱਲ ਸੁਣ, ਧੀਏ ਤੂੰ ਤੇਰੇ ਪਰਿਵਾਰ ਚੋਂ ਆਇਆ ਨਾ, ਜਾ ਪੁੱਤ ਜਾ ਪੁੱਤ, ਛੋਟੇ ਜਾ ਵੀ ਬਿਸਕੁਟ ਲੈ ਕੇ ਆ, ਵੀ ਬਰਫੀ ਲੈ ਕੇ ਆ, ਪ੍ਰਾਹੁਣੇ ਆਏ ਨੇ। ਤੇ ਵੇਖਿਓ ਉਹ ਨੂੰਹ ਦੀ ਸੋਚ ਵੇਖਿਓ ਕਿੰਨੀ ਵਧੀਆ ਤੁਹਾਡੇ ਨਾਲ ਹੋ ਜਾਂਦੀ। ਔਰ ਤੁਸੀਂ ਕਿਹੜੇ ਪੈਸੇ ਦੇਣੇ ਆ? ਤੁਸੀਂ ਕੇਵਲ ਕਹਿਣਾ। ਉਹ ਬੰਦੇ ਦੇ ਰਿਐਕਸ਼ਨ ਵੇਖ ਲਿਓ, ਤੁਹਾਡੇ ਜੀਵਨ 'ਚ ਫਰਕ ਪੈ ਜੂ। ਮੁੜ ਕੇ ਫਿਰ ਤੁਹਾਡਾ ਵੀ ਭਰਾ ਆਊਗਾ ਤੇ ਉਹਨੂੰ ਦੂਣੀ ਖੁਸ਼ੀ ਹੋਊਗੀ ਕਿ ਹਾਂ ਮਾਮਾ ਜੀ ਆਏ ਨੇ, ਮਾਮੀ ਜੀ ਆਏ ਨੇ। ਸੋ ਗਿਵ ਐਂਡ ਟੇਕ। ਹੱਥ ਕਹਿੰਦਾ ਸੱਜਾ ਧੋਵੇ ਖੱਬੇ ਨੂੰ, ਤੇ ਖੱਬਾ ਧੋਵੇ ਸੱਜੇ ਨੂੰ। ਤੇ ਜੇ ਤੁਸੀਂ ਜੇ ਘੜੂਸਾਂ ਹੀ ਮਾਰੀ ਜਾਣੀਆਂ ਵਾ, ਉਹ ਫਿਰ ਆਪਣੇ ਜੀਵਨ ਹੈ, ਉਹ ਤੁਹਾਡੀ ਮਰਜ਼ੀ ਆ। ਫਿਰ ਉਹਦੇ ਨਾਲ ਤਾਂ ਫਿਰ ਜੀਵਨ 'ਚ ਰਸਤ ਨਹੀਂ ਆ ਸਕਦਾ। ਉਹਦੇ ਨਾਲ ਕੀ ਦੁੱਖ ਵਧਣਗੇ। ਔਰ ਉਹ ਫਿਰ ਤੁਹਾਨੂੰ ਪਤਾ ਇੱਕ ਵਾਰੀ ਡਿਸਪਿਊਟ ਪੈ ਜੇ ਘਰ 'ਚ, ਫਿਰ ਉਹਨੇ ਪਾੜਦੇ ਹੀ ਜਾਣਾ। ਠੀਕ ਹੈ ਨਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਹਾਂ, ਬਹੁਤ ਵਧੀਆ ਜੀ, ਠੀਕ ਹੈ, ਬਿਲਕੁਲ। ਬਸ ਠੀਕ ਹੈ ਜੀ। ਵਾਹਿਗੁਰੂ ਜੀ। ਗੁਰਕੀ ਸਾਹਿਬ, ਇੱਕ ਨਾ ਜਿਹੜਾ ਹੈ ਨਵੇਂ ਸੰਗਤਾਂ ਜੁੜੀਆਂ, ਉਹਨਾਂ ਨੂੰ ਥੋੜਾ ਜਿਹਾ ਦੱਸ ਦਿਓ, ਇਹ ਧਿਆਨ ਸਿਮਰਨ ਕਿਵੇਂ ਕਰਨਾ ਹੈ, ਮਾੜਾ ਜਿਹਾ ਦੱਸ ਦਿਓ ਪਲੀਜ਼। ਠੀਕ ਹੈ। ਹਾਂਜੀ। ਸਾਧ ਸੰਗਤ ਜੀ, ਇੱਕ ਤੇ ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਆਪਣੇ ਮੱਥੇ ਦੇ ਵਿਚਕਾਰ ਧਿਆਨ ਇਕਾਗਰ ਕਰਨਾ ਹੈ, ਅੱਖਾਂ ਬੰਦ ਕਰਕੇ, ਮੂੰਹ ਥੋੜਾ ਜਿਹਾ ਤਾਂ ਚੁੱਕ ਕੇ ਰੱਖਣਾ ਹੈ। ਤੇ ਜਦੋਂ ਮੈਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਾਂਗਾ, ਫਿਰ ਮੈਂ ਬੋਲ ਕੇ ਹਟਾਂਗਾ, ਫਿਰ ਤੁਸੀਂ ਆਪਣੇ ਵੱਲੋਂ ਉਚਾਰਨ ਕਰਨਾ ਹੈ ਵਾਹਿਗੁਰੂ ਸ਼ਬਦ ਦਾ। ਇਸੇ ਤਰ੍ਹਾਂ 10 ਮਿੰਟ ਆਪਾਂ ਜਾਪ ਕਰਾਂਗੇ। ਔਰ 10 ਮਿੰਟਾਂ ਬਾਅਦ ਫਿਰ ਮੈਂ ਤੁਹਾਨੂੰ ਕਹਾਂਗਾ ਤੁਸੀਂ ਚੁੱਪ ਹੋ ਜਾਓ। ਤੁਸੀਂ ਚੁੱਪ ਹੋ ਜਾਣਾ ਔਰ ਤੁਸੀਂ ਉਦੋਂ ਨਿਰਵਿਚਾਰ ਹੋ ਜਾਓਗੇ। ਤੁਹਾਡੇ ਅੰਦਰ ਕੋਈ ਵਿਚਾਰ ਨਹੀਂ ਰਹੇਗਾ, ਉਹ ਬਸ ਨਿਰਵਿਚਾਰ ਉਸੇ ਅਵਸਥਾ 'ਚ ਬੈਠੇ ਰਹਿਣਾ। ਉਹ ਤੁਸੀਂ ਅੱਧਾ ਘੰਟਾ, 20 ਮਿੰਟ, 40 ਮਿੰਟ ਜ਼ਰੂਰ ਬਹਿਣਾ। ਅਗਰ ਜ਼ਿਆਦਾ ਚਿਰ ਨਿਰਵਿਚਾਰ ਬੈਠਾ ਜਾਂਦਾ ਤੇ ਬਹਿਣਾ ਉਹਨਾਂ ਵਧੀਆ ਤੁਹਾਡਾ। ਠੀਕ ਹੈ। ਤੇ ਜੇਕਰ ਵਿਚਾਰ ਆ ਜਾਂਦਾ ਵਿੱਚ, ਪਹਿਲੀ ਗੱਲ ਤੇ ਆਉਂਦਾ ਨਹੀਂ ਆ, ਜੇ ਫਿਰ ਵੀ 10 ਮਿੰਟ ਤੱਕ ਵਿਚਾਰ ਆ ਗਿਆ ਤੇ 2 ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਕੇ ਲੰਮਾ ਜਾਪ ਕਰਕੇ ਫਿਰ ਚੁੱਪ ਹੋ ਜਾਣਾ। ਔਰ ਵਾਹਿਗੁਰੂ ਸ਼ਬਦ ਦਾ ਉਦੋਂ ਹੀ ਉਚਾਰਨ ਕਰਨਾ ਜਦੋਂ ਸਵਾਸ ਬਾਹਰ ਕੱਢਣੇ।